ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਹਰ ਸੋਮਵਾਰ ਦੀ ਤਰ੍ਹਾਂ ਵਿਚਾਰ ਚਰਚਾ ਲੈ ਕੇ ਹਾਜ਼ਰ ਹਾਂ। ਇਸ ਵਾਰ ਜੋ ਵਿਸ਼ਾ ਹੈ ਉਹ ਹੈ ਪੰਜਾਬੀ ਭਾਸ਼ਾ, ਮਾਤ ਬੋਲੀ ਪੰਜਾਬੀ ਭਾਸ਼ਾ, ਜਿਸ ਨੂੰ ਅਸੀਂ ਲਗਭਗ ਮੁਕੰਮਲ ਤੌਰ ਦੇ ਉੱਤੇ ਜਿਹੜੀ ਆ ਉਹ ਤਿਲਾਂਜਲੀ ਦੇ ਚੁੱਕੇ ਹਾਂ, ਪਿੱਠ ਦੇ ਚੁੱਕੇ ਹਾਂ, ਅਸੀਂ ਛੱਡਦੇ ਜਾ ਰਹੇ ਹਾਂ। ਕਿਤੇ ਨਾ ਕਿਤੇ ਪੰਜਾਬੀ ਬੋਲਣ ਵਾਲਿਆਂ ਦੇ ਮਨਾਂ ਵਿੱਚ ਹੀਨ ਭਾਵਨਾ ਆਉਂਦੀ ਹੈ, ਭਾਵੇਂ ਕਿ ਸਾਡੇ ਆਲੇ ਦੁਆਲੇ ਬੜੇ ਆਇਰਨ ਸੈਕਟਰ ਖੁੱਲ੍ਹੇ ਹੋਏ ਨੇ, ਅਤੇ ਸਾਨੂੰ ਇੱਦਾਂ ਲੱਗਦਾ ਹੈ ਕਿ ਜਿਸ ਬੱਚੇ ਨੂੰ ਜਾਂ ਜਿਸ ਮਨੁੱਖ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਅੰਗਰੇਜ਼ੀ ਨਹੀਂ ਬੋਲਦਾ, ਅਤੇ ਉਹ ਬਾਕੀਆਂ ਦੇ ਮੁਕਾਬਲੇ ਜਿਹੜਾ ਆ ਉਹ ਇੰਟੈਲੀਜੈਂਟ ਨਹੀਂ ਹੈਗਾ, ਅਤੇ ਉਹ ਬਾਕੀਆਂ ਦੇ ਮੁਕਾਬਲੇ ਜਿਹੜਾ ਆ ਪੜ੍ਹਾਈ ਦੇ ਵਿੱਚੋਂ ਪਛੜਿਆ ਹੋਇਆ ਆ। ਅਤੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹਾਂ ਕਿ ਬਹੁਤ ਭਾਸ਼ਾਵਾਂ ਇਸ ਦੁਨੀਆ ਦੇ ਵਿੱਚ ਬੋਲੀਆਂ ਜਾਂਦੀਆਂ, ਅਤੇ ਜ਼ਰੂਰੀ ਨਹੀਂ ਕਿ ਜਿਸ ਨੂੰ ਉਰਦੂ ਨਹੀਂ ਆਉਂਦੀ ਅਤੇ ਉਹ ਵੀਕ ਹੋ ਗਿਆ, ਜਿਸ ਨੂੰ ਜਿਹੜੀ ਹੈ ਫਾਰਸੀ ਨਹੀਂ ਆਉਂਦੀ ਅਤੇ ਉਹ ਦੂਸਰੀਆਂ ਭਾਸ਼ਾਵਾਂ 'ਚ ਵੀ ਵੀਕ ਹੋ ਗਿਆ। ਹਰ ਇੱਕ ਬੰਦੇ ਦੀ ਆਪੋ ਆਪਣੀ ਭਾਸ਼ਾ ਹੈ, ਹਰ ਇੱਕ ਬੰਦੇ ਦੀ ਆਪੋ ਆਪਣੀ ਮਾਤ ਬੋਲੀ ਹੈ। ਉਹ ਬੰਦਾ ਜਦੋਂ ਆਪਣੀ ਮਾਤ ਭਾਸ਼ਾ ਦੇ ਵਿੱਚ, ਮਾਤ ਬੋਲੀ ਦੇ ਵਿੱਚ ਗੱਲ ਕਰੇਗਾ ਅਤੇ ਸੁਭਾਵਿਕ ਹੀ ਉਹ ਆਪਣੀ ਦਿਲ ਦੀ ਜਿਹੜੀ ਗੱਲ ਹੈ ਉਹ ਦੂਜਿਆਂ ਤੱਕ ਪਹੁੰਚਾ ਸਕੇਗਾ। ਇੰਗਲਿਸ਼ ਜਸਟ ਸਿਰਫ ਅਤੇ ਸਿਰਫ ਇੱਕ ਸਬਜੈਕਟ ਹੈ। ਇਹ ਕੋਈ ਇੰਟੈਲੀਜੈਂਸੀ ਦਾ, ਇਹ ਕੋਈ ਲਾਇਕ ਹੋਣ ਦਾ, ਇਹ ਕੋਈ ਜ਼ਿਆਦਾ ਸਮਝਦਾਰ ਹੋਣ ਦਾ ਬਿਲਕੁਲ ਕੋਈ ਪੈਮਾਨਾ ਨਹੀਂ ਹੈ। ਸੋ ਅੱਜ ਇਸ ਵਿਸ਼ੇ 'ਤੇ ਗੱਲ ਕਰਦੇ ਹਾਂ, ਜਿੱਥੇ 6000 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਪੰਜਾਬੀ ਵੀ ਇੱਕ ਆਪਣਾ ਸਿਰਮੌਰ ਹਸਤੀ ਰੱਖਦੀ ਹੈ। ਸਾਡੇ ਨਾਲ ਇਸ ਵਿਸ਼ੇ 'ਤੇ ਗੱਲ ਕਰਨ ਦੇ ਲਈ ਪਹੁੰਚੇ ਹੋਏ ਨੇ ਪ੍ਰੋਫੈਸਰ ਨਛੱਤਰ ਸਿੰਘ ਜੀ। ਧੰਨਵਾਦ ਜੀ, ਆਇਆਂ ਨੂੰ ਜੀ। ਸੋ ਅੱਜ ਦੇ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਹੈ, ਮੈਂ ਹੋਰ ਸਮਾਂ ਨਾ ਲਵਾਂ। ਪਹਿਲਾ ਸਵਾਲ ਵੀਰ ਜੀ ਤੁਹਾਨੂੰ ਹੈ ਕਿ ਜਿਹੜੀ ਮਾਤ ਭਾਸ਼ਾ ਅਸੀਂ ਛੱਡਦੇ ਜਾ ਰਹੇ ਹਾਂ, ਅਤੇ ਕੀ ਗੁਰਬਾਣੀ ਦੇ ਵਿੱਚ ਵੀ ਕੋਈ ਮਾਤ ਭਾਸ਼ਾ ਨੂੰ ਛੱਡਣ ਬਾਰੇ ਜਾਂ ਮਾਤ ਭਾਸ਼ਾ ਨੂੰ ਅਹਿਮੀਅਤ ਦੇਣ ਬਾਰੇ, ਜਾਂ ਅਸੀਂ ਮਾਤ ਭਾਸ਼ਾ ਨੂੰ ਤਰਜੀਹ ਦਈਏ ਅਤੇ ਮਾਤ ਭਾਸ਼ਾ ਦੀ ਜਿਹੜੀ ਹੈ ਗੱਲ ਕਰੀਏ ਅਤੇ ਉਹਨੂੰ ਨਾ ਛੱਡੀਏ, ਗੁਰਬਾਣੀ ਦੇ ਅਨੁਸਾਰ ਵੀ ਕੋਈ ਕੋਟੇਸ਼ਨ ਜਿਹੜੀ ਹੈ ਉਹ ਮਿਲਦੀ ਹੈ ਜੀ? ਬਹੁਤ ਪਿਆਰੀ ਗੱਲ ਆ, ਜਿੱਥੋਂ ਸ਼ੁਰੂ ਆਪਾਂ ਕਰ ਰਹੇ ਹਾਂ। ਬੜਾ ਹੀ ਅਹਿਮ ਵਿਸ਼ਾ ਆ, ਜਿਹਦੇ 'ਤੇ ਆਪਾਂ 2 ਦਿਨ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ। ਅਤੇ ਜਿਹੜੀ ਗੱਲ ਵੀਰ ਮਲਕੀਤ ਸਿੰਘ ਜੀ ਕਹਿੰਦੇ ਵੀ ਬਾਣੀ ਦੇ ਵਿੱਚ ਇਸ ਨੂੰ, ਕਿਉਂਕਿ ਸਾਡਾ ਇੱਕ ਮੇਨ ਇੱਦਾਂ ਕਹਿ ਲਓ ਵੀ ਜਿਹੜਾ ਧੁਰਾ ਆ ਜਾਂ ਜਿਹਦੇ ਅਸੀਂ ਆਲੇ ਦੁਆਲੇ ਰਹਿੰਦੇ ਹਾਂ, ਉਹ ਸਾਡੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਅਤੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਅਸੀਂ ਹਰ ਪੱਖ ਨੂੰ ਬਾਣੀ ਦੇ ਵਿੱਚੋਂ ਵੀ ਵੇਖਣ ਸਮਝਣ ਦਾ ਯਤਨ ਕਰੀਏ। ਅਤੇ ਜਿੱਦਣ ਪਹਿਲੇ ਦਿਨ ਆਪਾਂ ਇਸ ਵਿਸ਼ੇ 'ਤੇ ਗੱਲ ਸ਼ੁਰੂ ਕੀਤੀ ਸੀ, ਉਸ ਦਿਨ ਮੈਂ ਬਾਣੀ 'ਚੋਂ ਇੱਕ ਪੰਕਤੀ ਆਪ ਜੀ ਦੇ ਸਾਹਮਣੇ ਲਿਆਂਦੀ ਸੀ, ਔਰ ਉਹ ਬੜੀ ਪਿਆਰੀ ਹੈ, ਔਰ ਸਾਡੇ ਸਾਰਿਆਂ ਦੇ ਧਿਆਨ 'ਚ ਹੋਣੀ ਚਾਹੀਦੀ ਹੈ ਵੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਅਤੇ ਹੁਣ ਬੋਲੀ ਜਦੋਂ ਸਾਡੀ ਬਦਲ ਜਾਊਗੀ, ਅਤੇ ਬੋਲੀ ਬਦਲਣ ਨਾਲ ਬਹੁਤ ਕੁਛ ਸਾਡਾ ਜਿਹੜਾ ਆ ਉਹ ਬਦਲ ਜਾਂਦਾ ਹੈ। ਅਤੇ ਜਿਹੜੇ ਲੋਕ ਸਾਡੇ ਜਿਹਨ ਵਿੱਚੋਂ ਸਾਰਾ ਕੁਝ ਭੁਲਾਉਣਾ ਚਾਹੁੰਦੇ, ਉਹਨਾਂ ਦੀ ਵੀ ਕੋਸ਼ਿਸ਼ ਇਹੋ ਹੁੰਦੀ ਹੈ ਵੀ ਇਹਨਾਂ ਨੂੰ ਜਿਹੜੀ ਆਪਣੀ ਜ਼ੁਬਾਨ ਭੁੱਲ ਜਾਏ, ਆਪਣੀ ਜ਼ੁਬਾਨ ਤੋਂ ਜਿਹੜਾ ਆ ਇਹ ਬੰਦੇ ਹੌਲੀ ਹੌਲੀ ਪਾਸਾ ਵੱਟ ਜਾਣ। ਅਤੇ ਉਹਦੇ ਨਾਲ ਫਿਰ ਕਈ ਚੀਜ਼ਾਂ ਨਾਲ ਸ਼ਾਮਲ ਕਰ ਲਈਆਂ ਜਾਂਦੀਆਂ ਆ ਵੀ ਕਿਉਂ ਛੱਡਣੀ ਹੈ। ਪੰਜਾਬੀ ਬੋਲਣ ਵਾਲੇ ਜਿਹੜੇ ਬੰਦੇ ਆ ਵੀ ਇਹ ਅਨਪੜ੍ਹ ਅਤੇ ਗਵਾਰ ਇਹਨਾਂ ਨੂੰ ਘੋਸ਼ਿਤ ਕਰ ਦਿੱਤਾ ਜਾਏ, ਜਾਂ ਪੰਜਾਬੀ ਬੋਲਣ ਵਾਲੇ ਬੰਦਿਆਂ ਨੂੰ ਇਸ ਤਰ੍ਹਾਂ ਨਾਲ ਸਾਬਿਤ ਕੀਤਾ ਜਾਏ ਵੀ ਸ਼ਾਇਦ ਇਹ ਦੁਨੀਆ 'ਚ ਪਛੜੇ ਹੋਏ ਲੋਕ ਨੇ, ਇਹ ਬਹੁਤ ਅਗਾਂਹ ਵਧੂ ਨਹੀਂ, ਜਾਂ ਇਹ ਹਾਇਰ ਐਜੂਕੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। ਸੋ ਇੱਦਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਡੇ ਸ਼ਾਮਲ ਕਰਕੇ ਅਸੀਂ ਬਾਣੀ ਭੁੱਲੇ, ਬਾਣੀ ਵਿਚਲਾ ਸਿਧਾਂਤ ਭੁੱਲੇ, ਹੌਲੀ ਹੌਲੀ ਅਸੀਂ ਸੱਭਿਆਚਾਰ ਭੁੱਲੇ, ਵਿਰਾਸਤ ਭੁੱਲੇ, ਅਤੇ ਉਹਦੇ ਸਾਰੇ ਕੁਝ ਭੁੱਲਣ ਦੇ ਨਾਲ ਨਾਲ ਜਿਹੜੀ ਅਹਿਮ ਕੜੀ ਹੈ, ਉਹ ਜਿਹੜੀ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਨਾਲ ਜੋੜ ਕੇ ਰੱਖ ਸਕਦੀ ਹੈ, ਉਹ ਹੈ ਬੋਲੀ, ਉਹ ਹੁੰਦੀ ਆ ਭਾਸ਼ਾ। ਅਤੇ ਹੌਲੀ ਹੌਲੀ ਕੀ ਹੋਇਆ ਵੀ ਸਾਨੂੰ ਉਹਦੇ ਨਾਲੋਂ ਵੀ ਸਾਨੂੰ ਦੂਰ ਕਰ ਦਿੱਤਾ ਗਿਆ। ਅਤੇ ਅੱਜ ਲਗਭਗ ਦੁਨੀਆ ਭਰ ਵਿੱਚ ਵੱਸਦੇ, ਹਾਲਾਂਕਿ ਬਹੁਤ ਬੰਦੇ ਇਸ ਲਈ ਲੜਾਈ ਲੜ ਰਹੇ ਆ ਵੀ ਕੋਈ ਵੀ ਭਾਸ਼ਾ ਨਹੀਂ ਮਰਨੀ ਚਾਹੀਦੀ, ਇਕੱਲੀ ਪੰਜਾਬੀ ਦੀ ਗੱਲ ਨਹੀਂ, ਭਾਸ਼ਾਵਾਂ ਜਿੰਨੀਆਂ ਵੱਧ ਹੋਣਗੀਆਂ ਜਾਂ ਜਿੰਨੇ ਇਹ ਸਾਧਨ ਹੋਣਗੇ ਤਾਂ ਉਹਦੇ ਨਾਲ ਸਮਾਜ ਖੂਬਸੂਰਤ ਬਣਦਾ ਆ। ਮੰਨ ਲਓ ਕਿ ਜੇ ਆਪਾਂ ਇਕੱਲੇ ਅੱਜ ਪੰਜਾਬੀ ਦੀ ਗੱਲ ਕਰਦੇ ਹਾਂ, ਅਤੇ ਆਪਾਂ ਇੱਦਾਂ ਐਲਾਨ ਕਰ ਦਈਏ ਵੀ ਸਿਰਫ ਦੁਨੀਆ 'ਤੇ ਇਕੱਲੀ ਪੰਜਾਬੀ ਹੋਣੀ ਚਾਹੀਦੀ, ਹੋਰ ਕੋਈ ਭਾਸ਼ਾ ਨਹੀਂ ਹੋਣੀ ਚਾਹੀਦੀ, ਅਤੇ ਸ਼ਾਇਦ ਇਹ ਵੀ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੋਣੀ। ਮਾਤ ਭਾਸ਼ਾ ਹੋਣੀ ਚਾਹੀਦੀ ਹੈ ਹਰ ਇੱਕ ਦੀ,
ਹਾਂ ਬਿਲਕੁਲ। ਤੇ ਜਿਨ੍ਹਾਂ ਦੀ ਵੀ ਜਿਹੜੀ ਉਹ ਮਾਤਰ ਭਾਸ਼ਾ ਆ ਉਹਦੇ ਤੇ ਉਹਨਾਂ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਔਰ ਉਹਦੇ ਬਾਰੇ ਸਾਰਿਆਂ ਨੂੰ ਚਿੰਤਾ ਵੀ ਕਰਨੀ ਚਾਹੀਦੀ ਹੈ। ਮੇਰੀ ਦਾਗਿਸਤਾਨ ਕਿਤਾਬ ਵਾਲਾ ਉਹ ਵੀਰ ਬੜੀ ਪਿਆਰੀ ਗੱਲ ਲਿਖਦਾ ਵੀ ਇੱਕ ਸਮਾਂ ਹੁੰਦਾ ਸੀ ਜਦੋਂ ਮਾਵਾਂ ਦੇ ਪੁੱਤ ਆਪਣੀ ਬੋਲੀ ਭੁੱਲ ਜਾਂਦੇ ਸੀ ਤੇ ਉਹ ਆਪਣੇ ਘਰ ਵਿੱਚ ਪੁੱਤ ਦੀ ਫੋਟੋ ਲਾ ਲੈਂਦੇ ਹੁੰਦੇ ਸੀ ਵੀ ਸਾਡਾ ਪੁੱਤ ਮਰ ਗਿਆ ਅੱਜ ਤੋਂ ਬਾਅਦ। ਵੀ ਉਹਨਾਂ ਮਾਵਾਂ ਨੂੰ ਐਂ ਲੱਗਦਾ ਸੀ ਵੀ ਜੇ ਅੱਜ ਮੇਰੇ ਵਾਲੀ ਜ਼ੁਬਾਨ ਇਹਨੂੰ ਭੁੱਲ ਗਈ ਹੈ ਤੇ ਕੱਲ ਨੂੰ ਇਹਨੇ ਮੈਨੂੰ ਵੀ ਭੁੱਲ ਜਾਣਾ ਹੈ। ਸੋ ਉਹ ਚੀਜ਼ਾਂ ਜਿਹੜੀਆਂ ਆ ਸਾਡੇ ਧਿਆਨ ਵਿੱਚ ਰਹਿਣੀਆਂ ਚਾਹੀਦੀਆਂ ਵੀ ਜਦੋਂ ਅਸੀਂ ਇਸ ਭਾਸ਼ਾ ਨੂੰ ਭੁੱਲਣਾ ਤੇ ਜਿੱਥੇ ਬਾਣੀ ਕਹਿੰਦੀ ਹੈ ਵੀ ਸਾਡੀ ਬੋਲੀ ਬਦਲਣੀ ਨਹੀਂ ਚਾਹੀਦੀ, ਉੱਥੇ ਬਾਣੀ ਇਹ ਗੱਲ ਵੀ ਧਿਆਨ ਵਿੱਚ ਰੱਖੋ ਵੀ ਜੇ ਸਾਨੂੰ ਬੋਲੀ ਭੁੱਲਦੀ ਹੈ ਤੇ ਬਾਣੀ ਵੀ ਭੁੱਲਣੀ ਹੈ। ਬਿਲਕੁਲ। ਤੇ ਸਿੱਖਾਂ ਨੂੰ ਬਾਣੀ ਭੁੱਲ ਜਾਣਾ ਮੈਨੂੰ ਐਂ ਲੱਗਦਾ ਹੈ ਸ਼ਾਇਦ ਸਭ ਤੋਂ ਵੱਡੀ ਮੁਸ਼ਕਲ ਵਾਲੀ ਗੱਲ ਹੈ। ਜਿਵੇਂ ਆਪਾਂ ਬੜੀ ਵਾਰ ਐਗਜ਼ਾਮਪਲ ਦਿੰਦੇ ਹੁੰਦੇ ਹਾਂ ਵੀ ਮੱਛੀ ਦਾ ਜੀਵਨ ਪਾਣੀ ਹੈ ਤੇ ਸਿੱਖ ਦਾ ਜੀਵਨ ਬਾਣੀ ਹੈ। ਤੇ ਬਾਣੀ ਯਾਦ ਹੀ ਤਾਂ ਰਹਿ ਸਕਦੀ ਹੈ, ਬਾਣੀ ਸਾਡੇ ਜ਼ਿਹਨ ਵਿੱਚ ਹੀ ਤਾਂ ਰਹਿ ਸਕਦੀ ਹੈ। ਬਾਣੀ ਨੂੰ ਪ੍ਰੋਪਰ ਸ਼ਬਦਾਂ ਨਾਲ ਜਾਂ ਬਾਣੀ ਨੂੰ ਉਸੇ ਸੰਦਰਭ ਵਿੱਚ ਸਾਨੂੰ ਸਮਝਿਆ ਹੀ ਤਾਂ ਜਾ ਸਕਦਾ ਹੈ ਜੇ ਅਸੀਂ ਭਾਸ਼ਾ ਤੇ ਪਕੜ ਬਣਾ ਕੇ ਰੱਖਾਂਗੇ। ਬਿਲਕੁਲ। ਭਾਸ਼ਾ ਤੇ ਆਪਣੀ ਜਿਹੜਾ ਆ ਉਹ ਕੰਟਰੋਲ ਰੱਖਾਂਗੇ ਤਾਂ ਕਰਕੇ ਅਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਸੰਭਵ ਹੋ ਸਕਦੀਆਂ ਆ ਜਾਂ ਇਹਨਾਂ ਤੇ ਸਾਰੀਆਂ ਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ। ਤੇ ਉਹ ਬੜੀ ਪਿਆਰੀ ਲਾਈਨਾਂ ਨੇ ਕਿਸੇ ਵੀਰ ਦੀਆਂ, ਪੰਜਾਬੀਓ ਇਸ ਪੰਜਾਬ ਤਾਈਂ ਰਹਿੰਦੀ ਦੁਨੀਆ ਤੱਕ ਆਬਾਦ ਰੱਖਿਓ। ਉਹਦੇ ਤੇ ਆਪਾਂ ਚਰਚਾ ਕਰਾਂਗੇ ਸਾਰੀ ਵੀ ਕਿਵੇਂ ਕਿਵੇਂ ਆਬਾਦ ਰਹਿ ਸਕਦਾ ਹੈ। ਚਮਕੌਰ ਸਾਹਿਬ ਸਰਹੰਦ ਖਿਦਰਾਣਾ ਭੁੱਲਿਓ ਨਾ, ਮਾਛੀਵਾੜੇ ਦਾ ਜੰਗਲ ਵੀ ਯਾਦ ਰੱਖਿਓ। ਵਾਹ ਜੀ ਵਾਹ। ਖਿਦਰਾਣਾ ਨਾ ਭੁੱਲੇ ਤੁਹਾਨੂੰ, ਚਮਕੌਰ ਨਾ ਭੁੱਲੇ ਤੇ ਮਾਛੀਵਾੜੇ ਦਾ ਜੰਗਲ ਵੀ ਯਾਦ ਰੱਖਿਓ। ਸਤਿਗੁਰਾਂ ਨੇ ਝੋਲੀ ਵਿੱਚ ਲਾਲ ਪਾਇਆ, ਇਸ ਨੂੰ ਮਿੱਟੀ ਦੇ ਵਿੱਚ ਰਲਾ ਦਿਓ ਨਾ। ਇਹ ਬੜਾ ਕੀਮਤੀ ਹੀਰਾ ਹੈ ਇੱਕ ਜਿਹੜਾ ਸਾਡੀ ਝੋਲੀ ਵਿੱਚ ਗੁਰੂ ਸਾਹਿਬ ਜੀ ਨੇ ਪਾਇਆ ਆ ਤੇ ਇਹਨੂੰ ਕਿਤੇ ਮਿੱਟੀ ਵਿੱਚ ਨਾ ਰਲਾ ਦਿਓ। ਪੰਜਾਬ ਦੇ ਤੁਸੀਂ ਮਾਲਕ, ਅੰਗੂਠਾ ਗੈਰ ਦੀ ਵਹੀ ਤੇ ਲਾ ਦਿਓ ਨਾ। ਜੇ ਪੰਜਾਬ ਦੇ ਅਸੀਂ ਵਾਰਸ ਹਾਂ ਤੇ ਕਿਤੇ ਜਾਣੇ ਅਣਜਾਣੇ ਵਿੱਚ ਜਾਂ ਅਸੀਂ ਫੈਸ਼ਨ ਦੀ ਦੁਨੀਆ ਦੇ ਵਿੱਚ ਬਹਿ ਕੇ ਜਾਂ ਅਸੀਂ ਆਪਣੇ ਆਪ ਨੂੰ ਇਹਨਾਂ ਗੱਲਾਂ ਨਾਲ ਇੰਟੈਲੀਜੈਂਟ ਘੋਸ਼ਿਤ ਕਰਦੇ ਆ ਜਾਂ ਇਹਨਾਂ ਗੱਲਾਂ ਨਾਲ ਅਸੀਂ ਵੀ ਇਹਨਾਂ ਨਾਲ ਬਹੁਤ ਬੰਦਾ ਸਿਆਣਾ ਬਣ ਜਾਂਦਾ ਆ, ਇਹਨਾਂ ਗੱਲਾਂ ਵਿੱਚ ਪੈ ਕੇ ਕਿਤੇ ਗੈਰਾਂ ਦੀ ਵਹੀ ਤੇ ਅਸੀਂ ਗੂਠਾ ਨਾ ਲਾ ਕੇ ਬਹਿ ਜਾਈਏ। ਇਹ ਸਾਨੂੰ ਧਿਆਨ ਨਾਲ, ਕਿਉਂਕਿ ਗੂਠਾ ਸ਼ਬਦ ਵੀ ਜਦੋਂ ਰਾਈਟਰ ਨੇ ਵਰਤਿਆ ਨਾ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਜੇ ਉਹ ਸਮਝ ਰੱਖਦਾ ਹੋਵੇ ਤਾਂ ਫਿਰ ਪੜ੍ਹ ਲੂਗਾ ਨਾ ਵੀ ਇੱਥੇ ਕੀ ਹੈ। ਬਿਲਕੁਲ ਬਿਲਕੁਲ। ਹਾਂ ਵੀ ਉਹ ਬੜੀ ਦੂਰ ਅੰਦੇਸ਼ੀ ਚ ਸ਼ਬਦ ਵੀਰ ਨੇ ਲਿਖੇ ਵੀ ਜਿਹੜਾ ਆਮ ਬੰਦਾ ਹੁੰਦਾ ਉਹ ਤੋਂ ਕੋਈ ਵੀ ਗੂਠਾ ਲਵਾ ਲੈਂਦਾ ਆ, ਕਿਸੇ ਵੀ ਥਾਂ ਤੇ ਤੁਸੀਂ ਗੂਠਾ ਲਵਾ ਸਕਦੇ ਆ, ਪਰ ਜੇ ਉਹ ਸਮਝ ਰੱਖਦਾ ਹੋਊਗਾ ਤੇ ਉਹ ਕਦੀ ਵੀ ਗੂਠਾ ਨਹੀਂ ਲਾਊਗਾ। ਸੋ ਜਦੋਂ ਅਸੀਂ ਭਾਸ਼ਾ ਨਾਲ ਪਿਆਰ ਕਰਾਂਗੇ, ਆਪਣੀ ਬੋਲੀ ਨਾਲ ਪਿਆਰ ਕਰਾਂਗੇ ਤੇ ਅਸੀਂ ਬਹੁਤ ਕੁਝ ਜਾਣ ਸੁਣ ਸਮਝ ਸਕਦੇ ਹੋਵਾਂਗੇ ਤੇ ਅਸੀਂ ਆਪਣੀ ਵਿਰਾਸਤ ਨੂੰ ਸੰਭਾਲ ਸਕਦੇ ਹਾਂ। ਤੋ ਇਸ ਤਰ੍ਹਾਂ ਨਾਲ ਸਾਨੂੰ ਇਹ ਮੁੱਢਲਾ ਯਤਨ ਜਿਹੜਾ ਹੈ ਉਹ ਕਰਨਾ ਚਾਹੀਦਾ। ਬੋਲੀਆਂ ਲੱਖਾਂ ਬੋਲੋ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਜਿਹੜੀ ਮਰਜ਼ੀ ਬੋਲੀ ਬੋਲੀ ਜਾਏ ਸਾਨੂੰ ਇਹਦੇ ਨਾਲ। ਪਰ ਗੱਲ ਇਹ ਹੈ ਵੀ ਸਾਨੂੰ ਆਪਣੀ ਭਾਸ਼ਾ ਜਿਹੜੀ ਹੈ ਪੰਜਾਬੀ ਬੋਲੀ ਹੈ ਔਰ ਉਹਨੂੰ ਮਾਣ ਵੀ ਦੇਣਾ ਚਾਹੀਦਾ ਆ ਔਰ ਉਹਨੂੰ ਵੱਡੇ ਪੱਧਰ ਤੇ ਆਪਣੇ ਬੋਲ ਚਾਲ ਵਿੱਚ ਵੀ ਉਹ ਲਿਆਉਣੀ ਚਾਹੀਦੀ ਹੈ। ਇਹ ਗੱਲ ਹੋਰ ਜਿਵੇਂ ਅੰਗਰੇਜ਼ੀ ਵਾਲੇ ਜਿਹੜੇ ਵੀਰ ਨੇ ਨਾ, ਮੈਂ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਕਿ ਜਿਹੜੇ ਵੀਰ ਸਾਡੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਆ ਉਹ ਕਹਿੰਦੇ ਆ ਵੀ ਜੇ ਤੁਸੀਂ ਪੰਜਾਬੀ ਬੋਲੋਗੇ ਤੇ ਅੰਗਰੇਜ਼ੀ ਨਹੀਂ ਆਉਣੀ। ਇਹ ਬੜੀ ਅਜੀਬ ਗੱਲ ਆ। ਸਗੋਂ ਮਾਹਰਾਂ ਦਾ ਮੰਨਣਾ ਇਹ ਹੈ ਵੀ ਜਿਸ ਬੰਦੇ ਦੀ ਮਾਤਰ ਭਾਸ਼ਾ ਤੇ ਕਮਾਂਡ ਹੋਏਗੀ ਨਾ ਉਹਨੂੰ ਕੋਈ ਵੀ ਭਾਸ਼ਾ ਸਿਖਾ ਸਕਦਾ, ਜਲਦੀ ਸਿੱਖ ਸਕਦਾ, ਉਹ ਜਲਦੀ ਸਿੱਖ ਸਕਦਾ। ਜਿਹਦੀ ਆਪਣੀ ਭਾਸ਼ਾ ਤੇ ਕਮਾਂਡ ਹੈਗੀ ਹੈ ਉਹ ਬਹੁਤ ਛੇਤੀ ਕਿਸੇ ਵੀ ਭਾਸ਼ਾ ਨੂੰ ਜਿਹੜਾ ਹੈ ਉਹ ਸਿੱਖ ਸਕਦਾ ਆ। ਇਹ ਕੋਈ ਵੀ ਤਰੀਕਾ ਨਹੀਂ ਹੈ ਵੀ ਜਿਹੜਾ ਜੇ ਤੁਸੀਂ ਆਪਣੀ ਇਹ ਭਾਸ਼ਾ ਛੱਡੋਗੇ ਤੇ ਤਾਂ ਤੁਹਾਨੂੰ ਦੂਜੀ ਭਾਸ਼ਾ ਆਏਗੀ। ਇਹ ਬੜੇ ਤਰੀਕੇ ਨਾਲ ਜਾਂ ਸੋਚੀ ਸਮਝੀ ਸਾਜ਼ਿਸ਼ ਨਾਲ ਕਹਿ ਲਓ, ਜਾਣੇ ਅਣਜਾਣੇ ਵਿੱਚ ਸਾਡੇ ਜ਼ਿਹਨ ਵਿੱਚ ਇਹ ਗੱਲ ਪਾਈ ਜਾ ਰਹੀ ਔਰ ਸਾਡੇ ਬਹੁਤ ਬੰਦੇ ਇਹਨੂੰ ਮੰਨ ਰਹੇ ਆ। ਬਿਲਕੁਲ ਇਹਨੂੰ ਅਮਲ ਵਿੱਚ ਵੀ ਲਿਆ ਰਿਹਾ ਵੀ ਜੇ ਅਸੀਂ ਪੰਜਾਬੀ ਬੋਲਦੇ ਰਹੇ ਤੇ ਸ਼ਾਇਦ ਸਾਨੂੰ ਅੰਗਰੇਜ਼ੀ ਨਹੀਂ ਆਉਣੀ, ਇਸ ਕਰਕੇ ਸਾਨੂੰ ਪੰਜਾਬੀ ਛੱਡ ਕੇ ਅੰਗਰੇਜ਼ੀ ਬੋਲਣੀ ਚਾਹੀਦੀ ਹੈ। ਅੰਗਰੇਜ਼ੀ ਬੋਲਣੀ ਚਾਹੀਦੀ ਹੈ, ਕੋਈ ਇਤਰਾਜ਼ ਨਹੀਂ, ਪਰ ਪੰਜਾਬੀ ਛੱਡ ਕੇ ਨਹੀਂ ਬੋਲਣੀ ਚਾਹੀਦੀ। ਇਹ ਜਿਹੜਾ ਆ ਉਹ ਜ਼ਰੂਰ ਸਾਡੇ ਜ਼ਿਹਨ ਵਿੱਚ, ਸਾਡੀ ਸੁਰਤ ਵਿੱਚ ਗੱਲ ਆਉਣੀ ਚਾਹੀਦੀ ਹੈ। ਨਾਲੇ ਯੂਨੈਸਕੋ ਦੀ ਜਿਹੜੀ ਰਿਪੋਰਟ ਸੀ, ਯੂਨੈਸਕੋ ਨੇ ਜਿਹੜੀ 2007 ਦੇ ਵਿੱਚ ਜਿਹੜੀ ਕਾਨਫਰੰਸ ਕੀਤੀ ਸੀ, ਉਸ ਕਾਨਫਰੰਸ ਦੇ ਵਿੱਚ ਇਹ ਗੱਲ ਦੀ ਜਿਹੜੀ ਹੈ ਉਹਨਾਂ ਨੇ ਪ੍ਰੂੜਤਾ ਕੀਤੀ ਸੀ ਕਿ ਜਿਹੜਾ ਵੀ ਬੱਚਾ
ਆਪਣੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਮੁੱਢਲੀ ਜਿਹੜੀ ਵਿੱਦਿਆ ਆ, ਮੁੱਢਲੀ ਜਿਹੜੀ ਸਿੱਖਿਆ ਆ, ਜੇ ਉਹ ਬੱਚਾ ਆਪਣੀ ਮਾਤ ਭਾਸ਼ਾ ਦੇ ਵਿੱਚ ਲਏਗਾ ਤੇ ਬਾਕੀਆਂ ਦੇ ਮੁਕਾਬਲੇ ਉਹ ਬੱਚਾ ਜ਼ਿਆਦਾ ਇੰਟੈਲੀਜੈਂਟ ਹੋਏਗਾ। ਅੱਜ ਤੁਸੀਂ ਵੇਖੋ ਸਕੂਲਾਂ ਦੇ ਵਿੱਚ ਬੱਚੇ, ਘਰਾਂ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਤੇ ਜਦੋਂ ਬੱਚਾ ਛੋਟਾ ਸਕੂਲ ਜਾਂਦਾ ਆ ਉੱਥੇ ਹਿੰਦੀ ਜਾਂ ਅੰਗਰੇਜ਼ੀ ਬੋਲੀ ਜਾਂਦੀ ਹੈ। ਬੱਚਾ ਕਨਫਿਊਜ਼ ਹੋ ਜਾਂਦਾ ਆ ਕਿ ਮੈਂ ਕਿਹੜੀ ਗੱਲ ਘਰੇ ਉਹਨੂੰ ਕੁਝ ਹੋਰ ਦੱਸਿਆ ਜਾਂਦਾ ਹੈ, ਕੁਝ ਹੋਰ ਬੋਲਿਆ ਜਾਂਦਾ। ਜਦੋਂ ਉਹ ਸਕੂਲ ਜਾਂਦਾ ਆ ਤੇ ਉਸੇ ਅੱਖਰ ਨੂੰ ਕੁਝ ਹੋਰ ਬੋਲਿਆ ਜਾਂਦਾ ਤੇ ਬੱਚੇ ਦਾ ਦਿਮਾਗ ਇੰਨਾ ਅਜੇ ਵਿਕਸਿਤ ਨਹੀਂ ਹੋਇਆ ਹੁੰਦਾ ਕਿ ਉਹ ਉਸ ਗੱਲ ਨੂੰ ਵੀ ਕੈਪਚਰ ਕਰ ਸਕੇ। ਉਹਦਾ ਕਰਕੇ ਕਿਤੇ ਨਾ ਕਿਤੇ ਜਿਹੜਾ ਆ ਬੱਚਾ ਡੁੱਬਦਾ ਚਲਾ ਜਾਂਦਾ ਆ ਤੇ ਉਹਦੀ ਸਿੱਖਣ ਦੀ ਜਿਹੜੀ ਸ਼ਕਤੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ। ਤੇ ਕਿੰਨਾ ਚੰਗਾ ਹੋਵੇ ਜਿਹੜੀ ਮਾਤ ਭਾਸ਼ਾ ਘਰਾਂ ਦੇ ਵਿੱਚ ਬੋਲੀ ਜਾਂਦੀ ਹੈ, ਉਸੇ ਮਾਤ ਭਾਸ਼ਾ ਦੇ ਵਿੱਚ ਕਿਸੇ ਦੀ ਇੰਗਲਿਸ਼ ਹੋ ਸਕਦੀ ਹੈ, ਕਿਸੇ ਦੀ ਪੰਜਾਬੀ ਹੋ ਸਕਦੀ ਹੈ, ਕਿਸੇ ਦੀ ਹਿੰਦੀ ਹੋ ਸਕਦੀ ਹੈ, ਉਸੇ ਮਾਤ ਭਾਸ਼ਾ ਦੇ ਵਿੱਚ ਜਦੋਂ ਬੱਚਾ ਜਾ ਕੇ ਸਕੂਲ ਪੜ੍ਹੇਗਾ ਤੇ ਉਹ ਬਾਕੀਆਂ ਦੇ ਮੁਕਾਬਲੇ ਇੰਟੈਲੀਜੈਂਟ ਹੋਏਗਾ, ਜ਼ਿਆਦਾ ਲਾਇਕ ਹੋਏਗਾ। ਇਹ ਕਹਿ ਨਹੀਂ ਰਹੇ ਗੱਲ, ਇਹ ਯੂਨੈਸਕੋ ਦੀ ਰਿਪੋਰਟ ਹੈ, ਤੁਸੀਂ ਉੱਥੇ ਜਾ ਕੇ ਉਹਨਾਂ ਦੀ ਕਾਨਫਰੰਸ ਦਾ ਜਿਹੜਾ ਉਹ ਹਵਾਲਾ ਦੇ ਕੇ ਉੱਥੋਂ ਚੈੱਕ ਵੀ ਕਰ ਸਕਦੇ ਹੋ। ਕਿਸੇ ਦੀਪ ਦੇ ਬੜੇ ਪਿਆਰੇ ਬੋਲ ਸਨ, ਊੜੇ ਐੜੇ ਈੜੀ ਸੱਸੇ ਹਾਹੇ ਕੱਕੇ ਸੰਗ ਵੇ, ਇਹਨਾਂ ਦੀ ਹਜ਼ੂਰੀ ਵਿੱਚ ਬਾਣੀਆਂ ਦੇ ਰੰਗ ਵੇ। ਕਿ ਇਹਦੇ ਵਿੱਚੋਂ ਜੇ ਤੁਸੀਂ ਪੰਜਾਬੀ ਭੁੱਲੋਗੇ ਨਾ, ਮਤ ਭੁੱਲੋ ਕਿ ਜੇ ਅਸੀਂ ਪੰਜਾਬੀ ਛੱਡ ਦਿੱਤੀ ਹੈ ਤੇ ਸ਼ਾਇਦ ਅਸੀਂ ਅੰਗਰੇਜ਼ੀ ਸਿੱਖ ਲਈ ਹੈ ਤੇ ਅਸੀਂ ਕੁਝ ਬਹੁਤ ਵੱਡਾ ਮਾਰਕਾ ਮਾਰ ਲਿਆ ਆ। ਯਾਦ ਰਹੇ ਇਸ ਪੰਜਾਬੀ ਦੇ ਨਾਲ ਤੁਹਾਡਾ ਆਪਣੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਇਸ ਪੰਜਾਬੀ ਭਾਸ਼ਾ ਦੇ ਨਾਲ ਤੁਹਾਡੀ ਆਪਣੀ ਬਾਣੀ ਜੁੜੀ ਹੋਈ ਹੈ, ਤੁਹਾਡਾ ਆਪਣਾ ਇਤਿਹਾਸ ਜੁੜਿਆ ਹੋਇਆ ਹੈ। ਕੱਲ ਗਗਨਦੀਪ ਸਿੰਘ ਨੇ ਵੀਰ ਜੀ ਬੜੀ ਪਿਆਰੀ ਗੱਲ ਕੀਤੀ, ਐਡਵੋਕੇਟ ਨੇ, ਬੜੇ ਪਿਆਰੇ ਵੀਰ ਨੇ ਸਰਹੰਦ ਤੋਂ, ਐਡਵੋਕੇਟ ਗਗਨਦੀਪ ਸਿੰਘ, ਉਹਨਾਂ ਨੇ ਬੜੀ ਪਿਆਰੀ ਗੱਲ ਕੀਤੀ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਾਰਡ ਛਪਦੇ ਸੀ ਨਾ ਤੇ ਕਾਰਡ ਜਿਹੜੇ ਉਹ ਪੰਜਾਬੀ ਦੇ ਵਿੱਚ ਹੋਇਆ ਕਰਦੇ ਸੀ ਤੇ ਪੰਜਾਬੀ ਦੇ ਵਿੱਚ ਕਾਰਡ ਛਪਦੇ ਸੀ ਤੇ ਉੱਥੇ ਲਿਖਿਆ ਹੁੰਦਾ ਸੀਗਾ ਕਿ ਸਾਡੇ ਪਰਿਵਾਰ ਵੱਲੋਂ ਮੋਹ ਭਰਿਆ ਸੱਦਾ, ਤੇ ਅਸੀਂ ਸਾਰੇ ਜਾਣੇ ਹੱਥਾਂ ਦੇ ਉੱਤੇ ਆਸਾ ਦੇ ਦੀਵੇ ਜਗਾ ਕੇ ਤੇ ਨੈਣਾ ਦੀ ਜਿਹੜੀ ਹੈ ਸਫਾ ਵਿਛਾ ਕੇ ਤੇ ਤੁਹਾਡਾ ਇੰਤਜ਼ਾਰ ਕਰਾਂਗੇ। ਮਤਲਬ ਕਿੰਨੀ ਭਾਵਨਾਵਾਂ ਸੀ। ਉਹ ਜਦੋਂ ਕਾਰਡ ਪੜ੍ਹਦੇ ਸੀ ਤੇ ਜਿਹਦਾ ਨਹੀਂ ਵੀ ਦਿਲ ਕਰਦਾ ਸੀ ਉਹ ਵੀ ਜਾਂਦਾ ਸੀਗਾ ਕਿ ਹਾਂ ਯਾਰ ਕਿੰਨੇ ਪਿਆਰੇ ਬੋਲ ਲਿਖੇ ਹੋਏ ਨੇ। ਹਾਂ, ਸ਼ਬਦਾਂ ਵਿੱਚ ਜਿਹੜੀ ਮਿਠਾਸ ਆ ਉਹ ਖਤਮ ਹੋ ਗਈ। ਹੁਣ ਅਸੀਂ ਇੰਗਲਿਸ਼ ਦੇ ਪਿੱਛੇ ਦੇ ਭੱਜ ਗਏ। ਪਿੱਛੇ ਜੇ ਮੈਂ ਕਿਸੇ ਦੁਕਾਨ ਤੇ ਬੈਠਾ ਸੀਗਾ, ਕਿਸੇ ਵੀਰ ਦੇ ਕੋਲ ਕੰਮ ਕਰਵਾ ਰਹੇ ਸੀ ਅਸੀਂ, ਤੇ ਉਹਦੇ ਕੋਲ ਇੱਕ ਭਾਈ ਆਏ ਕਾਰਡ ਛਪਾਉਣ ਵਾਸਤੇ ਤੇ ਉਹ ਕਹਿੰਦੇ ਕਿ ਕਾਹਦੇ 'ਚ ਛਪਾਉਣਾ ਹੈ, ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ। ਉਹ ਕਹਿੰਦਾ ਜੀ ਤੁਸੀਂ ਪੰਜਾਬੀ 'ਚ ਛਾਪ ਦਿਓ। ਉਹ ਦੁਕਾਨ ਵਾਲਾ ਵੀਰ ਕਹਿੰਦਾ ਜੀ ਵੈਸੇ ਸਾਰੇ ਅੰਗਰੇਜ਼ੀ ਛਪਾਉਂਦੇ। ਅੱਛਾ, ਕਹਿੰਦੇ ਸਾਰੇ ਅੰਗਰੇਜ਼ੀ ਛਪਾਉਂਦੇ? ਆਹੋ, ਇਹ ਤੇ ਗੱਲ ਹੈਗੀ, ਅੰਗਰੇਜ਼ੀ 'ਚ ਛਾਪ। ਹੁਣ ਉਹਨੇ ਜਦੋਂ 2-3 ਗੱਲਾਂ ਪੁੱਛੀਆਂ ਕਹਿੰਦਾ ਨਹੀਂ ਇਹ ਤਾਂ ਨਹੀਂ ਮੈਨੂੰ ਫਿਰ ਪਤਾ, ਇਹ ਤਾਂ ਇਹ ਪੰਜਾਬੀ 'ਚ ਲਿਖ ਦਿਓ। ਮੈਂ ਹੱਸ ਰਿਹਾ ਸੀਗਾ ਉੱਥੇ, ਸੋਚ ਰਿਹਾ ਸੀਗਾ ਕਿ ਜੇ ਤੁਸੀਂ ਸੱਦਾ ਕਿਸੇ ਨੂੰ ਦੇਣਾ ਆ, ਮਤਲਬ ਕਿਤੇ ਵੀ ਤੁਸੀਂ ਜਾ ਰਹੇ ਹੋ ਨਾ, ਉਹਨੂੰ ਆਵਾਜ਼ ਕਰਕੇ ਮਾਰੋ। ਹੁਣ ਕਿਸੇ ਕਹਿਣਾ ਹਾਊ ਆਰ ਯੂ, ਹੁਣ ਜਦੋਂ ਤੇਰਾ ਯੂ ਦਾ ਅਰਥ ਹੁੰਦਾ ਆ ਤੇਰਾ, ਤੁਹਾਡਾ ਨਹੀਂ ਕਹਿ ਸਕਦੇ ਅਸੀਂ। ਤੇ ਜਦੋਂ ਪੰਜਾਬੀ ਦੇ ਵਿੱਚ ਉਹ ਸ਼ਬਦ ਆਏਗਾ ਤੁਹਾਡਾ ਕੀ ਹਾਲ ਹੈ, ਕਿੱਡਾ ਪਿਆਰਾ ਸਤਿਕਾਰਯੋਗ ਸ਼ਬਦ ਹੈ। ਤੇ ਅੰਗਰੇਜ਼ੀ ਦੇ ਵਿੱਚ ਜਿਹੜੇ ਅੱਖਰ ਨੇ ਉਹ ਮੈਂ ਉਸ ਪਾਸੇ ਨਾ ਜਾਵਾਂ, ਗੱਲ ਇਹ ਚੱਲ ਰਹੀ ਹੈ ਕਿ ਕਿਸੇ ਵੀ ਮਾਤ ਭਾਸ਼ਾ ਨੂੰ ਆਪਣੀ ਗੱਲ ਕਰਨ ਦਾ, ਆਪਣੀ ਗੱਲ ਹੋਣ ਦਾ ਜਿਹੜਾ ਆ ਉਹ ਹੋਣਾ ਚਾਹੀਦਾ ਆ, ਹੱਕ ਹੋਣਾ ਚਾਹੀਦਾ ਆ। ਤੇ ਖਾਸ ਕਰਕੇ ਪੰਜਾਬੀ ਜਿਹੜੇ ਨੇ, ਪੰਜਾਬੀ ਪੜ੍ਹਦੇ ਨੇ, ਪੰਜਾਬੀ ਘਰਾਂ ਦੇ ਵਿੱਚ ਜੰਮੇ ਨੇ, ਤੇ ਉਹ ਆਪਣੀ ਪੰਜਾਬੀ ਭਾਸ਼ਾ ਨੂੰ ਵੱਧ ਤੋਂ ਵੱਧ ਪਿਆਰ ਕਰੋ। ਤੁਸੀਂ ਤਮਿਲ ਚਲੇ ਜਾਓ, ਹਾਂ ਬਿਲਕੁਲ, ਤੇ ਤੁਸੀਂ ਮਹਾਰਾਸ਼ਟਰ ਚਲੇ ਜਾਓ, ਬੰਗਾਲ ਚਲੇ ਜਾਓ, ਉਹ ਲੋਕ ਆਪਣੀ ਭਾਸ਼ਾ ਨਹੀਂ ਛੱਡਦੇ। ਨਾ, ਉਹ ਜਾਂ ਕਹਿਣਗੇ ਸਾਡੇ ਨਾਲ ਇੰਗਲਿਸ਼ 'ਚ ਗੱਲ ਕਰੋ ਤੇ ਜਾਂ ਸਾਡੀ ਭਾਸ਼ਾ 'ਚ ਕਰੋ। ਤੇ ਸਾਡੇ ਪੰਜਾਬੀਆਂ ਦੀ ਬਦਕਿਸਮਤੀ ਹੈ ਕਿ ਜੇ ਕਿਤੇ ਵੀ ਚਲੇ ਜਾਣ ਤੇ ਉਹਨਾਂ ਦੀ ਭਾਸ਼ਾ 'ਚ ਜਾ ਕੇ ਗੱਲ ਕਰਦੇ ਨੇ। ਕਿਉਂ ਨਾ ਹੋਵੇ ਕਿ ਅਸੀਂ ਆਪਣੀ ਭਾਸ਼ਾ 'ਚ ਗੱਲ ਕਰੀਏ ਤਾਂ ਕਿ ਲੋਕ ਸਾਡੇ ਨਾਲ ਜੁੜ ਸਕਣ। ਅੱਛਾ ਜੀ, ਦੂਸਰੀ ਸਵਾਲ ਹੈ ਜੀ, ਸਾਡਾ ਸਾਰਾ ਇਤਿਹਾਸ ਜਿਹੜਾ ਆ, ਜਦੋਂ ਤੁਸੀਂ ਗੁਰਬਾਣੀ 'ਚੋਂ ਵੀ ਗੱਲ ਕੀਤੀ, ਕਰ ਜੀਆਂ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ, ਕਿ ਜੇ ਅਸੀਂ ਬੋਲੀ ਛੱਡ ਦੇਵਾਂਗੇ ਤੇ ਸਾਡੇ ਨੁਕਸਾਨ ਕੀ ਹੋਣਗੇ, ਕਿਹੜੀਆਂ ਮੁਸ਼ਕਲਾਂ ਦਾ ਜਿਹੜਾ ਆ ਸਾਨੂੰ ਸਾਹਮਣਾ ਜਿਹੜਾ ਆ ਉਹ ਕਰਨਾ ਪੈ ਸਕਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਬੋਲੀ ਨਹੀਂ ਮਰਨੀ ਹੁੰਦੀ, ਬੋਲੀ ਨਾਲ ਸੱਭਿਅਤਾ ਮਰਨੀ ਹੁੰਦੀ ਹੈ, ਸੱਭਿਅਤਾ ਦੇ ਨਾਲ ਤੁਹਾਡਾ ਸਾਰਾ ਸਾਹਿਤ ਮਰਨਾ ਹੁੰਦਾ ਆ, ਸਾਹਿਤ ਨਾਲ ਪੂਰੀ ਕੌਮ ਖਤਮ ਹੋਣੀ ਹੁੰਦੀ ਹੈ। ਤੇ ਇਦਾਂ ਕਹਿ ਲਓ ਵੀ ਜੇ ਆਪਾਂ ਸੌਖੇ ਸ਼ਬਦਾਂ ਵਿੱਚ ਇਦਾਂ ਕਹਿ ਲਈਏ ਵੀ ਬੋਲੀ ਦਾ ਮਰਨਾ ਇੱਕ ਕੌਮ ਦਾ ਮਰ ਜਾਣਾ ਆ। ਸਾਨੂੰ ਐਂ ਲੱਗਦਾ ਵੀ ਲੈ ਫਿਰ ਕੀ ਇਹਦੇ ਨਾਲ ਕੀ ਹੋਏਗਾ। ਅਸੀਂ ਅੰਗਰੇਜ਼ੀ ਦੇ ਵਿੱਚ, ਮੈਂ ਪਿਛਲੇ ਦਿਨੀ ਫੋਰਨ ਸੀਗਾ ਤਾਂ ਉੱਥੇ ਭੰਡ ਜੰਮੀਏ ਭੰਡ ਨੰਮੀਏ ਭੰਡ ਮੰਗਣ ਵਿਆਹ ਵਾਲੀ ਉਹ ਸਾਰਾ ਪ੍ਰਕਰਨ ਨਾ ਉੱਥੇ ਅੰਗਰੇਜ਼ੀ 'ਚ ਟਰਾਂਸਲੇਟ ਕਰਕੇ ਉੱਦਾਂ ਲਿਖਿਆ ਹੋਇਆ। ਤੇ ਉੱਥੇ ਭੰਡੋ ਹੋਵੇ ਦੋਸਤੀ ਜਦੋਂ ਸ਼ਬਦ ਆਇਆ ਤਾਂ ਉੱਥੇ ਲਿਖਿਆ ਹੋਇਆ ਸੀ ਫਰੈਂਡਸ਼ਿਪ।
ਅੱਛਾ। ਕਿਉਂਕਿ ਉਹ ਦੋਸਤੀ ਦਾ ਸ਼ਬਦ ਉਹਨਾਂ ਵਾਸਤੇ ਤਾਂ ਇਦਾਂ ਹੀ ਹੋ ਸਕਦਾ, ਫਰੈਂਡਸ਼ਿਪ ਹੀ ਹੋ ਸਕਦਾ। ਬਿਲਕੁਲ। ਤੇ ਉਹ ਉੱਥੇ ਇੱਕ ਬੜਾ ਚੜ੍ਹਦੀ ਕਲਾ ਵਾਲਾ ਵੀਰ ਕਹਿੰਦਾ ਵੀ ਇਹ ਕੀ ਲਿਖਿਆ ਹੋਇਆ ਵੀ ਔਰਤ ਨਾਲ ਫਰੈਂਡਸ਼ਿਪ, ਇਹ ਕੀ ਗੱਲ ਹੋਈ। ਕਿਉਂਕਿ ਹੁਣ ਉਹ ਜਿਹੜੀ ਫਰੈਂਡਸ਼ਿਪ ਦੀ ਕਹਾਣੀ ਹੈ ਉਹ ਤਾਂ ਹੋਰ ਤਰ੍ਹਾਂ ਦੀ ਦਿਮਾਗ ਵਿੱਚ ਸਿਰਜੀ ਹੋਈ ਹੈ। ਜਿਹੜਾ ਬਾਣੀ ਦਾ ਕਨਸੈਪਟ ਆ, ਯਾਨੀ ਕਿ ਜਦੋਂ ਤੁਸੀਂ ਉਹਨੂੰ ਕਰਕੇ ਵੀ ਸਮਝਾਓਗੇ ਤਾਂ ਜ਼ਰੂਰੀ ਨਹੀਂ ਹੈ ਵੀ ਜਿੰਨਾ ਚਿਰ ਤੁਸੀਂ ਉਹਨੂੰ ਪੂਰੀ ਪ੍ਰੋਪਰ ਗੱਲ ਨਹੀਂ ਸਮਝਾਉਂਦੇ, ਭੰਡੋ ਹੋਵੇ ਦੋਸਤੀ ਦੇ ਅਰਥ ਕਰ ਦੋਗੇ ਇੰਗਲਿਸ਼ ਦੇ ਵਿੱਚ, ਪਰ ਜਿਹੜੀ ਉਹਦੀ ਭਾਵਨਾ ਆ ਨਾ, ਜਿਹੜਾ ਉਹਦਾ ਮੂਲ ਵਿਚਾਰ ਹੈਗੇ ਆ, ਉਹ ਸਪਸ਼ਟ ਨਹੀਂ ਹੋ ਸਕਦਾ। ਜਿਹੜਾ ਸੰਦਰਭ ਦੇ ਵਿੱਚ ਗੱਲ ਚੱਲ ਰਹੀ ਉਹ ਕਲੀਅਰ ਨਹੀਂ ਹੋ ਪਾਉਣੀ। ਸੋ ਇਸ ਕਰਕੇ ਬੋਲੀਆਂ ਦਾ ਮਰਨਾ ਕੌਮਾਂ ਦਾ ਮਰ ਜਾਣਾ ਹੁੰਦਾ ਆ, ਤਾਂ ਬੋਲੀਆਂ ਦਾ ਜੀਵਤ ਰਹਿਣਾ ਕੌਮ ਦਾ ਜੀਵਤ ਰਹਿਣਾ ਹੁੰਦਾ ਹੈ। ਇਸ ਕਰਕੇ ਜਿਹੜੇ ਸੁਹਿਰਦ ਬੰਦੇ ਆ ਉਹਨਾਂ ਨੂੰ ਅੱਜ ਵੀ ਇਸ ਗੱਲ ਦੀ ਤੜਫ ਹੈ। ਦੂਜੀ ਗੱਲ, ਜਿਵੇਂ ਤੁਸੀਂ ਕਰ ਰਹੇ ਸੀ ਨਾ ਵੀ ਮਹਾਰਾਸ਼ਟਰ, ਮੈਂ ਇਹ ਕਹਿਣਾ ਵੀ ਮਹਾਰਾਸ਼ਟਰ 'ਚ ਜੇ ਮਰਾਠੀ ਇੰਨੇ ਪਿਆਰੇ ਆਪਣੀ ਬੋਲੀ ਨੂੰ ਪਿਆਰ ਕਰਦੇ ਆ ਤਾਂ ਫਿਰ ਪੰਜਾਬ ਦੇ ਲੋਕ ਪੰਜਾਬੀ ਨੂੰ ਕਿਉਂ ਨਹੀਂ ਕਰਦੇ। ਜੇ ਮਰਾਠੀ, ਹਾਲਾਂਕਿ ਜਿਹੜੀ ਤੁਸੀਂ ਫੋਰਨ ਕੰਟਰੀਆਂ ਜਾਓਗੇ, ਕੈਨੇਡਾ, ਅਮਰੀਕਾ ਜਾਓਗੇ ਤੇ ਪੰਜਾਬੀ ਭਾਸ਼ਾ ਤਾਂ ਤੁਹਾਨੂੰ ਕਿਤੇ ਕਿਤੇ ਮਿਲ ਜੂ, ਮਰਾਠੀ ਤੇ ਮਿਲੂਗੀ ਨਹੀਂ ਕਿਤੇ ਵਾਸਤੇ ਵੀ। ਪਰ ਉਹਨਾਂ ਨੂੰ ਕੋਈ ਇਹ ਦੱਸੇ ਵੀ ਯਾਰ ਤੁਹਾਡੀ ਬੋਲੀ ਤਾਂ ਕਿਤੇ ਨਾ ਹੀ ਕੋਈ ਨਹੀਂ ਲੈਂਦਾ, ਤੁਸੀਂ ਛੱਡ ਦਿਓ, ਪਰ ਉਹ ਕਹਿੰਦੇ ਕੋਈ ਨਾ ਲਵੇ ਪਰ ਅਸੀਂ ਤੇ ਲੈ ਰਹੇ ਆ ਨਾ। ਵੀ ਇਹ ਨਹੀਂ ਵੀ ਇਹਦਾ ਬੰਗਾਲ ਚਲੇ ਜਾਓ ਤੁਸੀਂ, ਕਿਤੇ ਵੀ ਕਿੰਨੀ ਵਾਰ ਆਪਾਂ ਜਾਂਦੇ ਆ ਬੰਗਾਲ ਦੀ ਕਿਸੇ ਬੱਸ ਤੇ, ਕਿਸੇ ਦੁਕਾਨ ਤੇ ਕੋਈ ਵੀ ਜਿਹੜੀ ਹੈ ਉਹ ਬੋਰਡ ਬੰਗਾਲੀ ਤੋਂ ਸਿਵਾਏ ਨਹੀਂ ਮਿਲੂਗਾ। ਬਿਲਕੁਲ। ਤੇ ਸਾਡੇ ਮੰਨ ਲਓ ਜੇ ਕਿਸੇ ਨੇ ਹਲਵਾਈ ਦੀ ਦੁਕਾਨ ਵੀ ਖੋਲੀ ਆ ਤੇ ਉਹ ਵੀ ਉੱਥੇ ਉਹ ਪੰਜਾਬੀ 'ਚ ਨਹੀਂ ਲਿਖੂਗਾ, ਉਹ ਅੰਗਰੇਜ਼ੀ 'ਚ ਲਿਖੂਗਾ ਜਾਂ ਹਿੰਦੀ 'ਚ ਲਿਖੂਗਾ ਜਾਂ ਨਾਰਮਲ ਤੋਂ ਨਾਰਮਲ ਦੁਕਾਨ ਜਿਹੜੀ ਹੇਠਲੇ ਪੱਧਰ ਦੇ, ਜਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਜਿੱਥੇ ਨਾਰਮਲ ਸਮਾਨ, ਜਿੱਥੇ ਆਮ ਪੇਂਡੂ ਆਵਾਜਾਈ ਹੈ, ਉੱਥੇ ਵੀ ਜਿਵੇਂ ਮੈਂ ਪਿਛਲੇ ਦਿਨੀ ਕਿਹਾ ਸੀ ਵੀ ਜੇ ਪਿੰਡ 'ਚ ਕਿਸੇ ਨੇ ਘਰ ਪਾਇਆ ਤੇ ਉਹ ਆਪਣੇ ਘਰ ਦੀ ਨੇਮ ਪਲੇਟ ਪੰਜਾਬੀ 'ਚ ਲਿਖਣ ਨੂੰ ਤਰਜੀਹ ਨਹੀਂ ਦੇਊਗਾ। ਹਾਲਾਂਕਿ ਹੋਣਾ ਇਹ ਚਾਹੀਦਾ ਸੀ ਵੀ ਕੈਨੇਡਾ, ਅਮਰੀਕਾ, ਜਰਮਨ, ਜਿੱਥੇ ਵੀ ਕਿਤੇ ਸਾਡੇ ਪੰਜਾਬੀ ਬੈਠੇ ਆ ਤੇ ਜਦੋਂ ਉਹ ਘਰ ਦੀ ਨੇਮ ਪਲੇਟ ਲਾਉਂਦੇ ਤਾਂ ਜ਼ਰੂਰ ਉੱਥੇ ਇੰਗਲਿਸ਼ 'ਚ ਨਾਮ ਉੱਥੇ ਲਿਖ ਦਿੰਦੇ, ਪਰ ਉੱਤੇ ਪੰਜਾਬੀ 'ਚ ਵੱਡਾ ਕਰਕੇ ਲਿਖਦੇ, ਤਾਂ ਕਿ ਜਦੋਂ ਉਸ ਘਰ ਦੇ ਲਾਗੋਂ ਦੀ ਕੋਈ ਲੰਘਦਾ ਤਾਂ ਉਹ ਕਹਿੰਦਾ ਵੀ ਇਹ ਕਿਹੜੀ ਭਾਸ਼ਾ ਹੈ ਜੀ, ਇਹ ਕੀ ਲਿਖਿਆ ਹੋਇਆ ਹੈ। ਤਾਂ ਸ਼ਾਇਦ ਉਸ ਭਾਸ਼ਾ ਨੂੰ ਜਾਣਨ ਬਾਰੇ, ਜਿਵੇਂ ਕੈਨੇਡਾ ਦੀ ਗੱਲ ਕਰ ਲਓ, ਜਦੋਂ ਉੱਥੇ ਵੀ ਵੇਖੀਦਾ ਨਾ, ਜਿਵੇਂ ਉੱਥੇ ਪੰਜਾਬੀ ਨੇ ਜਾਂ ਪਾਕਿਸਤਾਨ ਦੇ ਵੀਰ ਵੀ ਨੇ ਜਾਂ ਹੋਰ ਵੀ ਵੱਖ-ਵੱਖ ਥਾਵਾਂ ਤੋਂ ਲੋਕ ਆਏ ਆ, ਤੇ ਉੱਥੇ ਬਹੁਤ ਜ਼ਿਆਦਾ ਚਾਈਨਾ ਤੋਂ ਆਏ ਹੋਏ ਲੋਕ। ਪਰ ਤੁਸੀਂ ਵੇਖੋਗੇ ਵੀ ਉਹਨਾਂ ਨੇ ਆਪਣੀ ਭਾਸ਼ਾ ਨੂੰ ਉੱਥੇ, ਜੇ ਉਹਨਾਂ ਨੇ ਕੈਨੇਡਾ 'ਚ ਵੀ ਕੋਈ ਦੁਕਾਨ ਖੋਲੀ ਹੈ ਤੇ ਆਪਣੀ ਦੁਕਾਨ ਤੇ ਚਾਈਨਾ ਭਾਸ਼ਾ ਹੀ ਲਿਖੀ ਹੋਈ ਹੈ ਉਹਨਾਂ ਨੇ। ਯਾਨੀ ਕਿ ਜਿਹੜੇ ਬੰਦੇ ਨੂੰ ਇਸ ਗੱਲ ਦਾ ਅਹਿਸਾਸ ਹੈ ਵੀ ਇਹਦੇ ਨਾਲ ਸਾਡੀਆਂ ਕੌਮਾਂ, ਸਾਡੀਆਂ ਵਿਰਾਸਤਾਂ ਖਤਮ ਹੋਣੀਆਂ ਆ, ਉਹ ਉਸ ਭਾਸ਼ਾ ਨੂੰ ਪਿਆਰ ਕਰਦੇ ਆ, ਫਿਰ ਸਾਹਿਤ ਜਿਹੜਾ ਆ ਉਹ ਤੁਹਾਡਾ ਅਲੋਪ ਹੋ ਜਾਣਾ ਤੇ ਤੁਹਾਡੀ ਬਾਣੀ ਤੁਹਾਡੇ ਤੋਂ ਦੂਰ ਚਲੇ ਜਾਣੀ ਹੈ, ਬਾਣੀ ਦੇ ਭਾਵ ਤੁਹਾਡੇ ਤੋਂ ਦੂਰ ਚਲੇ ਜਾਣੇ ਆ। ਸੋ ਇਸ ਲਈ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਬਚਾ ਕੇ ਰੱਖਣਾ ਚਾਹੁੰਦੇ ਆ ਤੇ ਸਾਨੂੰ ਇਸ ਪ੍ਰਤੀ ਬੜੀ ਸੁਹਿਰਦਤਾ ਦੇ ਨਾਲ ਔਰ ਬੜੀ ਏਦਾਂ ਕਹਿ ਲਓ ਤੜਫ ਨਾਲ ਇਹ ਸਾਰੀ ਗੱਲਬਾਤ ਸਾਨੂੰ ਸਮਝਣੀ ਪਊਗੀ। ਅੱਜ ਤੋਂ ਹੀ ਇਹ ਕਮਰ ਕੱਸੇ ਕਰਨੇ ਪੈਣਗੇ ਵੀ ਜਿੱਥੇ ਵੀ ਕਿਤੇ ਸਾਨੂੰ ਜਿਵੇਂ ਕੱਲ ਇੱਕ ਕੈਂਪ ਵਿੱਚ ਅਸੀਂ ਗੱਲ ਕਰਦੇ ਸੀ ਤੇ ਉੱਥੇ ਮੈਂ ਸ਼ਾਬਾਸ਼ੇ, ਤੇ ਮੈਂ ਕਿਹਾ ਵੀ ਹੁਣ ਇਹ ਸ਼ਬਦ ਜਿਹੜਾ ਸ਼ਾਬਾਸ਼ੇ ਹੈ, ਮੈਨੂੰ ਨਹੀਂ ਲੱਗਦਾ ਵੀ ਇਹਦੇ ਜਿਹੜੇ ਅਰਥ ਆ ਨਾਰਮਲ ਸਾਡੇ ਘਰਾਂ 'ਚ। ਤੇ ਉਹ ਫਿਰ ਬੱਚੇ ਨੇ ਇੱਕ ਸਵਾਲ ਕੀਤਾ, ਕਹਿੰਦਾ ਵੀ ਸਾਨੂੰ ਫਿਰ ਇਹਦਾ ਪਤਾ ਕਿੱਦਾਂ ਲੱਗੇ ਵੀ ਇਹ ਸ਼ਬਦ ਜਿਹੜੇ ਸਾਡੇ ਤੋਂ ਅਲੋਪ ਹੋ ਰਹੇ ਆ, ਸਾਡੇ ਤੋਂ ਗਵਾਚ ਰਹੇ ਆ, ਇਹਨਾਂ ਦਾ ਪਤਾ ਕਿਵੇਂ ਲੱਗੇ। ਤੇ ਮੈਂ ਫਿਰ ਉਹਨਾਂ ਨੂੰ ਕਿਹਾ ਵੀ ਇੱਕ ਤਾਂ ਸਾਨੂੰ ਪੰਜਾਬੀ ਸਾਹਿਤ ਪੜ੍ਹਨ ਦੀ ਆਦਤ ਜਿਹੜੀ ਆ ਉਹ ਪਾਉਣੀ ਚਾਹੀਦੀ ਹੈ। ਜਿਵੇਂ ਅੰਗਰੇਜ਼ੀ ਵਾਲੇ ਕਹਿੰਦੇ ਆ ਵੀ ਜੇ ਤੁਸੀਂ ਅੰਗਰੇਜ਼ੀ ਸਿੱਖਣੀ ਹੈ ਤੇ ਘਰ 'ਚ ਅੰਗਰੇਜ਼ੀ ਦੀ ਅਖਬਾਰ ਲਵਾਓ। ਮੈਂ ਕਹਿੰਦਾ ਵੀ ਜੇ ਤੁਸੀਂ ਪੰਜਾਬੀ ਨੂੰ ਜੀਵਤ ਰੱਖਣਾ ਆ ਤੇ ਪੰਜਾਬੀ ਦੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਓ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੀਆਂ ਕਿਤਾਬਾਂ ਆ, ਜੇ ਤੁਸੀਂ ਅੱਜ ਬੱਚਿਆਂ ਦੇ ਸਾਹਮਣੇ ਰੱਖ ਦਿਓ, ਜਿਹਨੂੰ ਚੰਗੀ ਭਲੀ ਪੰਜਾਬੀ ਵੀ ਆਉਂਦੀ ਆ ਨਾ, ਤੇ ਉਹਦੇ ਵਿਚਲੇ ਸ਼ਬਦ ਵੀ ਉਹਨਾਂ ਨੂੰ ਸਮਝ ਨਹੀਂ ਲੱਗਣਗੇ ਵੀ ਇਹਦੇ 'ਚ ਲਿਖਿਆ ਕੀ ਹੈ। ਇਹਦਾ ਮਤਲਬ ਹੋਇਆ ਵੀ ਅਸੀਂ ਉਹ ਚੀਜ਼ਾਂ ਹੌਲੀ ਹੌਲੀ ਸਾਡੇ ਤੋਂ ਅਲੋਪ ਹੋ ਰਹੀਆਂ ਆ, ਗਵਾਚ ਰਹੀਆਂ ਆ। ਫਿਰ ਬਾਣੀ ਵਿਚਲੇ ਸ਼ਬਦ ਜਿਹੜੇ ਆ ਹੁਣ ਉਹ ਤਾਂ ਫਿਰ ਅਲੋਪ ਹੋ ਹੀ ਜਾਣੇ ਆ, ਜਦੋਂ ਉਹਨਾਂ ਬਾਰੇ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਬਿਲਕੁਲ ਵੀ। ਸੋ ਇਸ ਲਈ ਇਹ ਸਾਰਾ ਕੁਝ ਨੁਕਸਾਨ ਹੋਊਗਾ ਸਾਨੂੰ ਇਹਨਾਂ ਚੀਜ਼ਾਂ ਦਾ। ਜਿਵੇਂ ਬਾਣੀ 'ਚ ਗੁਰੂ ਸਾਹਿਬ ਕਹਿੰਦੇ ਆ ਵੀ
ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਜਦੋਂ ਗਵਾਚ ਗਈ ਫਿਰ ਆਪਾਂ ਕਵਾਂਗੇ ਹਾਏ ਸਾਡੀ ਵੀ ਇੱਕ ਭਾਸ਼ਾ ਹੁੰਦੀ ਸੀ। ਅੱਜ ਇਹਨੂੰ ਬਚਾ ਲਈਏ, ਅੱਜ ਇਹਦੇ ਲਈ ਅਸੀਂ ਯਤਨਸ਼ੀਲ ਹੋਈਏ। ਜਿੰਨੀਆਂ ਵੀ ਜਿਵੇਂ ਸ਼੍ਰੋਮਣੀ ਕਮੇਟੀ ਵਰਗੀ ਜਥੇਬੰਦੀ ਹੈ, ਇਹਨੂੰ ਲੱਕ ਬੰਨਣਾ ਚਾਹੀਦਾ ਸੀ ਇਸ ਮਸਲੇ ਵਾਸਤੇ, ਪਰ ਉਹ ਨਹੀਂ ਧਿਆਨ ਦੇ ਪਾ ਰਹੇ। ਜਾਂ ਹੋਰ ਜਿਹੜੀਆਂ ਵੀ ਜਥੇਬੰਦੀਆਂ ਆ, ਸਾਡੀ ਕੌਮ ਦੀ ਬਦਕਿਸਮਤੀ ਹੈ ਵੀ ਅਸੀਂ ਆਪਸ ਵਿੱਚ ਇੰਨਾ ਉਲਝ ਰਹੇ ਹਾਂ ਵੀ ਅਸੀਂ ਇੱਕ ਦੂਜੇ ਦੀਆਂ ਗੱਲਾਂ ਸੁਣ ਕੇ ਇੱਕ ਦੂਜੇ ਦੀਆਂ ਗੱਲਾਂ ਦੇ ਜਵਾਬ ਦੇਣੇ ਤਾਂ ਬਹੁਤ ਛੇਤੀ ਜਾਣਦੇ ਆ, ਪਰ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਗੱਲ ਨਹੀਂ ਹੋ ਰਹੀ, ਉਹਨਾਂ ਤੇ ਗੱਲ ਨਹੀਂ ਹੋ ਰਹੀ। ਜਿਸ ਲਈ ਜਿਵੇਂ ਕੱਲ ਇੱਕ ਚੈਨਲ ਤੇ ਡਿਬੇਟ ਪਰਸੋਂ ਅਸੀਂ ਕਰਦੇ ਸੀ ਤੇ ਮੈਂ ਉੱਥੇ ਕਿਹਾ ਸੀ ਵੀ ਸਾਰੇ ਦੁਨੀਆ ਭਰ ਦੇ ਗੁਰਦੁਆਰਿਆਂ 'ਚ ਪੜ੍ਹਿਆ ਜਾ ਰਿਹਾ ਰਾਜ ਕਰੇਗਾ ਖਾਲਸਾ, ਪਰ ਕਿਸੇ ਸਿੱਖ ਨੂੰ ਕਹੋ ਵੀ ਤੁਸੀਂ ਰਾਜਨੀਤੀ ਬਾਰੇ ਕੀ ਸੋਚਦੇ ਹੋ, ਉਹ ਕਹਿੰਦੇ ਛੱਡੋ ਜੀ ਗੰਦਾ ਕੰਮ ਹੈ, ਆਪਾਂ ਨਹੀਂ ਲੈਂਦੇ ਇਹਦੇ 'ਚ। ਬਿਲਕੁਲ ਬਿਲਕੁਲ, ਮਤਲਬ ਜੇ ਤੁਸੀਂ ਪਾਓਗੇ ਨਹੀਂ ਤਾਂ ਫਿਰ ਤੁਸੀਂ ਬੰਦਾ ਸਿੰਘ ਬਹਾਦਰ ਦਾ ਨਾਂ ਕਿਉਂ ਲੈਂਦੇ ਹੋ? ਨਾ ਕਿ ਲੈਣੇ, ਸਹੀ ਗੱਲ। ਫਿਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਕਿਉਂ ਸੁਣਾਉਂਦੇ ਹੋ ਲੋਕਾਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ? ਜੇ ਤੁਸੀਂ ਚੰਗਾ ਰਾਜ ਸਿਰਜਣ ਬਾਰੇ ਤਿਆਰੀ ਨਹੀਂ ਕਰ ਸਕਦੇ, ਫਿਰ ਇਹ ਕਿਉਂ ਕਹਿੰਦੇ ਆ ਵੀ ਤੁਸੀਂ ਸਾਡਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਤੇ ਕਮਾਲ ਦਾ ਸੀ? ਉਹ ਅਗਲੇ ਕਹਿਣਗੇ ਵੀ ਤੁਸੀਂ ਕੀ ਪਲੈਨਿੰਗ ਕਰ ਰਹੇ ਆ, ਫਿਰ ਬਿਲਕੁਲ ਤੁਸੀਂ ਇਹਦੇ ਲਈ ਕੀ ਸਿਰਜ ਰਹੇ ਆ? ਸੋ ਇਹ ਸਾਰਾ ਕੁਝ ਤਾਂ ਹੀ ਆਊਗਾ ਜੇ ਅਸੀਂ ਆਪਣੀ ਮੁੱਢਲੀ ਗੱਲ ਜਿਹੜੀ ਆ ਉਹ ਬੋਲੀ ਪ੍ਰਤੀ ਜਾਂ ਇਹਨਾਂ ਚੀਜ਼ਾਂ ਪ੍ਰਤੀ ਅਸੀਂ ਜਾਗਰਤ ਹੋਵਾਂਗੇ। ਠੀਕ ਹੈ ਜੀ, ਧੰਨਵਾਦ ਜੀ। ਇਹ ਬੜਾ ਜ਼ਰੂਰੀ ਹੈ, ਜਿਵੇਂ ਤੁਸੀਂ ਗੱਲ ਕੀਤੀ ਕਿ ਗੱਲ ਤਾਂ ਹੋ ਰਹੀ ਹੈ ਰਾਜ ਕਰੇਗਾ ਖਾਲਸਾ, ਹਰ ਗੁਰਦੁਆਰੇ 'ਚ ਪੜ੍ਹਿਆ ਜਾ ਰਿਹਾ, ਤੇ ਜਿੱਥੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਪੜ੍ਹਿਆ ਜਾ ਰਿਹਾ ਤੇ ਉਹਦੇ ਬਾਰੇ ਇਤਰਾਜ਼ ਵੀ ਜ਼ਾਹਰ ਕੀਤੇ ਜਾ ਰਹੇ। ਉਹ ਵੀ ਰਾਜਨੀਤੀ ਹੈ, ਉਹ ਵੀ ਰਾਜਨੀਤੀ ਹੈ, ਭਾਵੇਂ 1857 ਤੋਂ ਬਾਅਦ 'ਚੋਂ ਬੰਦ ਕਰਵਾਇਆ ਸੀ, ਉਹ ਵੀ ਰਾਜਨੀਤੀ ਹੈ। ਉਹ ਵੀ ਗੱਲ ਕਹਿਣੀ ਕਿ ਉੱਥੇ ਨਹੀਂ ਵੇਖੋ ਪੜ੍ਹਨ ਦਿੰਦੇ, ਪਰ ਜਦੋਂ ਰਾਜ ਕਰਨ ਦੀ ਗੱਲ ਆਏਗੀ ਤੇ ਮੈਂ ਅਕਸਰ ਕਈ ਵਾਰ ਹੱਸਦਾ ਹੁੰਦਾ ਕਿ ਗੁਰਦੁਆਰੇ ਤੇ ਜੋੜੇ ਵੀ ਜਿਹੜੇ ਉਹ ਜਮ੍ਹਾਂ ਕਰਾ ਕੇ ਜਾਣਾ ਪੈਂਦਾ ਕਿ ਆਉਂਦੇ ਨੇ ਕੋਈ ਚੁੱਕੇ ਨਾ ਲੈ ਜੇ। ਹੁਣ ਗੱਲ ਉੱਥੇ ਹੀ ਅੰਦਰ ਪੜਿਆ ਜਾ ਰਿਹਾ ਰਾਜ ਕਰੇਗਾ ਖਾਲਸਾ, ਤੇ ਇੱਕ ਪਾਸੇ ਰਾਜ ਜਿਹੜਾ ਵਾਕਿਆ ਹੀ ਸੀ ਮਹਾਰਾਜਾ ਰਣਜੀਤ ਸਿੰਘ ਦਾ, ਕਵਰ ਨੌ ਨਿਹਾਲ ਸਿੰਘ ਦਾ, ਉਸ ਰਾਜ ਦੇ ਵਿੱਚ ਕੁੱਤੇ ਦੇ ਗਲ ਚੋਂ ਕੈਂਠਾ ਨਹੀਂ ਸੀ ਲਾ ਸਕਦਾ। ਬਿਲਕੁਲ ਬਿਲਕੁਲ। ਖੈਰ, ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਆਪਣੀ ਮਾਤ ਭਾਸ਼ਾ ਤੋਂ ਅਲੋਪ ਹੋਵਾਂਗੇ, ਆਪਣੀ ਮਾਂ ਬੋਲੀ ਤੋਂ ਦੂਰ ਹੋਵਾਂਗੇ, ਅਸੀਂ ਆਪਣੀ ਵਿਰਾਸਤ ਦੇ ਨਾਲੋਂ ਟੁੱਟਦੇ ਜਾਵਾਂਗੇ। ਜਿਵੇਂ ਬੜੀ ਪਿਆਰੀ ਗੱਲ, ਭਾਵਨਾ ਦੀ ਗੱਲ ਚੱਲ ਰਹੀ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਕਿ ਇੰਨੀ ਇੰਪੋਰਟੈਂਟ ਹੈ ਜਾਂ ਆਪਣੇ ਆਪ ਦੇ ਵਿੱਚ ਕਿੰਨੀ ਜਿਹੜੀ ਇੰਪੋਰਟੈਂਸ ਰੱਖਦੀ ਹੈ। ਡਾਕਟਰ ਰਘਬੀਰ ਹੋਏ ਨੇ ਆਪਣੇ ਇੱਥੋਂ ਦੇ ਭਾਰਤ ਦੇ, ਤੁਸੀਂ ਤਾਂ ਗੱਲ ਪੜ੍ਹੀ ਹੋਣੀ, ਮੈਂ ਸੰਗਤਾਂ ਲਈ ਦੱਸ ਦੇਵਾਂ। ਡਾਕਟਰ ਰਘਬੀਰ ਹੋਏ ਨੇ ਬੜੇ ਪਿਆਰੇ ਸਾਹਿਤਕਾਰ ਨੇ ਭਾਰਤ ਦੇ, ਤੇ ਉਹ ਅਕਸਰ ਫਰਾਂਸ ਜਾਇਆ ਕਰਦੇ ਸੀ। ਜਦੋਂ ਫਰਾਂਸ ਗਏ ਤੇ ਉੱਥੇ ਸਮਾਂ ਲੱਗਦਾ ਸੀ, ਪੁਰਾਣੀ ਗੱਲ ਹੈ, ਤੇ ਉਦੋਂ ਮੋਬਾਈਲ ਫੋਨ ਜਾਂ ਇਹ ਜਿਹੜੀਆਂ ਵਾਇਰਲੈਸ ਜਾਂ ਸਿਸਟਮ ਨਹੀਂ ਸੀ ਹੁੰਦਾ, ਉਦੋਂ ਲੋਕ ਚਿੱਠੀਆਂ ਪਾਉਂਦੇ ਹੁੰਦੇ ਸੀ। ਤੇ ਉਹ ਕਿਸੇ ਪਰਿਵਾਰ ਦੇ ਵਿੱਚ, ਜਿਹੜਾ ਫਰਾਂਸ ਦਾ ਪਰਿਵਾਰ ਸੀ, ਉਸ ਪਰਿਵਾਰ ਦੇ ਵਿੱਚ ਰਹਿੰਦੇ ਹੁੰਦੇ ਸੀ, ਤੇ ਉੱਥੇ ਬੈਠਿਆਂ ਚਿੱਠੀਆਂ ਪਾਉਂਦੇ ਹੁੰਦੇ ਸੀ। ਉੱਥੇ ਚਿੱਠੀ ਆਈ ਜਿਹੜੇ ਪਰਿਵਾਰ 'ਚ ਰਹਿੰਦੇ ਸੀਗੇ, ਉਹ ਜਦੋਂ ਚਿੱਠੀ ਆਈ ਤੇ ਉਹਨਾਂ ਦੀ ਛੋਟੀ ਜਿਹੀ ਬੱਚੀ ਸੀ 12-13 ਸਾਲ ਦੀ, ਉਹ ਜਿੱਦ ਕਰਨ ਲੱਗੀ ਜੀ ਇਹ ਚਿੱਠੀ ਮੈਂ ਪੜ੍ਹਨੀ ਹੈ। ਤੇ ਉਹ ਡਾਕਟਰ ਰਘਬੀਰ ਕਹਿੰਦੇ ਕਿ ਬੇਟਾ ਤੂੰ ਕਿਉਂ ਪੜ੍ਹਨੀ ਹੈ? ਕਹਿੰਦੀ ਕਿ ਮੈਂ ਜੀ ਤੁਹਾਡੀ ਮਾਤ ਭਾਸ਼ਾ ਵੇਖਣੀ ਹੈ, ਤੁਹਾਡੀ ਮਾਤ ਬੋਲੀ ਵੇਖਣੀ ਹੈ ਕਿ ਤੁਹਾਡੀ ਮਾਤ ਬੋਲੀ ਕਿਹੜੀ ਹੈ। ਤੇ ਮੇਰਾ ਬੜਾ ਦਿਲ ਕਰਦਾ ਹੈ ਕਿ ਜਿਵੇਂ ਅਸੀਂ ਆਪਣੀ ਮਾਤ ਬੋਲੀ ਦੇ ਵਿੱਚ ਲੱਗੇ ਹੋਏ ਹਾਂ, ਤੇ ਮੈਂ ਤੁਹਾਡੀ ਵੀ ਮਾਤ ਬੋਲੀ ਜਿਹੜੀ ਉਹ ਪੜ੍ਹਾਂ। ਮੈਨੂੰ ਚੰਗਾ ਲੱਗਦਾ ਹੈ ਵੱਖੋ ਵੱਖਰੀਆਂ ਮਾਤ ਭਾਸ਼ਾਵਾਂ, ਮਾਤ ਬੋਲੀਆਂ ਪੜ੍ਹਨੀਆਂ। ਤੇ ਕਹਿੰਦਾ ਜਦੋਂ ਮੈਂ ਜੇ ਚਿੱਠੀ ਅੱਜ ਫੜ ਕੇ ਸੋਚ ਰਿਹਾ ਸੀ, ਕਹਿੰਦਾ ਮੈਂ 12 ਸਾਲ ਦੀ ਬੱਚੀ ਦੀ ਇਹ ਗੱਲ ਸੁਣ ਕੇ ਬੜਾ ਹੈਰਾਨ ਜਿਹਾ ਰਹਿ ਗਿਆ। ਤੇ ਕਹਿੰਦਾ ਇੰਨੀ ਦੇਰ ਨੂੰ ਸੋਚਦਿਆਂ ਮੇਰੀ ਉਹ ਹੱਥੋਂ ਚਿੱਠੀ ਖੋ ਕੇ, ਜਿੱਦਾਂ ਬੱਚਿਆਂ ਦੀ ਆਦਤ ਹੁੰਦੀ, ਖੋ ਕੇ, ਤੇ ਜਦੋਂ ਖੋਲੀ ਤੇ ਖੋਲ ਕੇ ਕਹਿੰਦੀ ਲੈ ਅੰਕਲ ਜੀ ਤੁਹਾਡੀ ਤੇ ਕੋਈ ਮਾਂ ਬੋਲੀ ਹੋਈ ਨਹੀਂ ਹੈਗੀ। ਉਹ ਕਿਉਂਕਿ ਉਹ ਭਾਸ਼ਾ ਉਹਦੀ ਮਾਤ ਬੋਲੀ ਦੇ ਵਿੱਚ ਲੈਂਗੁਏਜ ਜਿਹੜੀ ਚਿੱਠੀ ਨਹੀਂ ਸੀ ਲਿਖੀ, ਉਹ 2-3 ਲੈਂਗੁਏਜ ਜਿਵੇਂ ਆਪਾਂ ਵੀ ਮਿਕਸ ਕਰਕੇ ਲਿਖ ਦਿੰਦੇ ਆ, ਤੇ ਉਹਨੇ ਉਹ ਭਾਸ਼ਾ ਕਹਿੰਦੀ ਜੀ ਲੈ ਅੰਕਲ ਜੀ ਤੁਹਾਡੀ ਤੇ ਕੋਈ ਆਪਣੀ ਮਾਂ ਬੋਲੀ ਹੋਈ ਨਹੀਂ ਹੈਗੀ, ਤੁਹਾਡੀ ਤੇ ਆਪਣੀ ਮਾਤ ਭਾਸ਼ਾ ਹੀ ਨਹੀਂ ਹੈਗੀ। ਤੇ ਉਹ ਦੇ ਵਿੱਚ ਲਿਖਿਆ ਕਿ ਮੈਂ ਇਹ ਤਹਈਆ ਕਰ ਲਿਆ ਕਿ ਅੱਜ ਤੋਂ ਬਾਅਦ ਵਿੱਚ ਮੈਂ ਜੋ ਵੀ ਲਿਖਾਂਗਾ ਆਪਣੀ ਮਾਤ ਭਾਸ਼ਾ 'ਚ ਲਿਖਾਂਗਾ, ਜੋ ਵੀ ਪੜ੍ਹਾਂਗਾ ਆਪਣੀ ਮਾਤ ਭਾਸ਼ਾ 'ਚ ਲਿਖਾਂਗਾ। ਜੇ ਕਿਸੇ ਵੀ ਮਜ਼ਹਬ ਦੀ, ਕਿਸੇ ਵੀ ਹੋਰ ਕਿਸੇ ਭਾਸ਼ਾ ਦੀ ਗੱਲ ਚੰਗੀ ਲੱਗੇਗੀ ਤੇ ਉਹਨੂੰ ਉਹਦੇ ਨਾਲ ਆਪਣੀ ਮਾਤ ਭਾਸ਼ਾ ਦੇ ਵਿੱਚ ਜਿਹੜਾ ਆ ਜ਼ਰੂਰ ਤਜਰਬਾ ਜਿਹੜਾ ਕਰਾਂਗਾ। ਸੋ ਬੜਾ ਇੰਪੋਰਟੈਂਟ ਹੋ ਜਾਂਦਾ ਆ। ਜਿਵੇਂ ਪੁਰਾਣੇ ਸਮੇਂ 'ਚ ਚਿੱਠੀਆਂ ਲਿਖਦੇ ਸੀ, ਉਦੋਂ ਬੜੇ ਪਿਆਰੇ ਉੱਤੇ ਜਿਹੜੇ ਬੋਲ ਹੋਇਆ ਕਰਦੇ ਸੀ, ਲਿਖ ਤੁਮ ਸਰਦਾਰ ਫਲਾਨਾ ਸਿੰਘ ਜੀ, ਅੱਗੇ ਮਿਲੇ ਸਤਿਕਾਰਯੋਗ ਜੋ ਵੀ ਹੈ, ਹੈਨਾ। ਤੇ ਉਹ ਇਸ ਤਰੀਕੇ ਦੇ ਨਾਲ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰਾ ਪਰਿਵਾਰ ਖੁਸ਼ ਆਨੰਦ ਹੋਵੋਗੇ। ਮਤਲਬ ਬੜੀ ਭਾਵਨਾਵਾਂ ਜਿਹੜੀ ਆ ਉਹ ਜ਼ਾਹਰ ਕੀਤੀ ਜਾਂਦੀ ਸੀ। ਅੱਜ ਟੈਲੀਫੋਨ ਦਾ ਸਮਾਂ ਆ ਗਿਆ ਤੇ ਹੈਲੋ ਤੇ ਗੱਲ ਮੁੱਕ ਗਈ। ਤੇ ਮੈਂ ਇਹ ਨਹੀਂ ਕਹਿੰਦਾ ਕਿ ਇਹ ਸਾਨੂੰ ਟੈਕਨੀਕ ਦੀ ਜਿਹੜੀ ਹੈ ਵਰਤੋਂ ਨਹੀਂ ਕਰਨੀ ਚਾਹੀਦੀ, ਅਸੀਂ ਵੀ ਜਿਹੜੀ ਟੈਕਨੋਲੋਜੀ ਹੈ ਉਹਨੂੰ ਯੂਜ਼ ਕਰਦੇ ਹਾਂ, ਬਟ ਕਿਤੇ ਨਾ ਕਿਤੇ ਫਿਰ ਵੀ ਸਾਨੂੰ ਆਪਣੀ ਉਸ ਭਾਸ਼ਾ ਦੇ ਨਾਲ, ਉਸ ਭਾਵਨਾ ਦੇ ਨਾਲ ਜਿਹੜਾ ਆ ਉਹ ਸਾਰੇ ਸਦਾ ਜੁੜੇ ਰਹਿਣਾ ਚਾਹੀਦਾ ਹੈ। ਵੀ ਜੀ ਇੱਕ ਹੋਰ ਜਿਹੜਾ ਆ ਮੈਂ ਕੰਪੈਰੀਜ਼ਨ ਪੁੱਛਣਾ ਚਾਹਾਂਗਾ, ਵੈਸੇ ਤੁਸੀਂ ਅੱਗੇ ਵੀ ਮਾੜੀ ਜੀ ਗੱਲ ਕੋਡ ਕਰ ਗਏ ਸੀਗੇ
ਕਿ ਇੱਥੇ ਮਾਤ ਭਾਸ਼ਾ ਤੋਂ ਦੂਰ ਕਰਨ ਦੇ ਵਿੱਚ ਸਕੂਲਾਂ ਦਾ ਜਿਹੜਾ ਆ ਜਾਂ ਕਾਲਜਸ ਦਾ ਜਿਹੜਾ ਆ ਉਹ ਕਿੰਨਾ ਕੁ ਰੋਲ ਹੈ? ਬਹੁਤ ਵੱਡਾ ਰੋਲ ਹੈ ਮਲਕੀਤ ਸਿੰਘ ਜੀ। ਜਿਵੇਂ ਨਾ ਆਮ ਮੈਂ ਪਿਛਲੇ ਦਿਨੀ ਵੀ ਇਹ ਗੱਲ ਕੀਤੀ ਹੈ ਵੀ ਉਹਨਾਂ ਦਾ ਐਡਾ ਵੱਡਾ ਰੋਲ ਹੈ ਵੀ ਉਹ ਅੰਗਰੇਜ਼ੀ ਤਾਂ ਠੀਕ ਆ, ਆਪਾਂ ਇਸ ਗੱਲ ਤੋਂ ਕੋਈ ਵੀ ਜਿਹੜਾ ਆ ਉਹ ਬਾਗੀ ਨਹੀਂ ਹੁੰਦਾ ਜਾਂ ਆਪਾਂ ਇਹਨੂੰ ਨਹੀਂ ਕਹਿੰਦੇ, ਪਰ ਗੱਲ ਇਹ ਆ ਵੀ ਪੰਜਾਬ ਵਿੱਚ ਸਕੂਲ ਹੋਵੇ ਤੇ ਪੰਜਾਬ ਦੇ ਬੱਚੇ ਤੇ ਪੰਜਾਬ ਦੇ ਟੀਚਰਸ ਜਿਹੜੇ ਆ ਉਹ ਹਿੰਦੀ 'ਚ ਗੱਲ ਕਰ ਰਹੇ ਆ, ਅਧਿਆਪਕ ਜਿਹੜੇ ਆ ਉਹ ਹਿੰਦੀ 'ਚ ਗੱਲ ਕਰ ਰਹੇ ਆ। ਸੋ ਇਹਦਾ ਮਤਲਬ ਸਿੱਧਾ ਜਿਹਾ ਇਹ ਹੈ ਵੀ ਜਦੋਂ ਅੰਗਰੇਜ਼ੀ ਤੇ ਹਿੰਦੀ ਨੂੰ ਅਹਿਮੀਅਤ ਦਿੱਤੀ ਜਾਊਗੀ ਔਰ ਇਹ ਪ੍ਰੋਪੋਗੰਡਾ ਸਕੂਲਾਂ ਦੇ ਰਾਹੀਂ ਤੇ ਜਿਹੜਾ ਬੰਦਾ ਪੰਜਾਬੀ ਬੋਲੂਗਾ ਨਾ ਉਹ ਸਕੂਲਾਂ ਵਿੱਚੋਂ ਕਾਲਜਾਂ ਵਿੱਚੋਂ ਜਿਹੜੇ ਬੱਚੇ ਨਿਕਲਣਗੇ ਉਹਨਾਂ ਵਾਸਤੇ ਉਹ ਬੰਦੇ ਬੜੇ ਅਨਪੜ੍ਹ ਜੇ ਜਾਂ ਉਹਨਾਂ ਨੂੰ ਗਵਾਰ ਸਾਬਤ ਕਰ ਦੇਣਗੇ ਵੀ ਇਹ ਤਾਂ ਬੋਲੀ ਨਹੀਂ ਬੋਲੀ ਗਈ ਸਾਡੇ ਨਾਲ। ਜਿਵੇਂ ਬੱਚੀ ਦੀ ਗੱਲ ਕਰਦੇ ਸੀ ਆਪਾਂ ਵੀ ਉਹ ਹੁਣ ਕਹਿਣਗੇ ਵੀ ਸਾਨੂੰ ਜਾਂ ਤਾਂ ਅੰਗਰੇਜ਼ੀ ਬੋਲੀ ਜਾਂਦੀ ਸੀ ਜਾਂ ਸਾਡੇ ਨਾਲ ਹਿੰਦੀ 'ਚ ਗੱਲ ਹੁੰਦੀ ਸੀ। ਇਹ ਜਿਹੜੀ ਭਾਸ਼ਾ ਆ ਜਾਂ ਇਹ ਜਿਹੜੇ ਸ਼ਬਦ ਆ ਵੀ ਇਹ ਕਿੱਥੋਂ ਆ ਗਏ, ਇਹ ਕੌਣ ਲੋਕ ਨੇ, ਜਾਂ ਇਦਾਂ ਦੀ ਬੋਲੀ ਜਿਹੜੀ ਆ ਵੀ ਕਿੱਥੋਂ ਅਸੀਂ ਹੁਣ ਜਿਵੇਂ ਅਸੀਂ ਸਿੰਪਲ ਗੱਲ ਵੀ ਇਦਾਂ ਸਮਝ ਲਈਏ, ਜੂੜਾ ਜਾਊਗਾ ਤੇ ਸਾਡੀ ਸਿੱਖੀ ਲਿਬਾਸ ਜਾਊਗਾ, ਊੜਾ ਜਾਊਗਾ ਤੇ ਸਾਡੇ ਅੰਦਰ ਦੀਆਂ ਭਾਵਨਾਵਾਂ ਜਾਣਗੀਆਂ। ਜਦੋਂ ਅਸੀਂ ਊੜਾ ਤੇ ਜੂੜੇ ਦੀ ਗੱਲ ਕਰਦੇ ਆਂ ਵੀ ਇਹਨਾਂ ਦੋਵਾਂ ਚੀਜ਼ਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਬਣ ਜਾਂਦਾ ਤੇ ਉਹਦੇ ਵਿੱਚ ਵੱਡਾ ਯੋਗਦਾਨ ਜਿਹੜਾ ਆ ਉਹ ਸਕੂਲਾਂ ਨੇ, ਕਾਲਜਾਂ ਨੇ ਜਾਂ ਸਾਡੇ ਜਿੰਨੇ ਵੀ ਜਿਹੜੇ ਅਦਾਰੇ ਜਿੱਥੋਂ ਅਸੀਂ ਐਜੂਕੇਸ਼ਨ ਲੈਣੀ ਹੈ, ਜਿੱਥੋਂ ਸਾਡਾ ਬੇਸ ਬਣਨਾ ਆ, ਉਹਨਾਂ ਸਾਰੇ ਅਦਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਗੱਲ ਵਿੱਚ, ਸਾਡੇ ਬੱਚਿਆਂ ਦੇ ਦਿਮਾਗ ਵਿੱਚੋਂ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਮਾਗ ਵਿੱਚੋਂ ਇਸ ਭਾਸ਼ਾ ਨੂੰ ਕੱਢ ਦੇਣਾ। ਤਾਂ ਹੀ ਤੇ ਗਿਆਨੀ ਦਿੱਤ ਸਿੰਘ ਹੋਣਾ ਨੇ ਜਾਂ ਗੁਰਮੁਖ ਸਿੰਘ ਹੋਣਾ ਨੇ ਮਤਲਬ ਜਦੋਂ ਐਜੂਕੇਸ਼ਨ ਦੀ ਗੱਲ ਉਹ ਖੈਰ ਲੰਬੀ ਹੋ ਜਾਣੀ ਹੈ ਵੀ ਉਹ ਵੇਂਦੇ ਵੀ ਸਾਡੇ ਬੱਚੇ ਜਦੋਂ ਉਹਨਾਂ ਸਕੂਲਾਂ 'ਚ ਪੜ੍ਹਨ ਜਾਂਦੇ ਆ ਤੇ ਜਿੱਥੇ ਉਹਨਾਂ ਨੂੰ ਕੇਸਾਂ ਪ੍ਰਤੀ, ਭਾਸ਼ਾ ਪ੍ਰਤੀ ਉਹਨਾਂ ਦੇ ਅੰਦਰ ਹੀਨ ਭਾਵਨਾ ਪੈਦਾ ਕੀਤੀ ਜਾਂਦੀ, ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਤੋਂ ਜਿਹੜਾ ਆ ਉਹ ਅਣਜਾਣ ਰੱਖਿਆ ਜਾਂਦਾ ਤੇ ਉਸ ਵੇਲੇ ਉਹ ਪ੍ਰਣ ਕਰਦੇ ਆ ਵੀ ਸਾਨੂੰ ਆਪਣੇ ਕਾਲਜ ਬਣਾਉਣੇ ਚਾਹੀਦੇ ਆ, ਸਾਨੂੰ ਆਪਣਾ ਅਖਬਾਰ ਕੱਢਣਾ ਚਾਹੀਦਾ ਆ ਤਾਂ ਕਿ ਅਸੀਂ ਆਪਣੀ ਗੱਲ ਕਰ ਸਕੀਏ। ਉਹ ਗੱਲ ਫਿਰ ਉਹ ਹੋਣੀ ਹੈ ਵੀ ਜਦੋਂ ਅਸੀਂ ਸਿਰਫ ਤੇ ਸਿਰਫ ਗੱਲ ਕਰਾਂਗੇ, ਸਿਰਫ ਤੇ ਸਿਰਫ ਇੱਕ ਸਟੇਟਮੈਂਟ ਦੇਣ ਤੱਕ ਰੱਖਾਂਗੇ, ਅਸੀਂ ਗਰਾਊਂਡ ਤੇ ਕੁਝ ਕਰਨ ਦੀ ਤਿਆਰੀ ਨਹੀਂ ਕਰਾਂਗੇ ਜਾਂ ਅਸੀਂ ਇਹ ਨਹੀਂ ਸੋਚਾਂਗੇ ਵੀ ਇਹਦੇ ਆਉਣ ਵਾਲੇ 30 40 100 ਸਾਲ ਬਾਅਦ ਤੱਕ ਨੁਕਸਾਨ ਕੀ ਹੋ ਸਕਦੇ ਆ, ਫਿਰ ਉਸ ਨੁਕਸਾਨ ਨੂੰ ਹੋਣ ਨਾ ਦਿੱਤਾ ਜਾਏ, ਉਹਦੇ ਲਈ ਅੱਜ ਅਸੀਂ ਕਮਰ ਕੱਸੇ ਕਰੀਏ। ਗਿਆਨੀ ਦਿੱਤ ਸਿੰਘ ਹੋਣਾ ਦੀ ਜਦੋਂ ਗੱਲ ਚੱਲਦੀ ਹੈ ਤਾਂ ਇਹ ਥੋੜੀ ਵੀ ਕੋਈ ਬਹੁਤ ਜ਼ਿਆਦਾ ਧਨਾੜ ਸੀ। ਅੱਜ ਕਿਸੇ ਨੂੰ ਕਹੋ ਵੀ ਅਖਬਾਰ ਕੱਢਣੀ, ਅਗਲਾ ਕਹਿੰਦਾ ਲੈ ਇਹ ਸੌਖਾ ਕੰਮ ਪਿਆ ਕਿਤੇ। ਤੇ ਜਿਹੜੇ ਦਿੱਤ ਸਿੰਘ ਜੀ ਨੇ ਵੀ ਉਹ ਕਿਤੇ ਬਹੁਤ ਜ਼ਿਆਦਾ ਧਨਾੜ ਥੋੜੀ ਸੀ ਕਿ ਉਹਨਾਂ ਨੇ ਕਿਹਾ ਹੋਣਾ ਵੀ ਮੇਰੇ ਵਾਸਤੇ ਕਿੱਡਾ ਵੱਡਾ ਕੰਮ ਹੈ, ਸਵੇਰੇ ਹੀ ਆਪਾਂ ਕੱਢ ਦਿੰਦੇ ਆ। ਭਾਵ ਕਿ ਜਦੋਂ ਤੁਸੀਂ ਕੁਝ ਕਰਨਾ ਚਾਹੁੰਦੇ ਆ ਤਾਂ ਪਹਿਲਾਂ ਤੁਸੀਂ ਇਹ ਅੱਜ ਦਾ ਜਿਹੜਾ ਦੌਰ ਹੈ ਨਾ ਉਹ ਦੌਰ ਇਹ ਹੈ ਵੀ ਮੈਂ ਕੀ ਕਰ ਸਕਦਾ, ਮੇਰੇ ਕੀ ਵੱਸ ਹੈ। ਤੇ ਅੱਛਾ ਜਦੋਂ ਸੁਣਾਉਣ ਲੱਗਣਗੇ ਨਾ ਫਿਰ ਆਪਾਂ ਕਵਾਂਗੇ 18 ਸਾਲ ਦੇ ਮਹਾਰਾਜਾ ਰਣਜੀਤ ਸਿੰਘ ਨੇ ਦੁਨੀਆ ਤੇ ਰਾਜ ਕਰ ਲਿਆ, ਹਨਾ। ਮੇਰੇ ਵਰਗਾ ਘਾਲਣਾ ਜਿਹੜੀ ਹੈ, ਭਾਵਨਾ ਜਿਹੜੀ ਹੈ ਉਹ ਨਹੀਂ ਦੇਖਣਗੇ ਵੀ ਉਹਦੇ ਚ ਫਿਰ ਜਦੋਂ ਉਹ ਕਰ ਸਕਦੇ ਆ 18 ਸਾਲਾਂ, ਜਦੋਂ ਅਸੀਂ ਕਹਾਂਗੇ ਵੀ 7 ਸਾਲ ਦੇ ਫਤਿਹ ਸਿੰਘ ਨੇ ਮੁਗਲ ਹਕੂਮਤ ਦੀਆਂ ਨੀਹਾਂ ਹਿਲਾ ਕੇ ਰੱਖਦੀਆਂ, ਉਹ ਮੇਰੇ ਵਰਗਾ ਬੰਦਾ ਕਹਿੰਦਾ ਵੀ ਮੁਗਲ ਹਕੂਮਤ ਦੀਆਂ ਨੀਹਾਂ ਹਿਲਾ ਕੇ ਰੱਖਦੀਆਂ। ਤੇ ਜੇ ਕੋਈ ਮੈਨੂੰ ਸਵਾਲ ਕਰੇ ਵੀ ਤੁਸੀਂ ਵੀ ਕੁਝ ਕਰ ਲਓ ਫਿਰ ਵੀ ਤੁਸੀਂ ਵੀ ਗਰਾਊਂਡ ਲੈਵਲ ਤੇ ਇਦਾਂ ਦੀ ਕੋਈ ਤਿਆਰੀ ਜਿਹੜੀ ਆ ਉਹ ਕਰੋ। ਸੋ ਉਹ ਤਾਂ ਹੀ ਹੋ ਸਕਦਾ ਵਾ ਜੇ ਆਪਾਂ ਇਹ ਜਿੱਥੋਂ ਇਹਨੂੰ ਢਾਹ ਲੱਗ ਰਹੀ ਹੈ ਸਾਨੂੰ ਪਹਿਲਾਂ ਇਹਦਾ ਪਤਾ ਲੱਗੇ ਤੇ ਇਸ ਢਾਹ ਤੋਂ ਬਚਣ ਵਾਸਤੇ ਅਸੀਂ ਨਵੀਂ ਜਿਹੜੀ ਤਿਆਰੀ ਹੈ ਜਾਂ ਅਸੀਂ ਨਵਾਂ ਜਿਹੜਾ ਫੀਲਡ 'ਚ ਆ ਕੁਝ ਕਰਨ ਬਾਰੇ ਤੁਰੀਏ, ਇਹ ਸਾਨੂੰ ਜਿਹੜੇ ਆ ਉਪਰਾਲੇ ਕਰਨੇ ਪੈਣਗੇ ਔਰ ਸਾਨੂੰ ਇਹਦੇ ਤੋਂ ਸੁਚੇਤ ਹੋਣਾ ਪੈਣਾ। ਕਿਉਂਕਿ ਬਹੁਤੇ ਸਕੂਲਾਂ ਦੀ ਵੀ ਇਹ ਜਿਹੜੀ ਆ ਸਮੱਸਿਆ, ਅਸੀਂ ਆ ਸਕੂਲ ਦੇ ਵਿੱਚ ਪੰਜਾਬੀ 'ਚ ਜਦੋਂ ਅਸੀਂ ਬੋਰਡ ਲਗਾਏ ਤੇ ਪੰਜਾਬੀ 'ਚ ਲਿਖਿਆ, ਇੱਕ ਬੜੇ ਪਿਆਰੇ ਵੀਰ ਨੇ ਯੂਨੀਵਰਸਿਟੀ 'ਚ ਉਹ ਜੌਬ ਕਰਦੇ ਨੇ ਤੇ ਉਹ ਆਏ ਤੇ ਆ ਕੇ ਵੇਖ ਕੇ ਬੜੇ ਹੈਰਾਨ ਹੋਏ ਤੇ ਅਸੀਂ ਬਾਹਰ ਖੜੇ ਸੀ ਤੇ ਮੈਨੂੰ ਕਹਿੰਦੇ ਇਹ ਸਕੂਲ ਨਵਾਂ ਹੈ। ਮੈਂ ਕਿਹਾ ਹਾਂਜੀ ਇਹ ਨਵਾਂ ਆ। ਤੇ ਕਹਿੰਦਾ ਫਿਰ ਉਸ ਵੇਲੇ ਹੱਥ ਮਿਲਾ ਕੇ ਕਹਿੰਦਾ ਯਾਰ ਬੜੀ ਖੁਸ਼ੀ ਹੋਈ, ਕਹਿੰਦਾ ਨਹੀਂ ਤੇ ਨਵੇਂ ਸਕੂਲਾਂ ਦੇ ਵਿੱਚ ਲੋਕ ਪੰਜਾਬੀ ਦਾ ਤੇ ਬੋਲਦੇ ਨਹੀਂ ਗੇ ਤੇ ਇੱਥੇ ਜਿਹੜੇ ਆ ਬੋਰਡ ਜਿਹੜੇ ਲੱਗੇ ਹੋਏ ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਵਾਕਈ ਇੱਥੋਂ ਦਾ ਜਿਹੜਾ ਪ੍ਰਬੰਧਕੀ ਢਾਂਚਾ ਆ
ਤੇ ਉਹ ਵਧਾਈ ਦਾ ਪਾਤਰ ਹੈ। ਇਹਦੇ ਸਕੂਲਾਂ ਦੇ ਵਿੱਚ ਇਦਾਂ ਲੱਗਦਾ ਹੈ ਕਿ ਪੰਜਾਬੀ 'ਚ ਕੁਝ ਬੋਰਡ ਨਾ ਲਿਖੋ ਜਾਂ ਅੰਗਰੇਜ਼ੀ 'ਚ ਲਿਖੋ ਜਾਂ ਹਿੰਦੀ ਦੇ ਵਿੱਚ ਲਿਖੋ, ਇਹਦਾ ਮਤਲਬ ਗਾਇਬ ਕੀਤਾ ਜਾ ਰਿਹਾ। ਹੋਰ ਵੇਖੋ ਭਾਈ ਸਾਹਿਬ, ਤੁਸੀਂ ਅੱਗੇ ਵੀ ਕਈ ਵਾਰ ਗੱਲ ਕਰਦੇ ਹੁੰਦੇ ਆ ਕਿ ਜਿਹੜੇ ਕਾਇਤੇ ਨੇ ਸਾਡੇ ਪੜ੍ਹਨ ਵਾਲੇ, ਉਹਦੇ ਵਿੱਚ ਊੜਾ ਊਠ ਆ ਗਿਆ, ਈਵਨ ਕਿ ਪੰਜਾਬੀ ਦਾ ਸ਼ਬਦ ਬੋਤਾ ਆ ਉੱਥੇ, ਬੋਤਾ ਆ, ਤੇ ਮੰਮਾ ਮੁਰਗਾ ਆ ਗਿਆ, ਤੇ ਉਹ ਐਕਚੁਅਲੀ ਪੰਜਾਬੀ ਦਾ ਸ਼ਬਦ ਹੈਗਾ ਕੁੱਕੜ ਹੈ। ਧੱਦਾ ਧਨੁਸ਼ ਆ ਗਿਆ, ਉਹ ਧੱਦਾ ਧਨੁਸ਼ ਨਹੀਂ ਹੈ, ਅਸਲ 'ਚ ਤੀਰ ਕਮਾਨ ਹੈਗਾ। ਮਤਲਬ ਇਸ ਤਰੀਕੇ ਨਾਲ ਅਸੀਂ ਜਿਹੜੀ ਭਾਸ਼ਾ ਸੀ ਨਾ ਆਪਣੀ, ਅਸੀਂ ਉਹਨੂੰ ਕਿਤੇ ਨਾ ਕਿਤੇ ਇਸ ਪਾਸੇ ਨਾਲ ਲੈ ਗਏ ਕਿ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੀ ਹੁਣ ਨੱਲਾ ਨਾਲ ਕਰਦਾ, ਨੰਨਾ ਲੱਲਾ ਨਾਲ। ਦੇਖੋ ਪੜ੍ਹਾਈ ਪੰਜਾਬੀ ਜਾ ਰਹੀ ਹੈ ਤੇ ਸੁਰਤ ਵਿੱਚ ਹਿੰਦੀ ਪਾਈ ਜਾ ਰਹੀ। ਨਲ ਜਿਹੜਾ ਸ਼ਬਦ ਹੈ ਉਹ ਹਿੰਦੀ ਦਾ ਸ਼ਬਦ ਹੈ, ਪੰਜਾਬੀ ਦਾ ਸ਼ਬਦ ਨਲਕਾ ਹੈਗਾ। ਤੇ ਇਹ ਇਦਾਂ ਦੀਆਂ ਬੜੀਆਂ ਜਿਹੜੀਆਂ ਨੇ ਘਟਨਾਵਾਂ ਨੇ, ਉਹ ਸਾਨੂੰ ਸਮਝਣ ਦੀ ਜਿਹੜੀ ਲੋੜ ਹੈ, ਉਹਨੂੰ ਜਿਹੜੀ ਵਿਚਾਰਨ ਦੀ ਲੋੜ ਹੈ। ਹੁਣ ਘੱਗਾ ਘਰ ਆ ਗਿਆ, ਹੁਣ ਚਲੋ ਠੀਕ ਹੈ, ਘਰ ਵੀ ਸ਼ਬਦ ਵਰਤਿਆ ਜਾਂਦਾ, ਪਰ ਐਕਚੁਅਲ ਪੁਰਾਣੇ ਕਾਇਦਿਆਂ ਦੇ ਵਿੱਚ ਵੇਖੋ ਤੇ ਉੱਥੇ ਘਰ ਸ਼ਬਦ ਹਿੰਦੀ ਦਾ ਵੀ ਹੈ ਤੇ ਪੰਜਾਬੀ ਦਾ ਵੀ ਹੈ। ਪਰ ਦੂਸਰੇ ਪਾਸੇ ਜਿਹੜਾ ਪੁਰਾਣੇ ਕਾਇਦਿਆਂ ਦੇ ਵਿੱਚ ਜਿਹੜਾ ਪੰਜਾਬੀ ਦਾ ਸ਼ਬਦ ਘੱਗਾ ਸੀ, ਉਹ ਘੜਾ ਵਰਤਿਆ ਜਾਂਦਾ ਤਾਂ ਕਿ ਬੱਚੇ ਨੂੰ ਉਹ ਬੋਲਣ ਲੱਗਿਆ ਉਹਦੀ ਜ਼ੁਬਾਨ ਦੇ ਵਿੱਚ ਵਜਨ ਆਵੇ। ਤੇ ਅਕਸਰ ਮੈਂ ਇਹ ਗੱਲ ਕਰਦਾ ਹੁੰਦਾ ਹੈ ਕਿ ਜਿਹੜੇ ਅੰਗਰੇਜ਼ੀ ਦੇ ਅੱਖਰ ਨੇ ਉਹ ਸਿਰਫ 26 ਨੇ। ਹੁਣ ਮੇਰਾ ਅੱਖਰਾਂ ਦਾ ਕੰਪੈਰੀਜ਼ਨ ਜਿਹੜਾ ਆ ਉਹ ਇਸ ਤਰੀਕੇ ਨਾਲ ਨਹੀਂ ਹੈ ਕਿ ਮੈਂ ਉਹਨੂੰ ਜਿਹੜਾ ਆ ਨੀਵਾਂ ਕਰ ਰਿਹਾ। ਮੇਰੇ ਕਹਿਣ ਦਾ ਮਕਸਦ ਸਿਰਫ ਤੇ ਸਿਰਫ ਇੰਨਾ ਆ ਕਿ ਇੱਕ ਪਾਸੇ 26 ਅੱਖਰਾਂ ਦਾ ਤੁਸੀਂ ਜੋੜ ਤੋੜ ਕਰਨਾ, ਇੱਕ ਪਾਸੇ 42 ਅੱਖਰਾਂ ਦਾ ਤੁਸੀਂ ਜੋੜ ਤੋੜ ਕਰਨਾ। ਤੇ ਜਦੋਂ ਗੁਰਬਾਣੀ ਦੇ ਮੁਤਾਬਕ ਜਾਵਾਂਗੇ ਤੇ ਉਹ ਅੱਖਰ ਅੱਗੇ ਜਾ ਕੇ 52 ਵੀ ਹੋ ਜਾਂਦੇ, 52 ਵੀ ਬਣਦੇ, 52 ਅੱਖਰੀ ਜਿਹੜੀ ਆ ਜਾਂਦੀ ਹੈ। ਤੇ ਨਾਲ ਉਹਦੇ ਵੱਖਰੀਆਂ ਮਾਤਰਾਵਾਂ ਨੇ। ਹੁਣ ਅੰਗਰੇਜ਼ੀ ਦੇ ਵਿੱਚ ਮਾਤਰਾਵਾਂ ਕੋਈ ਨਹੀਂ ਹੈਗੀਆਂ, ਉਹ ਸਿਰਫ 5 ਵਾਵਲਸ ਲਿਖੇ ਹੋਏ ਨੇ, AEIOU, ਤੇ ਉਹਦੇ ਨਾਲ ਜਿਹੜੇ 26 ਅੱਖਰਾਂ ਦੇ ਵਿੱਚੋਂ ਕੱਢੋ, ਜੇ ਵਾਵਲਸ ਕੱਢ ਦੋ ਤੇ 21 ਅੱਖਰ ਬਚ ਜਾਂਦੇ ਨੇ। ਦੂਸਰੇ ਪਾਸੇ ਇੱਕ ਭਾਸ਼ਾ ਦਾ ਭੰਡਾਰ ਹੈ ਤੁਹਾਡੇ ਕੋਲ, ਡਬਲ ਜਿਹੜੇ ਅੱਖਰ ਨੇ, ਤੇ ਜਿੰਨੇ ਭਾਸ਼ਾਵਾਂ ਦੇ ਅੱਖਰ ਜ਼ਿਆਦਾ ਹੋਣਗੇ ਉਨੀ ਉਸ ਭਾਸ਼ਾ ਹੋਏਗੀ। ਤੇ ਉਹਦੇ ਵਿੱਚ ਇੱਕ ਚੀਜ਼ ਹੋਰ ਵੇਖਣ ਵਾਲੀ ਹੈ ਕਿ ਮੰਨ ਲਓ ਹੁਣ ਤੁਸੀਂ ਅੰਗਰੇਜ਼ੀ ਦੇ ਵਿੱਚ ਕਿ ਪੰਜਾਬੀ ਭਾਸ਼ਾ ਮੁਕੰਮਲ ਕਿਵੇਂ ਹੈ, ਮੈਂ ਇਹਦੀ ਗੱਲ ਕਰ ਰਿਹਾ। ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਅਸੀਂ ਜੇ ਅੰਗਰੇਜ਼ੀ ਪੜ੍ਹਾਵਾਂਗੇ ਤੇ ਪਿੱਛੇ ਰਹਿ ਜਾਵਾਂਗੇ। ਹੁਣ ਵੇਖਣਾ ਜਦੋਂ ਅਸੀਂ ਤੇ ਅੰਗਰੇਜ਼ੀ ਦੇ ਵਿੱਚ ਕਰੈਕਟਰ ਲਿਖਣਾ ਨਾ, ਸਾਨੂੰ 2 ਅੱਖਰਾਂ ਦੀ ਜ਼ਰੂਰਤ ਪੈਣੀ ਹੈ, CH ਦੀ। ਤੇ ਕਿਤੇ ਨਾ ਕਿਤੇ CH ਜਿਹੜਾ ਆ ਉਹ ਕਰੈਕਟਰ ਕਾ ਦੀ ਆਵਾਜ਼ ਦਿੰਦਾ ਹੈ, ਤੇ ਕਿਤੇ ਨਾ ਕਿਤੇ CH ਜਿਹੜਾ ਉਹ ਚੈਪਟਰ ਚਾ ਦੀ ਆਵਾਜ਼ ਦਿੰਦਾ। ਇਹਦਾ ਮਤਲਬ ਦੋਦਾ ਆ ਕਿਤੇ ਨਾ ਕਿਤੇ। ਇਹਦਾ ਮਤਲਬ ਉਹ ਅੱਖਰਾਂ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਪ੍ਰੋਪਰ ਤੌਰ ਦੇ ਉੱਤੇ ਅਜੇ ਨਹੀਂ ਇਜਾਦ ਕੀਤੀ ਜਾ ਸਕੀ। ਤੇ ਪੰਜਾਬੀ ਦੇ ਵਿੱਚ ਸਾਰੇ ਅੱਖਰ ਵੱਖਰੇ ਨੇ। ਅੱਖਰਾਂ ਵਜੋਂ ਜੇ ਕਹਿ ਲਓ ਵੀ ਜਿਹੜੀ ਅਮੀਰੀ ਪੰਜਾਬੀ ਕੋਲ ਹੈ, ਉਹ ਕਿਸੇ ਭਾਸ਼ਾ, ਉਹ ਹੋਰ ਕਿਸੇ ਭਾਸ਼ਾ ਵਿੱਚ ਨਹੀਂ ਹੈ। ਜੇ ਆਪਾਂ ਇਹਨੂੰ ਸੌਖੇ ਸ਼ਬਦਾਂ 'ਚ ਕਹਿਣਾ ਹੋਵੇ ਵੀ ਜਿਹੜਾ ਖਜ਼ਾਨਾ, ਮੈਂ ਕੱਲ ਵੀ ਜ਼ਿਕਰ ਕੀਤਾ ਵੀ ਸੋਹਣ ਸਿੰਘ ਸੀਤਲ ਜਿਹੜੇ ਢਾਡੀਆਂ ਦੇ ਬੋਰਡ ਹੋਇਆ, ਬੜਾ ਕਮਾਲ ਦਾ ਸਾਹਿਤ ਉਹਨਾਂ ਲਿਖਿਆ। ਉਹ ਕਹਿੰਦੇ ਵੀ ਪੰਜਾਬੀ ਭਾਸ਼ਾ ਵਾਹਿਦ ਦੁਨੀਆ 'ਚ ਇੱਕ ਐਸੀ ਭਾਸ਼ਾ ਹੈ ਜਿਹਨੂੰ ਹਮੇਸ਼ਾ ਲਿਤਾੜਿਆਗਾ ਪਰ ਫਿਰ ਵੀ ਜਿੰਦੀ ਹੈ। ਇਹਨੂੰ ਹਮੇਸ਼ਾ ਪਿੱਛੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਉਹਦਾ ਕਾਰਨ ਇੱਕੋ ਹੀ ਹੈ ਵੀ ਉਹ ਅਮੀਰੀ ਇੰਨੀ ਹੈ ਇਹਦੇ 'ਚ, ਅੱਖਰਾਂ ਦੀ। ਜਿਵੇਂ ਤੁਸੀਂ ਅੱਖਰਾਂ ਦੀ ਗੱਲ ਕਰਦੇ ਆ, ਹੋਰ ਤੁਸੀਂ ਵੇਖੋ ਸ਼ਬਦ ਭੰਡਾਰ ਇੰਨਾ ਹੈ ਇਹਦੇ ਕੋਲ। ਜਿਵੇਂ ਅੰਗਰੇਜ਼ੀ ਕੋਲ ਅੰਕਲ ਸ਼ਬਦ ਹੀ ਹੈ, ਉਹ ਹਰ ਥਾਂ ਤੇ। ਪੰਜਾਬੀ ਦੇ ਵਿੱਚ ਹਰ ਦੇ ਲਈ ਆਪਣਾ ਸ਼ਬਦ ਹੈ। ਬਿਲਕੁਲ। ਉਹਦੇ ਹੁਣ ਮੰਨ ਲਓ ਵੀ ਅੰਕਲ ਸ਼ਬਦ ਕਹਿਤਾ, ਸਮਝ ਨਹੀਂ ਲੱਗ ਰਹੀ ਵੀ ਚਾਚੇ ਨੂੰ ਕਿਹਾ ਹੋਣਾ, ਮਾਮੇ ਨੂੰ ਕਿਹਾ, ਮਾਸੜ ਨੂੰ ਕਿਹਾ, ਕਿਹਨੂੰ ਕਿਹਾ, ਤਾਏ ਨੂੰ ਕਿਹਾ। ਪਰ ਜਦੋਂ ਤੁਸੀਂ ਪੰਜਾਬੀ 'ਚ ਸ਼ਬਦ ਵਰਤਣਾ ਹੈ ਤੇ ਉੱਥੇ ਕਿੱਡਾ ਸ਼ਬਦ ਭੰਡਾਰ ਹੈ ਸਾਡੇ। ਉਹ ਸ਼ਬਦ ਭੰਡਾਰ ਹੋਣਾ ਵੀ ਆਪਣੇ ਆਪ ਵਿੱਚ ਭਾਸ਼ਾ ਦੀ ਅਮੀਰੀ ਹੁੰਦੀ ਹੈ, ਭਾਸ਼ਾ ਦੀ ਇੱਕ ਜਿਹੜੀ ਆ ਉਹ ਮਹਾਨ ਹੋਣ ਦੀ ਨਿਸ਼ਾਨੀ ਹੁੰਦੀ ਹੈ। ਇਹਦਾ ਮਤਲਬ ਹੈ ਵੀ ਅਸੀਂ ਇਹ ਸਾਰੀਆਂ, ਦੂਜੀ ਗੱਲ ਕਈਆਂ ਨੂੰ ਇਹ ਲੱਗਦਾ ਵੀ ਪੰਜਾਬੀ ਭਾਸ਼ਾ ਜਿਹੜੀ ਹੈ ਨਾ ਇਹ ਨਵੀਂ ਭਾਸ਼ਾ ਹੈ, ਕਿ ਇਹ ਕੱਲ ਪਰਸੋਂ ਦੀ ਕੋਈ ਭਾਸ਼ਾ ਹੈ, ਜਾਂ ਅਸੀਂ ਇਕੱਲੇ ਗੁਰੂ ਸਾਹਿਬਾਨਾਂ ਨਾਲ। ਤੇ ਮੈਂ ਪਿਛਲੇ ਦਿਨੀ ਵੀ ਜ਼ਿਕਰ ਕੀਤਾ ਸੀ ਬਾਬਾ ਫਰੀਦ ਜੀ ਦੀ ਬਾਣੀ ਠੇਠ ਪੰਜਾਬੀ ਵਿੱਚ ਜਿਹੜੀ 13ਵੀਂ ਸਦੀ ਦੀ ਲਿਖੀ ਹੈ, ਜਿਹੜੀ ਸਾਡੇ ਕੋਲ ਬਕਾਇਦਾ ਅਸੀਂ ਕਹਿ ਸਕਦੇ ਹਾਂ ਵੀ ਰੈਫਰੈਂਸ ਦੇ ਤੌਰ ਤੇ, ਹਵਾਲੇ ਦੇ ਤੌਰ ਤੇ ਤੁਸੀਂ ਵੇਖ ਸਕਦੇ ਹੋ। ਯਾਨੀ ਕਿ ਇਹਦੇ ਨਾਲੋਂ ਵੀ ਪੁਰਾਣੀ ਪੰਜਾਬੀ ਭਾਸ਼ਾ ਹੈ, ਤੇ ਬੋਲੀ ਜਾਂਦੀ ਸੀ ਉਹ ਜਿਹੜੀ ਹੈ ਪੁਰਾਣੇ ਸਮੇਂ ਤੋਂ। ਇਹ ਹੌਲੀ ਹੌਲੀ ਸਾਡੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨਾ, ਜਿਹਨੇ ਤੁਹਾਡੇ ਜ਼ਿਹਨ ਚੋਂ ਇਹ ਚੀਜ਼ਾਂ ਮੁਕਾਉਣੀਆਂ ਉਹਨੇ ਸਾਰੀਆਂ, ਇਹ ਤਾਂ ਨਵੀਂ ਚੀਜ਼ ਹੈ, ਇਹ ਤਾਂ ਬਹੁਤੀ ਪੁਰਾਣੀ ਨਹੀਂ, ਜਾਂ ਇਹਦੇ 'ਚ ਏਦਾਂ
ਤਾਂ ਕਿ ਲੋਕਾਂ ਦੇ ਜ਼ਿਹਨ ਵਿੱਚੋਂ ਇਹਦੇ ਪ੍ਰਤੀ ਪਿਆਰ ਘਟ ਜਾਏ ਤੇ ਨਫ਼ਰਤ ਜਿਹੜੀ ਹੈ ਉਹ ਸਾਡੇ ਜ਼ਿਹਨ ਵਿੱਚ ਇਹਦੇ ਪ੍ਰਤੀ ਬਣ ਮਤਲਬ ਜੇ ਬਾਬਾ ਫਰੀਦ ਜੀ ਨੇ ਬਾਣੀ ਲਿਖੀ ਹੈ ਤੇ ਉਹਨਾਂ ਨੇ ਪੰਜਾਬੀ ਭਾਸ਼ਾ ਚਲੰਡੇ ਭਾਸ਼ਾ ਦੀ ਅੱਖਰਾਂ ਦੀ ਜਿਹੜੀ ਵਰਤੋਂ ਕੀਤੀ ਹੈ ਤਾਂ ਮਤਲਬ ਬੜੀ ਪੁਰਾਣੀ ਭਾਸ਼ਾ ਆ। ਜਦੋਂ ਅਸੀਂ ਸਾਹਿਤ ਦਾ ਇਤਿਹਾਸ ਪੜ੍ਹਦੇ ਹਾਂ, ਸਾਹਿਤ ਪੜ੍ਹਦੇ ਹਾਂ, ਅਸੀਂ ਇਦਾਂ ਪੜ੍ਹਦੇ ਹਾਂ ਕਿ ਇਹ ਘੱਟੋ ਘੱਟ 6000 ਸਾਲ ਪੁਰਾਣੀ ਜਿਹੜੀ ਹੈ ਉਹ ਭਾਸ਼ਾ ਆ। ਮੈਨੂੰ ਯਾਦ ਆ ਇੱਕ ਵਾਰ ਪ੍ਰੋਫੈਸਰ ਸਾਹਿਬ ਗੱਲ ਕਰਦੇ ਆ, ਉਹਨਾਂ ਨੇ ਗੱਲ ਕੀਤੀ ਸੀ ਕਿ ਜਦੋਂ ਅਸੀਂ ਇਹਦੀ ਸਾਰੀ ਭਾਸ਼ਾ ਦੇ ਉਹਦੇ ਸਿਸਟਮ ਨੂੰ ਪੜ੍ਹਦੇ ਹਾਂ ਤੇ ਦਿੱਲੀ ਤੋਂ ਜਿਹੜੇ ਪੰਜਾਬ ਦੇ ਬੋਰਡ ਜਿਹੜੇ ਉਸ ਵਕਤ ਲੱਗੇ ਹੋਏ ਸੀ ਮੁਗਲ ਸਲਤਨਤ ਦੇ ਵੇਲੇ, ਉਦੋਂ ਵੀ ਪੰਜਾਬੀ ਚ ਲਿਖੇ ਹੋਇਆ ਕਰਦੇ ਸੀਗੇ। ਪੰਜਾਬੀ ਨੂੰ ਤਰਜੀਹ ਉਸ ਵਕਤ ਵੀ ਸੀ। ਬਦਕਿਸਮਤੀ ਹੈ ਕਿ ਅਸੀਂ ਜਿਹੜੇ ਆ ਗੱਲ ਕਰ ਦਿੱਤੀ, ਜਿੱਦਾਂ ਤੁਸੀਂ ਕੀਤੀ ਕਿ ਗੱਲ ਕੀਤੀ ਕਿ ਅੱਖਰਾਂ ਦੀ ਏਦਾਂ ਅਸੀਂ ਦੀਦੀ ਹਿੰਦੀ ਦਾ ਸ਼ਬਦ ਹੈ ਭੈਣ, ਆਪਣੇ ਆਪ ਦੇ ਵਿੱਚ ਬੜਾ ਸਤਿਕਾਰ ਹੈ ਤੇ ਅਸੀਂ ਉਹ ਭੈਣ ਸ਼ਬਦ ਵੀ ਜਿਹੜਾ ਹੈ ਉਹ ਬੜੇ ਇਦਾਂ ਦੇ ਸ਼ਬਦ ਅਸੀਂ ਹੌਲੀ ਹੌਲੀ ਜਿਹੜੇ ਆ ਦੂਸਰੀ ਭਾਸ਼ਾਵਾਂ ਦੇ ਇਦਾਂ ਹੀ ਜਿਵੇਂ ਗੱਲ ਹੈ ਕਿ ਹੁਣ ਭਾਸ਼ਾ ਦੀ ਇੱਕ ਹੋਰ ਜੇ ਵਿਲੱਖਣਤਾ ਵੇਖਣੀ ਹੋਵੇ, ਜਿੱਦਾਂ ਸਰਬਜੀਤ ਸਿੰਘ ਨੇ ਲਿਖੀ ਸੀ ਗੱਲ ਬੜੀ ਪਿਆਰੀ ਕਿ ਰਾਮ ਨੇ ਸ਼ਾਮ ਕੇ ਬਾਲ ਕਾਟ ਦਿਏ, ਸ਼ਾਮ ਨੇ ਖਰਬੂਜਾ ਕਾਟ ਦਿया, ਮੋਹਨ ਨੇ ਰੱਸੀ ਕਾਟ ਦੀ, ਗੀਤਾ ਨੇ ਸੀਤਾ ਕੀ ਬਾਤ ਕਾਟ ਦੀ। ਹੁਣ ਸ਼ਬਦ ਹਰ ਇੱਕ ਥਾਂ ਦੇ ਉੱਤੇ ਕਾਟ ਸ਼ਬਦ ਵਰਤੋਂ ਹੋ ਰਹੀ ਹੈ, ਧਿਆਨ ਰੱਖਿਓ। गोपाल को कुत्ते ने काट दिया, गोपी को सांप ने काट लिया। हर शब्द ਦੇ ਵਿੱਚ ਹੁਣ ਜਦੋਂ ਤੁਸੀਂ ਪੰਜਾਬੀ ਚ ਗੱਲ ਕਰੋਗੇ, ਰਾਮ ਨੇ ਸ਼ਾਮ ਦੇ ਕੇਸ ਮੁੰਨ ਦਿੱਤੇ, ਹੁਣ ਉੱਥੇ ਕਾਟ ਸ਼ਬਦ ਨਹੀਂ ਆਏਗਾ, ਉੱਥੇ ਇੱਕੋ ਖਰਬੂਜਾ ਚੀਰ ਦਿੱਤਾ, ਕਾਟ ਨਹੀਂ ਆਏਗਾ, ਉਹਦਾ ਵੱਖਰਾ ਚੀਰਨਾ ਹੁੰਦਾ ਦੇ ਵਿੱਚ ਚੀਰਨਾ ਸ਼ਬਦ ਹੁੰਦਾ ਆ। ਇਹਦਾ ਹੀ ਮੋਹਨ ਨੇ ਰੱਸੀ ਜਿਹੜੀ ਕਾਟ ਦਿੱਤੀ, ਹਰ ਕਿੰਨੇ ਸ਼ਬਦਾਂ ਦਾ ਹਰ ਇੱਕ ਚੀਜ਼ ਜੁੜਨਾ ਹੈ, ਨਵਾਂ ਸ਼ਬਦ ਉਹ ਜਿਹੜਾ ਉਹ ਨੱਥੀ ਨਹੀਂ ਹੋਣਾ। ਹਾਂ, ਤੇ ਗੀਤਾ ਨੇ ਸੀਤਾ ਕੀ ਬਾਤ ਜਿਹੜੀ ਸੀਤਾ ਦੀ ਗੱਲ ਟੋਕ ਦਿੱਤੀ ਸ਼ਬਦ ਹੈ। ਮਤਲਬ ਭਾਸ਼ਾ ਦੀ ਕਿੰਨੀ ਆ ਮੇਰੀ ਆ ਹਰ ਗੱਲ ਦੇ ਨਾਲ ਜਿਹੜਾ ਆ। ਅੱਛਾ, ਅਖੀਰ ਦੇ ਉੱਤੇ ਮੈਨੂੰ ਲੱਗਦਾ ਸਮਾਂ ਕਾਫੀ ਹੋ ਗਿਆ ਉੱਤੇ ਇਹਦਾ ਕਿਵੇਂ ਆਪਾਂ ਹੱਲ ਕਰ ਸਕਦੇ ਹਾਂ, ਕਿਵੇਂ ਆਪਾਂ ਜਿਹੜਾ ਆ ਉਭਾਰ ਕੇ ਲੈ ਕੇ ਆ ਤੇ ਕਿਵੇਂ ਬੱਚਿਆਂ ਦੇ ਜਿਹਨ 'ਚ ਇਹ ਗੱਲ ਪਾਈ ਜਾ ਸਕਦੀ ਹੈ ਕਿ ਬੱਚੇ ਜਿੱਥੇ ਤੁਸੀਂ ਅੰਗਰੇਜ਼ੀ ਸਿੱਖਦੇ ਹੋ ਉੱਥੇ ਪੰਜਾਬੀ ਤਰਜੀਹ ਦਿਓ, ਜ਼ਰੂਰ ਪੜ੍ਹੋ ਲਿਖੋ। ਹਾਂ, ਉਹਦੇ 'ਚ ਇਹੀ ਕੀ ਸਿੰਘ ਬੋਲ ਬਾਣੀ ਵਿੱਚ ਆਉਣਗੀਆਂ ਉਹ ਜਿਉਂਦੀਆਂ ਰਹਿਣਗੀਆਂ। ਜਿਹੜੀਆਂ ਚੀਜ਼ਾਂ ਬੋਲ ਬਾਣੀ ਜਾਣਗੀਆਂ, ਦੁਨੀਆ ਭਰ ਵਿੱਚ ਵਸਦੇ ਪੰਜਾਬੀ ਕੋਸ਼ਿਸ਼ ਕਰੋ। ਤੁਸੀਂ ਜਦੋਂ ਪੰਜਾਬੀ ਨਾਲ ਕਰਨੀ ਹੈ, ਬੜੀ ਅਜੀਬ ਗੱਲ ਹੁੰਦੀ ਹੈ ਇੱਥੇ ਸਾਡੇ, ਅਸੀਂ ਮਤਲਬ ਹਰ ਥਾਂ ਤੇ ਨਾ ਮਗਰ ਕਿੱਦਾਂ ਲੱਗਦੇ ਆ, ਦੂਜੇ ਦੇ ਮਗਰ ਕਿਵੇਂ ਲੱਗ। ਮੰਨ ਲਓ ਪੰਜਾਬ 'ਚ ਕੋਈ ਭਈਆ ਕੰਮ ਕਰਦਾ ਹੈ, ਇੱਕ ਭਈਆ ਹੈ, ਸਾਰਾ ਟੱਬਰ ਪੰਜਾਬੀਆਂ ਦਾ ਹੈ, ਪਰ ਗੱਲ ਕਿਹੜੀ ਭਾਸ਼ਾ 'ਚ ਕਰਨਗੇ, ਉਹਦੀ 'ਚ। ਉਹਨੂੰ ਹੋਣ ਦੀ ਜਗ੍ਹਾ ਸਾਰਾ ਟੱਬਰ ਹਮਕੋ ਤੁਮਕੋ ਕਰ ਰਿਹਾ ਹੋਊਗਾ, ਹਨਾ ਸਾਰਾ। ਅੱਛਾ, ਜਦੋਂ ਇਹੋ ਹੀ ਪੰਜਾਬੀ ਕਿਸੇ ਹੋਰ ਕੰਟਰੀ 'ਚ ਜਾਣਗੇ ਜਿੱਥੇ ਇਹ ਇਕੱਲੇ ਹੋਣਗੇ ਤੇ ਉੱਥੇ ਬਹੁਤ ਸਾਰੇ ਲੋਕ ਦੂਜੇ ਹੋਣਗੇ, ਉੱਥੇ ਸਾਰੇ ਇਹ ਉਹਨਾਂ ਦੀ ਇਹ ਬਾਜ਼ਾਰ ਜਾਣ ਨੂੰ ਸ਼ਾਪਿੰਗ ਕਰਨਾ ਕਹਿਣਗੇ, ਅਸੀਂ ਸ਼ਾਪਿੰਗ ਕਰਨ ਚੱਲੇ ਆ, ਹਨਾ। ਇਹ ਜਿਹੜਾ ਆ ਤੁਰਨ ਫਿਰਨ ਨੂੰ ਵਾਕ ਕਰਨਾ ਕਹਿਣਗੇ ਵੀ ਇਹ ਉਹ ਸਾਰੀਆਂ ਚੀਜ਼ਾਂ ਵੀ ਅਸੀਂ ਉਹ ਮੈਂ ਗੇੜਾ ਕੱਢਣ ਚੱਲਿਆ, ਮੈਂ ਤੁਰਨ ਫਿਰਨ ਚੱਲਿਆ, ਰੋਜ਼ ਹੀ ਨਵਾਂ ਸ਼ਬਦ ਵਰਤਿਆ ਜਾ ਸਕਦਾ ਹੈ। ਸੋ ਸਾਡੇ 'ਚ ਇਹ ਅਸੀਂ ਨੋਰਮਲ ਸ਼ਬਦ ਜਿਹੜੇ ਸਾਡੇ ਆਮ ਦੇ ਵਿੱਚ ਮਤਲਬ ਇੰਨੀ ਚੜ ਗਈ ਹੈ ਸਾਡੇ ਜ਼ੁਬਾਨ ਤੇ ਇਹ ਗੱਲ ਵੀ ਅਸੀਂ ਇੱਥੇ ਵੀ ਬੈਠੇ, ਜਿਵੇਂ ਦੀਦੀ ਸ਼ਬਦ ਭੈਣ ਦੀ ਤੇ ਸਾਡੇ ਘਰਾਂ 'ਚ ਪੁੱਤ ਸ਼ਬਦ ਬੇਟਾ ਸ਼ਬਦ ਨੇ ਥਾਂ ਬੇਟੀ ਬੇਟਾ ਆ ਗਿਆ ਦੇ ਬੋਰਡ ਸਾਰੇ ਜਿਹੜੇ ਆ ਨਾ, ਉਹ ਇੱਥੇ ਵੀ ਜੇ ਲਿਖਿਆ ਵਾ ਨਾ ਬੇਟੀ ਬਚਾਓ, ਵੀ ਧੀ ਬਚਾਓ ਕਿਉਂ ਨਹੀਂ। ਹਾਂ ਬਿਲਕੁਲ, ਹਨਾ। ਤੁਸੀਂ ਇੱਥੇ ਵੀ ਬੇਟੀ ਬੇਟਾ ਇੱਕ ਸਮਾਨ, ਪੁੱਤ ਧੀ ਇੱਕ ਸਮਾਨ ਕਿਉਂ ਨਹੀਂ। ਅਸੀਂ ਉਹ ਸ਼ਬਦ ਜੀਂਦੇ ਰੱਖੀਏ, ਉਹ ਸ਼ਬਦ ਵਰਤੇ ਜਾਣ ਸਾਡੇ ਘਰਾਂ ਦੇ ਵਿੱਚ, ਆਮ ਘਰਾਂ ਵਿੱਚ ਵੀ ਇਹ ਜਿਹੜੀ ਬੋਲ ਬਾਣੀ ਦੇ ਵਿੱਚ ਆ ਉਹ ਗੱਲਾਂ ਲਿਆਂਦੀਆਂ ਜਾਣ। ਦੂਜਾ, ਲਿਖਣ ਪੜ੍ਹਨ ਵਿੱਚ ਆ ਜਿਹੜਾ ਸੋਸ਼ਲ ਮੀਡੀਆ ਤੇ ਸਾਰੇ ਵੀਰ ਜਿੰਨੇ ਵੀ ਆ ਨਾ,
ਕੋਸ਼ਿਸ਼ ਕਰੋ ਆਪਣੀਆਂ ਸਾਡੀਆਂ ਜਿਹੜੀਆਂ ਫੇਸਬੁੱਕ ਆਈਡੀਆਂ ਆ ਵੀ ਜਿਹੜਾ ਕਰ ਸਕਦਾ ਇਹਨੂੰ ਪੰਜਾਬੀ ਚ ਕਰੋ। ਬਿਲਕੁਲ ਵੀ ਅਸੀਂ ਸੇਵ ਪੰਜਾਬੀ ਚ ਕਰੀਏ। ਉਹਦੇ ਨਾਲ ਦੋ ਫਾਇਦੇ ਹੋਣਗੇ। ਇੱਕ ਤਾਂ ਮਤਲਬ ਪੰਜਾਬੀ ਲਿਖਣ ਦਾ ਅਭਿਆਸ ਹੋਊਗਾ ਤੁਹਾਡਾ। ਹੁਣ ਕਈ ਬੰਦੇ ਕਹਿੰਦੇ ਆ ਪਰ ਮੇਰੇ ਤੋਂ ਲਿਖੀ ਨਹੀਂ ਜਾਂਦੀ। ਹੁਣ ਮੰਨ ਲਓ ਜੇ ਉਹਨੇ ਕਿਤੇ ਲਿਖਣੀ ਪੈ ਗਈ, ਉਹ ਕੀ ਕਰੂਗਾ? ਅੰਗਰੇਜ਼ੀ ਜਾਂ ਦੂਜੀ ਭਾਸ਼ਾ ਹਾਂ ਜਾਂ ਮਿਕਸ ਕਰੂਗਾ। ਜਦੋਂ ਮਿਕਸ ਕਰਕੇ ਲਿਖੂਗਾ ਤੇ ਫਿਰ ਜਦੋਂ ਜਿਹਦੇ ਕੋਲ ਉਹ ਜਾਣੀ ਹੈ ਗੱਲ, ਇਹ ਹੌਲੀ ਹੌਲੀ ਇਹ ਚੀਜ਼ਾਂ ਏਦਾਂ ਅਲੋਪ ਹੋ ਜਾਂਦੀਆਂ। ਪੜ੍ਹਨ ਵਿੱਚ, ਲਿਖਣ ਵਿੱਚ, ਬੋਲਣ ਵਿੱਚ ਸਾਰੇ ਅਸੀਂ ਕੋਸ਼ਿਸ਼ ਕਰਿਆ ਕਰੀਏ ਵੀ ਅਸੀਂ ਆਮ ਪੰਜਾਬੀ ਭਾਸ਼ਾ ਨੂੰ ਅਹਿਮੀਅਤ। ਹੁਣ ਕਈ ਵੀਰ ਜਿਹੜੇ ਸੋਸ਼ਲ ਮੀਡੀਆ ਤੇ ਵੀ ਉਹ ਕਹਿੰਦੇ ਆ ਵੀ ਪੰਜਾਬੀ ਤਾਂ ਸਾਡੇ ਫੋਨ 'ਚ ਹੀ ਹੈ। ਕਈਆਂ ਨੂੰ ਪਰਸਨਲ ਵੀ ਵੀਰ ਫੋਨ ਕਰਕੇ ਜਾਂ ਇੱਦਾਂ ਕਹਿੰਦੇ ਵੀ ਸਾਡੇ ਫੋਨ 'ਚ ਤਾਂ ਪੰਜਾਬੀ ਹੈ ਨਹੀਂ ਆ। ਹਰ ਫੋਨ 'ਚ ਪੰਜਾਬੀ ਹੁੰਦੀ ਹੈ, ਪਰ ਗੱਲ ਇਹ ਹੋਈ ਹੈ ਵੀ ਸਾਨੂੰ ਥੋੜੀ ਜਿਹੀ ਲੱਭਣੀ ਸੈਟਿੰਗਸ ਕਰਨੀਆਂ ਪੈਂਦੀਆਂ। ਉਹਦੇ 'ਚ ਤੁਸੀਂ ਕੀਬੋਰਡ ਪੰਜਾਬੀ 'ਚ ਕਰ ਸਕਦੇ ਆ। ਕੋਈ ਵੀ ਫੋਨ ਹੋਵੇ, ਭਾਵੇਂ ਅਸੀਂ ਐਂਡਰਾਇਡ ਫੋਨ ਹੀ ਵਰਤਦੇ ਆ ਜਾਂ ਅਸੀਂ ਆਈਫੋਨ ਵਰਤਦੇ ਆ, ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਹੁੰਦੀ ਹੈ। ਸੋ ਆਪਾਂ ਕੋਸ਼ਿਸ਼ ਕਰੀਏ। ਮੰਨ ਲਓ ਜੇ ਮੈਂ ਕਿਤੇ ਲਿਖਣਾ ਆ ਤੇ ਮੈਨੂੰ ਐ ਨਾ, ਮੇਰੇ ਮਨ ਵਿੱਚ ਐ ਨਾ ਭਾਵਨਾ ਆਵੇ ਵੀ ਜੇ ਮੈਂ ਪੰਜਾਬੀ 'ਚ ਲਿਖਿਆ ਤੇ ਅਗਲੇ ਕਹਿਣਗੇ ਲੈ ਵੀ ਇਹਨੂੰ, ਮੈਨੂੰ ਆਉਂਦੀ ਹੋਏਗੀ 100 ਵਾਰ ਆਵੇ, ਚੰਗੀ ਗੱਲ ਹੈ, ਪਰ ਮੈਨੂੰ ਪੰਜਾਬੀ 'ਚ ਲਿਖਾਂ। ਇਹ ਯਤਨ ਅਸੀਂ ਕਰੀਏ। ਅਦਾਰਿਆਂ ਦੇ ਵਿੱਚ ਜਿਹੜਾ ਆ, ਮੈਂ ਬੜੀ ਵਾਰ ਇਹ ਬੇਨਤੀ ਕੀਤੀ ਹੈ ਵੀ ਪੰਜਾਬ ਵਿੱਚ ਪੰਜਾਬੀ ਦੀਆਂ ਜੜ੍ਹਾਂ 'ਚ ਤੇਲ, ਪ੍ਰੋਫੈਸਰ ਪ੍ਰੀਤਮ ਸਿੰਘ ਦੀ ਕਿਤਾਬ ਹੈ, ਉਹ ਕਹਿੰਦੇ ਆ, ਉਹਨਾਂ ਬਕਾਇਦਾ ਲਿਖਿਆ, ਉਹ ਕਹਿੰਦੇ ਵੀ ਪੰਜਾਬ ਦਾ ਹਰ ਵਿਭਾਗ ਜਿਹੜਾ ਆ ਉੱਥੇ ਹਰ ਡਾਕੂਮੈਂਟ ਪੰਜਾਬੀ 'ਚ ਤਿਆਰ ਹੋਣਾ ਚਾਹੀਦਾ। ਬਿਲਕੁਲ ਹਰ ਫਾਈਲ, ਹਰ ਦਸਤਾਵੇਜ਼ ਜਿਹੜਾ ਆ ਜਾਂ ਹਰ ਜਿਹੜਾ ਉੱਥੇ ਖਜ਼ਾਨਾ ਵਾ ਉਹ ਪੰਜਾਬੀ 'ਚ ਹੋਣਾ ਕਿਉਂ ਹੋਣਾ ਚਾਹੀਦਾ? ਉਹ ਬੜੀ ਵਧੀਆ ਦਲੀਲ ਦਿੰਦੇ ਆ। ਜਿਵੇਂ ਮੰਨ ਲਓ ਵੀ ਕੋਰਟ ਵਿੱਚ ਇੱਕ ਬੰਦੇ ਦਾ ਕੇਸ ਚਲੇ ਗਿਆ, ਅਦਾਲਤ ਵਿੱਚ, ਕਚਹਿਰੀ 'ਚ ਕੇਸ ਗਿਆ, ਉੱਥੇ ਵਕੀਲ ਜਿਹੜਾ ਆ ਉਹ ਦਸਤਾਵੇਜ਼ ਤਿਆਰ ਕਰਦਾ। ਹੁਣ ਉਹ ਜਿਹੜਾ ਵਕੀਲ ਦਸਤਾਵੇਜ਼ ਤਿਆਰ ਕਰਦਾ, ਮੈਂ ਤਾਂ ਫੀਸ ਦੇਤੀ ਨਾ ਵਕੀਲ ਨੂੰ, 11,000 ਦੇਤੀ। ਹੁਣ ਉਹਨੇ ਉਹ ਦਸਤਾਵੇਜ਼ ਤਿਆਰ ਕਰਕੇ ਤੇ ਅੱਗੇ ਜੱਜ ਦੇ ਸਾਹਮਣੇ ਰੱਖਤਾ। ਕੀ ਪਤਾ ਮੇਰੇ ਵਿਰੋਧ 'ਚ ਨਹੀਂ ਲਿਖਤਾ ਉਹਨੇ। ਬਿਲਕੁਲ, ਕਿਉਂਕਿ ਮੈਨੂੰ ਤਾਂ ਪਤਾ ਹੀ ਨਹੀਂ ਆ ਵੀ ਪੜ੍ਹਨਾ ਜਿਹੜੀ ਜਾਣ ਪੜ੍ਹ ਸਕਾਂ। ਬਹਿਸ ਤੇ ਪੰਜਾਬ ਦੀ ਬਹਿਸ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ। ਐਸੇ ਦੂਜਿਆਂ ਦੇ ਹੱਕ 'ਚ ਹੀ ਰਿਹਾ ਹੋਵੇ। ਸੋ ਅਸੀਂ ਕਰਿਆ ਕਰੀਏ ਜਿਹੜੇ ਜੇ ਅਸੀਂ ਸੁਹਿਰਦਤਾ ਰੱਖਦੇ ਹਾਂ। ਅੱਜ ਤੋਂ 7 ਸਾਲ ਪਹਿਲਾਂ, 6 ਸਾਲ ਪਹਿਲਾਂ ਨਾ, ਮਲਕੀਤ ਸਿੰਘ, ਤੁਹਾਡੇ ਧਿਆਨ 'ਚ ਹੋਣਾ, ਆਪਾਂ ਮੋਟਰਸਾਈਕਲ ਤੇ ਨਾਂ ਪੰਜਾਬੀ 'ਚ ਲਿਖਵਾ ਲਿਆ ਸੀ, ਪੰਜਾਬ ਏਦਾਂ। ਤੇ ਮੈਂ ਇੱਕ ਗੁਰਦੁਆਰੇ ਮੋਟਰਸਾਈਕਲ ਲੈ ਕੇ ਗਿਆ ਤੇ ਉਹ ਕਹਿੰਦੇ ਵੀ ਇਹ ਕੀ ਲਿਖਿਆ ਕਿ ਇਹਨਾਂ ਨੰਬਰ ਤੁਸੀਂ ਪੰਜਾਬੀ ਨੰਬਰ ਦੱਸੋ ਬੋਲ ਕੇ। ਮੈਂ ਕਿਹਾ ਵੀ ਇਹ ਤਾਂ ਪੰਜਾਬੀ 'ਚ ਹੀ ਲਿਖਿਆ ਹੈ। ਉਹ ਕਹਿੰਦੇ ਵੀ ਨਹੀਂ, ਇਹ ਅੱਖਰ ਨਹੀਂ ਸਾਨੂੰ ਪਤਾ ਵੀ ਇਹਦੇ 'ਚ ਕਿਵੇਂ ਲਿਖਿਆ। ਮੈਨੂੰ ਥੋੜੇ ਦਿਨ ਭੇਜਿਓ, ਮੈਂ ਫੋਨ ਨੰਬਰ, ਕਿਉਂਕਿ ਉਹ ਆਦਤ ਪਈ ਹੈ ਪੰਜਾਬੀ ਕੀਬੋਰਡ ਚਲਾਉਣ ਦੀ, ਮੈਂ ਪੰਜਾਬੀ 'ਚ ਹੀ ਨੰਬਰ ਲਿਖ ਕੇ ਭੇਜਤਾ। ਉਹ ਕਹਿੰਦੇ ਵੀਰ ਜੀ ਇਹ ਤਾਂ ਮੇਰੇ ਤੋਂ ਪੜ੍ਹਿਆ ਨਹੀਂ। ਪੰਜਾਬੀ ਬੰਦਾ ਮੈਨੂੰ ਕਹਿ ਰਿਹਾ ਵੀ ਮੇਰੇ ਤੋਂ ਇਹ ਪੜ੍ਹਿਆ ਨਹੀਂ ਜਾਂਦਾ, ਵੀ ਮੈਨੂੰ ਤੁਸੀਂ ਦੂਜੀ ਭਾਸ਼ਾ 'ਚ ਭੇਜੋ, ਆਪਣੇ ਵਾਲੀ 'ਚ। ਯਾਨੀ ਕਿ ਉਹ ਬੰਦੇ ਪੰਜਾਬੀ ਨੂੰ ਆਪਣੀ ਕਹਿਣ ਲੱਗ ਪਏ ਤੇ ਇਹਨੂੰ ਕਹਿਣ ਲੱਗ ਪਏ ਵੀ ਪਤਾ ਨਹੀਂ ਕਿਹੜੀ ਭਾਸ਼ਾ 'ਚ ਲਿਖਿਆ ਹੈ, ਸਾਨੂੰ ਸਮਝ ਵਿੱਚ ਨਹੀਂ ਆਉਂਦਾ। ਇਹ ਸੋ ਨੋਰਮਲ ਤਰੀਕੇ ਆ। ਜਦੋਂ ਅਸੀਂ ਆਪਣੇ ਘਰਾਂ 'ਚ ਨਾਮ ਲਿਖਣ 'ਚ, ਬੋਲਣ 'ਚ ਇਹਨਾਂ ਨੂੰ ਲਿਆਵਾਂਗੇ, ਬੱਚਿਆਂ 'ਚ ਸਾਡੇ ਇਹ ਸ਼ਬਦ ਜੀਂਦੇ ਰੱਖੀਏ, ਇਹਨਾਂ ਸ਼ਬਦਾਂ ਨੂੰ ਜਿਉਂਦੇ ਰੱਖਾਂਗੇ ਤੇ ਅਸੀਂ ਆਪਣੀ ਭਾਸ਼ਾ ਨੂੰ, ਆਪਣੀ ਬੋਲੀ ਨੂੰ ਬਚਾ ਸਕਦੇ। ਬਿਲਕੁਲ ਜੀ। ਜਿਹੜੀ ਸ਼ਬਦ ਜਦੋਂ ਪਾਕਿਸਤਾਨ ਦੇ ਵਿੱਚ ਜਿਹੜੇ ਹੈਗੇ ਨੇ ਬਾਬਾ ਨਜ਼ਮੀ, ਉਹਨਾਂ ਨੇ ਬੜੀ ਪਿਆਰੀ ਜਿਹੜੀ ਗੱਲ ਸਾਂਝੀ ਕੀਤੀ। ਕਹਿੰਦੇ ਜਦੋਂ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਧਰ ਲੈਂਦਾ ਪੰਜਾਬ ਹੈ, ਕਹਿੰਦੇ ਜਦੋਂ ਇੱਥੇ ਪੰਜਾਬ ਨੇ ਇਹ ਤਹਈਆ ਕੀਤਾ ਕਿ ਸ਼ਾਮ ਨੂੰ ਰੋਜ਼ ਉਹ ਬਜ਼ੁਰਗ ਆਪਣੇ ਬੱਚਿਆਂ ਨੂੰ ਲੈ ਕੇ ਤੇ ਛੱਪੜ ਦੇ ਕਿਨਾਰੇ ਬਹਿੰਦੇ ਸੀ, ਤਾਂ ਕਿ ਕਹਿੰਦੇ 1 ਘੰਟਾ 2 ਘੰਟੇ ਉਹਨਾਂ ਨੇ ਆਪਣੇ ਪੋਤਿਆਂ ਨਾਲ ਪੰਜਾਬ ਜਿਹੜੀ ਉਹ ਜਿਉਂਦੀ ਰੱਖੀ ਜਾ ਸਕੇ। ਜਿਵੇਂ ਅਮੀਨ ਮਲਕ ਹੋਏ ਨੇ, ਬੜਾ ਪਿਆਰਾ ਉਹ ਅਕਸਰ ਲਿਖਦੇ ਰਹਿੰਦੇ ਨੇ,
ਤੇ ਉਹ ਕਹਿੰਦੇ ਕਿ ਮੈਂ ਹੀ ਕਹਿੰਦਾ ਹੈ ਕਿ ਆਪਣੀ ਪੰਜਾਬੀ ਭਾਸ਼ਾ ਦਾ ਕਾਤਲ ਆ। ਹਾਂ, ਮੈਂ ਹੀ ਕਤਲ ਕੀਤਾ ਹੈ ਕਹਿੰਦਾ, ਕਿਉਂਕਿ ਜਦੋਂ ਮੈਂ ਛੱਡ ਦਊਂਗਾ ਪੜ੍ਹਨੀ। ਹੁਣ ਅਸੀਂ ਬੜੀਆਂ ਚੀਜ਼ਾਂ, ਜਿਵੇਂ ਥੱਲੇ ਸ਼ਬਦ ਨੂੰ ਅਸੀਂ ਨੀਚੇ ਸ਼ਬਦ ਕਹਿਣਾ ਸ਼ੁਰੂ ਕਰ ਦਿੱਤਾ, ਇਦਾਂ ਹੀ ਚਾਦਰ ਨੂੰ ਅਸੀਂ ਲੂਣ ਨੂੰ ਅਸੀਂ ਨਮਕ ਕਹਿਣਾ ਸ਼ੁਰੂ ਕਰ ਦਿੱਤਾ, ਗੰਢੇ ਨੂੰ ਅਸੀਂ ਪਿਆਜ਼ ਕਹਿਣਾ ਸ਼ੁਰੂ ਕਰ ਦਿੱਤਾ। ਸਾਡੇ ਬੱਚੇ ਤਾਂ ਉਹੀ ਸ਼ਬਦ ਸਿੱਖਣਗੇ ਜੋ। ਸੋ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਭਾਸ਼ਾ ਬੋਲ ਚਾਲ ਦੇ ਵਿੱਚ ਜਿਉਂਦੀ ਰਹੂਗੀ, ਉਹ ਭਾਸ਼ਾ ਸਾਡੇ ਜਿਹਨ ਦੇ ਵਿੱਚ ਜਿਉਂਦੀ ਰਹੂਗੀ। ਪਿਛਲੇ ਦਿਨਾਂ 'ਚ ਬੜੇ ਸਤਿਕਾਰਯੋਗ ਵੀਰ ਹਰਪਾਲ ਸਿੰਘ ਜੀ ਨੇ, ਕਥਾਵਾਚਕ ਫਤਿਹਗੜ੍ਹ ਸਾਹਿਬ ਤੋਂ, ਉਹ ਗੱਲ ਕਰ ਰਹੇ ਸੀ ਕੈਂਪ ਦੇ ਵਿੱਚ, ਤੇ ਉਹਨਾਂ ਨੇ ਬੜੀ ਠੇਠ ਪੰਜਾਬੀ ਦੇ ਸ਼ਬਦ ਵਰਤੇ। ਹੁਣ ਸੁਭਾਵਿਕ ਗੱਲ ਹੈ, ਉਹ ਸਾਨੂੰ ਉੱਥੋਂ ਓਬਜੈਕਸ਼ਨ ਆਇਆ, ਕਹਿੰਦੇ ਜੀ ਤੁਸੀਂ ਠੇਠ ਪੰਜਾਬੀ ਦੇ ਸ਼ਬਦ ਜਿਹੜੇ ਆ ਉਹ ਨਾ ਵਰਤਿਆ ਕਰੋ, ਅੰਗਰੇਜ਼ੀ ਬੋਲਿਆ ਕਰੋ। ਸਾਡੇ ਬੱਚੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ, ਉਹਨਾਂ ਨੂੰ ਸਮਝ ਨਹੀਂ ਲੱਗਦੀ, ਤਾਂ ਸਾਡੇ ਤੋਂ ਪੁੱਛਦੇ ਆ। ਤੇ ਹੁਣ ਚੰਗੀ ਗੱਲ ਹੈ, ਜੇ ਉਹਨਾਂ ਨੂੰ ਨਹੀਂ ਸਮਝ ਲੱਗੀ, ਉਹਨਾਂ ਨੇ ਤੁਹਾਡੇ ਤੋਂ ਪੁੱਛ ਲਿਆ, ਤੁਸੀਂ ਦੱਸ ਦਿਓ। ਪਰ ਕਿਤੇ ਨਾ ਕਿਤੇ ਅਸੀਂ ਇਹਨੂੰ ਵੀ ਹੇਠੀ ਸਮਝਦੇ ਹਾਂ ਕਿ ਅਸੀਂ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਣ ਦੇ ਨਾਲ ਨਾਲ ਅਸੀਂ ਆਪਣੀ ਪੰਜਾਬੀ ਨੂੰ ਤਲਾਂਜਲੀ ਜਿਹੜੀ ਹੈ, ਪੰਜਾਬੀ ਨੂੰ ਪਿੱਠ ਨਾ ਦਈਏ। ਅਖੀਰ ਦੇ ਉੱਤੇ ਜੀ ਮੈਂ ਪੰਜਾਬੀ ਮਾਤ ਭਾਸ਼ਾ ਬਾਰੇ ਤੁਸੀਂ ਹੋਰ ਇਹਨੂੰ ਕਿਵੇਂ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਆ, ਤੇ ਤੁਸੀਂ ਗੱਲ ਕੀਤੀ ਹੋਰ ਤੌਰ ਦੇ ਉੱਤੇ, ਤੇ ਸੰਸਥਾਵਾਂ ਦੀ ਗੱਲ ਹੋ ਗਈ ਕਿ ਸਕੂਲ ਜਾਂ ਸ਼੍ਰੋਮਣੀ ਕਮੇਟੀ ਜਾਂ ਵੱਡੀਆਂ ਸੰਸਥਾਵਾਂ, ਇੰਡੀਵਿਜੂਅਲੀ ਤੌਰ ਦੇ ਉੱਤੇ ਬੰਦਾ ਆਪਣੇ ਤੌਰ ਦੇ ਉੱਤੇ ਜਿਹੜਾ ਆ ਉਹ ਕੀ ਕਰ ਸਕਦਾ ਆ ਹੋਰ ਲੋਕਾਂ ਤੱਕ? ਉਹਦੇ 'ਚ ਇੱਕ ਗੱਲ ਵੀ ਜਿਹੜੀ ਭਾਵਨਾ ਸਾਡੇ 'ਚ ਪੈਦਾ, ਜੇ ਮੈਂ ਪੰਜਾਬੀ ਬੋਲੂੰਗਾ ਤੇ ਮੈਂ ਸ਼ਾਇਦ ਅਨਪੜ੍ਹ ਜਾਂ ਗਵਾਰ ਸਾਬਤ ਹੋ ਜਾਊਂਗਾ। ਬਸ ਇਹ ਸਾਡੇ ਆਪਣੇ ਆਪਣੇ ਤੌਰ ਤੇ ਸਾਨੂੰ ਆਪਣੇ ਜਿਹਨ ਵਿੱਚੋਂ ਇਹ ਗੱਲ ਕੱਢਣ ਦੀ ਲੋੜ ਆ। ਤੇ ਵੱਧ ਤੋਂ ਵੱਧ ਜੇ ਕੋਈ ਸ਼ਬਦ ਨਹੀਂ ਵੀ ਸਾਨੂੰ ਪਤਾ ਲੱਗਦਾ, ਤਾਂ ਮੈਂ ਲੱਭਾਂ ਉਹਦਾ ਵੀ ਇਹਨੂੰ ਕੀ ਕਹਿ ਸਕਦੇ, ਇਹਦੇ ਲਈ ਕੀ ਸ਼ਬਦ ਵਰਤਿਆ ਜਾ ਸਕਦਾ ਆ। ਸੋ ਉਹਦੇ ਇਹ ਵੀ ਇੱਕ ਆਪਣੇ ਆਪ 'ਚ ਇੱਕ ਸਟੱਡੀ ਹੋਊਗੀ, ਆਪਣੇ ਆਪ 'ਚ ਇੱਕ ਪੜ੍ਹਾਈ ਹੋਊਗੀ, ਆਪਣੇ ਆਪ 'ਚ ਇੱਕ ਜਿਹੜਾ ਆ ਉਹ ਅਸੀਂ ਆਪਣੀ ਭਾਸ਼ਾ ਨਾਲ ਪਿਆਰ ਕਰਦੇ ਹੋਵਾਂਗੇ ਵੀ ਅਸੀਂ ਉਹ ਜਿਵੇਂ ਪਿਛਲੇ ਦਿਨੀ ਨਾ ਸਾਡਾ ਇੱਥੇ ਕੈਂਪ ਲੱਗਦਾ ਸੀ ਹੁਸ਼ਿਆਰਪੁਰ ਦੇ ਇਲਾਕੇ 'ਚ, ਅਸੀਂ ਗਏ ਤਾਂ ਉੱਥੇ ਮੈਂ ਇਹਦਾ ਸਕਰੀਨ ਤੇ ਨਾ ਗੋਂਗਲੂ ਦੀ ਫੋਟੋ, ਤੇ ਮੈਂ ਉਹਨਾਂ ਨੂੰ ਪੁੱਛਿਆ ਬੱਚਿਆਂ ਨੂੰ ਵੀ ਇਹ ਕੀ ਹੈ, ਕਹਿੰਦੇ ਸਲਗਮ। ਬਿਲਕੁਲ। ਮੈਂ ਕਿਹਾ ਵੀ ਤੁਸੀਂ ਇਹ ਦੱਸੋ ਵੀ ਇਹਨੂੰ ਪੰਜਾਬੀ 'ਚ ਕੀ ਕਹਿ ਸਕਦੇ ਆ, ਨਹੀਂ ਪਤਾ ਹੋਣਾ। ਮੈਂ ਕਹਿੰਦਾ ਤੁਸੀਂ ਬੱਚਿਆਂ ਦੀ ਛੱਡੋ, ਉੱਥੇ ਸਿਆਣੇ ਜਿਹੜੇ ਉਹਨਾਂ ਦੇ ਪੇਰੈਂਟਸ ਵੀ ਬੈਠੇ, ਕਹਿੰਦੇ ਵੀਰ ਜੀ ਸਲਗਮ ਹੀ ਕਹਿੰਦੇ ਇਹਨੂੰ। ਬਿਲਕੁਲ ਬਿਲਕੁਲ। ਮੈਂ ਕਿਹਾ ਵੀ ਤੁਸੀਂ ਵੀ ਸਲਗਮ ਕਹਿੰਦੇ, ਤੁਸੀਂ ਸੁਣਿਆ ਹੀ ਸਲਗਮ ਹੈ। ਮੈਂ ਕਿਹਾ ਇਹਨੂੰ ਗੋਂਗਲੂ ਵੀ ਕਹਿੰਦੇ ਆ। ਹਾਂ ਬਿਲਕੁਲ। ਕਹਿੰਦੇ ਅੱਛਾ, ਇਹ ਤਾਂ ਪਹਿਲੀ ਵਾਰ ਅੱਜ ਸਾਨੂੰ ਜਿਹੜਾ ਆ ਸੁਣਨ ਨੂੰ ਮਿਲ ਰਿਹਾ ਵੀ ਇਹਨੂੰ ਗੋਂਗਲੂ ਵੀ ਕਹਿੰਦੇ ਆ। ਤੋ ਅਸੀਂ ਸਾਨੂੰ ਪਤਾ ਹੀ ਨਹੀਂ ਹੁੰਦਾ, ਅਸੀਂ ਇਹ ਸੋਚਦੇ ਹੁੰਦੇ ਵੀ ਸ਼ਾਇਦ ਇਹ ਪੰਜਾਬੀ ਦਾ ਸ਼ਬਦ ਹੀ ਹੈ। ਜਿਵੇਂ ਪਿਆਜ਼ ਸ਼ਬਦ ਹੈ, ਤੇ ਕਿਸੇ ਨੂੰ ਲੱਗਦਾ ਹੀ ਨਹੀਂ ਵੀ ਪਿਆਜ਼ ਸ਼ਬਦ ਹੈ, ਹਿੰਦੀ ਦਾ ਸ਼ਬਦ ਅਸੀਂ ਵਰਤ ਰਹੇ ਹਾਂ ਨਾ। ਵੀ ਸਾਨੂੰ ਐਂ ਲੱਗਦਾ ਜਿਵੇਂ ਇਹ ਜਿਹੜਾ ਆ, ਜਿਵੇਂ ਜਲ ਦਾ ਨਹੀਂ ਰੌਲਾ ਪੈਂਦਾ, ਪਾਣੀ ਤੇ ਜਲ। ਹੁਣ ਜਦੋਂ ਸਰੋਵਰਾਂ ਦੀ ਗੱਲ ਚੱਲਦੀ, ਉਹ ਕਹਿੰਦੇ ਵੀ ਇਹਨੂੰ ਜਲ ਕਹੋ। ਵੀ ਉਹਨਾਂ ਨੂੰ ਕੋਈ ਪੁੱਛੇ ਵੀ ਜਲ ਤਾਂ ਹਿੰਦੀ ਦਾ ਸ਼ਬਦ ਹੈ, ਪੰਜਾਬੀ ਦਾ ਪਾਣੀ ਸ਼ਬਦ ਹੈ, ਪੰਜਾਬੀ ਦਾ ਪਾਣੀ ਸ਼ਬਦ ਹੈ। ਉਹ ਗੱਲ ਵੱਖਰੀ ਹੈ ਵੀ ਤੁਸੀਂ ਉਹਦੀ ਵਿਆਖਿਆ ਕਿਵੇਂ ਕਰਦੇ ਹੋ, ਉਹ ਇੱਕ ਅਲੱਗ ਮੈਟਰ ਆ। ਪਰ ਜਲ ਸ਼ਬਦ ਤਾਂ ਹਿੰਦੀ ਦਾ ਸ਼ਬਦ ਹੈ। ਕਿੰਨਾ ਸਾਡੇ ਮਤਲਬ ਜੇਨ ਵਿੱਚ ਬਹਿ ਗਈ ਇਹ ਗੱਲ। ਸੋ ਇਹੀ ਇੱਕ ਤਰੀਕਾ ਆ ਵੀ ਅਸੀਂ ਸ਼ਬਦ ਵਾਸਤੇ ਵੀ ਨਵੇਂ ਜਿਹੜੇ ਅਲੋਪ ਹੋ ਰਹੇ ਆ, ਜਿਹੜੇ ਗਵਾਚ ਰਹੇ ਆ ਸਾਡੇ ਘਰਾਂ ਦੇ ਵਿੱਚੋਂ। ਜਿਵੇਂ ਮੈਂ ਬੜੀ ਵਾਰ ਕਹਿੰਦਾ ਹੁੰਦਾ ਵੀ ਅੰਗਰੇਜ਼ੀ ਦਾ ਸ਼ਬਦ ਹੈ ਕੰਗ੍ਰੈਚੁਲੇਸ਼ਨ। ਹਾਂਜੀ, ਹਨਾ। ਤੇ ਜਦੋਂ ਤੁਸੀਂ ਕਿਸੇ ਨੂੰ ਵਧਾਈ ਦਿੰਦੇ ਆ ਤੇ ਇਹ ਸ਼ਬਦ ਵਰਤਦੇ ਆ, ਤੇ ਬਸ ਫਿਰ ਅਗਲਾ ਕਹਿੰਦਾ ਥੈਂਕ ਯੂ। ਹਨਾ, ਇੱਥੇ ਗੱਲ ਮੁੱਕ ਜਾਂਦੀ, ਇੱਥੇ ਮੁੱਕ ਜਾਂਦੀ ਹੈ। ਪਰ ਪੰਜਾਬੀ 'ਚ ਹੈ ਵੀ, ਤੇ ਫਿਰ ਪੰਜਾਬੀ 'ਚ ਅਗਲਾ ਕਹਿੰਦਾ ਸੱਚੇ ਤੁਹਾਨੂੰ ਵੀ ਵਧਾਵੇ। ਤੁਹਾਨੂੰ ਬਾਬੇ ਦੇ ਵਿੱਚ ਕਿਸੇ ਨੂੰ ਕਹੋ ਵਧਾਈ, ਸੋ ਹਨਾ, ਇਹਦੇ 'ਚ ਆਪਣੇ ਆਪ 'ਚ ਬੜੇ ਪਿਆਰੇ ਸ਼ਬਦ ਆ। ਸ਼ਬਦਾਂ ਨੂੰ ਜੀਵਤ ਹੀ ਕਰ ਲੱਗਦਾ ਆ। ਅਸੀਂ ਜਿਵੇਂ ਕਰਦੇ ਕਹਿਣ ਲੱਗ ਪਿਆ, ਜਦੋਂ ਪੰਜਾਬੀ ਬੰਦੇ ਨੇ ਦਫ਼ਤਰ ਖੋਲਿਆ ਤੇ ਉਹਨੇ ਬੋਰਡ ਸਾਹਮਣੇ ਅੰਗਰੇਜ਼ੀ 'ਚ ਲਿਖ ਕੇ ਲਾਤਾ, ਤੇ ਅੰਦਰ ਪੱਗ ਵਾਲਾ ਬੈਠਾ ਆ, ਤੇ ਜਿਹੜੀ ਪੰਜਾਬੀ ਭਾਸ਼ਾ ਆ ਉਹ ਦਫ਼ਤਰ ਤੋਂ ਬਾਹਰ ਨਜ਼ਰ ਆਉਂਦੀ ਹੈ। ਤੇ ਇਹਦਾ ਮਤਲਬ ਹੈ ਅਸੀਂ ਖੁਦ ਹੀ ਕਾਤਲ ਆ ਇਹਦੇ, ਜੇ ਅਸੀਂ ਇਹਨਾਂ ਆਮ ਬੋਲ ਬਾਣੀ 'ਚ ਇਹਨਾਂ ਚੀਜ਼ਾਂ ਨੂੰ ਲਿਆਵਾਂਗੇ। ਤੇ ਮੈਨੂੰ ਲੱਗਦਾ ਅਸੀਂ ਛੇਤੀ ਹੀ ਇਹਨੂੰ ਜਿਹੜਾ ਆ ਉਹ ਸੱਚੀ ਮੁੱਚੀ ਜਿਹੜਾ ਔਰ ਸੱਚਾਈ
ਗੱਲ ਕਰ ਚੁੱਕੇ ਹਾਂ, ਬਹੁਤ ਲੰਬੀ ਚੌੜੀ ਚਰਚਾ ਇਹਨਾਂ ਤੇ ਹੋ ਸਕਦੀ ਹੈ ਵੀ ਜਿੰਨਾ ਇਹਦਾ ਸ਼ਬਦੀ ਭੰਡਾਰ ਹੈ, ਜਿੰਨਾ ਇਹਦੇ ਵਿੱਚ ਅਮੀਰੀ ਹੈ, ਜਿਵੇਂ 52 ਅੱਖਰਾਂ ਦੀ ਗੱਲ ਆਪਾਂ ਅਸੀਂ ਬਾਣੀ ਵਾਲਾ ਅੱਖਰ ਜਿਹੜੀ ਉਹਦੇ ਮੁਕਾਬਲੇ ਤੇ 52 ਅੱਖਰ ਨੇ ਵੀ ਜਿਹੜੇ ਭਾਸ਼ਾ ਨੂੰ ਪਿਆਰ ਕਰਨ ਵਾਲੇ ਉਹ ਜਾਣਦੇ ਆ ਵੀ ਕਿਸੇ ਵੀ ਚੀਜ਼ ਨੂੰ ਇਦਾਂ ਹੀ ਉਹਦਾ ਮਾਪ ਤੋਲ ਹੁੰਦਾ ਹੈ। ਬਿਲਕੁਲ। ਤੇ ਉਹ ਕਿੰਨੀ ਮਹਾਨ ਹੋਊਗੀ, ਇਹ ਸਾਰੀ ਚੀਜ਼ ਸਾਨੂੰ ਸਮਝਣ ਦੀ ਔਰ ਸਮਝਾਉਣ ਦੀ ਲੋੜ ਹੈ। ਬਿਲਕੁਲ ਜੀ। ਵੈਸੇ ਜਿਹੜੀ ਭਾਸ਼ਾ ਆ ਅਸੀਂ ਲੋਕਾਂ ਨੇ ਜਿਹੜੀ ਬੋਲ ਲਿਖੇ ਨੇ, ਮਰ ਰਹੀ ਹੈ ਮੇਰੀ ਵੀ ਨਹੀਂ ਰਹੇ ਬੀਜੀ ਤੇ ਪਾਪਾ ਮਮੇਸਾ ਦੀ ਗੱਲ ਛੱਡੋ, ਕਿੰਨੇ ਰਿਸ਼ਤੇ ਸਿਰਫ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ। ਤੇ ਕੱਲ ਕਹਿ ਰਿਹਾ ਸੀ ਪੰਜਾਬ ਦੇ ਵਿਹੜੇ ਵਿੱਚ ਇੱਕ ਛੋਟਾ ਜਿਹਾ ਬਾਲ, ਪਾਪਾ ਆਪਣੇ ਟਰੀ ਤੇ ਸਾਰੇ ਲੀਵਸ ਕਰ ਰਹੇ ਨੇ ਫਾਲ, ਕੇਸ ਕਰ ਰਹੇ ਨੇ ਫਾਲ। ਮਰ ਰਹੀ ਹੈ ਮੇਰੀ ਭਾਸ਼ਾ, ਸ਼ਬਦ ਸ਼ਬਦ ਵਾਕ ਵਾਕ ਮਰ ਰਹੀ ਹੈ ਮੇਰੀ ਭਾਸ਼ਾ। ਇਹਨੂੰ ਬਚਾਉਣ ਦਾ ਜਿਹੜਾ ਆ ਯਤਨ ਕਰੀਏ, ਭਾਵੇਂ ਕਿ ਸੁਰਜੀਤ ਕਰਨੀ ਚਾਹੁੰਦੇ ਸੀ ਆਪਾਂ ਵੀ ਅਸੀਂ ਸਾਰੇ ਹੀ ਜਿੰਨੇ ਆ, ਜਿੱਥੇ ਵੀ ਕਿਤੇ ਕੋਈ ਦੁਨੀਆ ਭਰ ਵਿੱਚ ਪੰਜਾਬੀ ਵਸਦਾ, ਉਹ ਇਹਨਾਂ ਗੱਲਾਂ ਨੂੰ ਹਮੇਸ਼ਾ ਐਂ ਜੋੜ ਲਿਆ ਜਾਂਦਾ ਵੀ ਪੰਜਾਬ ਦੀ ਗੱਲ ਕਰਨ ਵਾਲੇ ਕਰਦੇ ਇਹਨਾਂ ਦੀ ਭਾਸ਼ਾ ਆ। ਏਦਾਂ ਨਹੀਂ ਹੈ, ਦੁਨੀਆ ਭਰ ਵਿੱਚ ਜਿੱਥੇ ਵੀ ਕਿਤੇ ਪੰਜਾਬੀ ਵਸਦੇ ਆ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਆ ਉਹ ਰੱਖਣਾ ਚਾਹੀਦਾ ਤੇ ਸਾਨੂੰ ਜਿਹੜਾ ਆਮ ਬੋਲ ਬਾਣੀ ਵਿੱਚ ਇਹ ਸ਼ਬਦ ਲੈ ਕੇ ਆਉਣੇ ਚਾਹੀਦੇ ਆ। ਈਵਨ ਇੱਥੋਂ ਤੱਕ ਮਤਲਬ ਸਾਡੇ ਵਰਗਿਆਂ ਦੇ ਵੀ ਅਸੀਂ ਵੀ ਧਿਆਨ ਨਹੀਂ ਦਿੱਤਾ। ਮੈਂ ਖੁਦ ਵੀ ਪਿਛਲੇ ਦਿਨੀ ਮੇਰੇ ਧਿਆਨ 'ਚ ਇੱਕ ਵੀਰ ਨੇ ਲਿਆਂਦਾ ਵੀ ਅਸੀਂ ਕੀ ਕਰਦੇ ਆ, ਕੋਈ ਚੀਜ਼ ਚੰਗੀ ਲੱਗੀ ਆਪਾਂ ਨੂੰ ਸੋਸ਼ਲ ਮੀਡੀਆ ਤੇ ਆਪਾਂ ਉਹਨੂੰ ਕਹਿਣਾ ਆ ਵੀ ਉਹਨੂੰ ਐਪਰੀਸ਼ੀਏਟ ਕਰਨਾ, ਉਹਨੂੰ ਆਪਾਂ ਵਧੀਆ ਕਹਿਣਾ। ਤੇ ਵਧੀਆ ਕਹਿਣ ਦੀ ਜਗ੍ਹਾ ਤੇ ਆਪਾਂ ਗੁੱਡ ਲਿਖਦੇ ਆ। ਲਿਖਦੇ ਗੁੱਡ ਕਿੱਦਾਂ ਆ ਪੰਜਾਬੀ ਦੇ ਵਿੱਚ? ਹਾਂ, ਗੱਗੇ। ਆਪਾਂ ਉਹਨੂੰ ਬਹੁਤ ਵਧੀਆ ਕਿਉਂ ਨਹੀਂ ਕਹਿੰਦੇ? ਬਿਲਕੁਲ ਬਿਲਕੁਲ। ਕਿਉਂਕਿ ਉੱਥੇ ਜੇ ਮਤਲਬ ਲਿਪੀ ਤੁਸੀਂ ਆਪਣੀ ਵਰਤ ਲਈ, ਸ਼ਬਦ ਫਿਰ ਉਹਨਾਂ ਦੇ ਜੀਵਤ ਰੱਖ ਲਏ। ਹਾਲਾਂਕਿ ਇਦਾਂ ਨਹੀਂ ਕੋਈ ਨਫ਼ਰਤ ਹੈ ਉਹਨਾਂ ਨਾਲ। ਜੇ ਤੁਸੀਂ ਅੰਗਰੇਜ਼ੀ 'ਚ ਲਿਖਣਾ ਫਿਰ ਲਿਖ ਲਓ, ਵਾਓ ਦੀ ਜਗ੍ਹਾ ਬੱਲੇ ਸ਼ਬਦ ਲਿਖਿਆ ਜਾ ਸਕਦਾ। ਬੱਲੇ ਸ਼ਬਦ ਲਿਖਿਆ ਜਾ ਸਕਦਾ ਹਨਾ। ਕਿੰਨੀ ਹੁਣ ਜੇ ਵਾਓ ਲਿਖਣਾ ਆ ਤੇ ਉਦਾਂ ਲਿਖੋ ਵੀ ਬੱਲੇ 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 ਬੱਲੇ, ਬੱਲੇ ਸ਼ਬਦ ਆਪਣੇ ਆਪ 'ਚ ਆ ਗਿਆ ਹਨਾ। ਬਿਲਕੁਲ ਬਿਲਕੁਲ। ਸੋ ਇਹ ਸਾਨੂੰ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਤੇ ਜੇ ਅਸੀਂ ਥੋੜੇ ਜਿਹੇ ਵੀ ਸੁਹਿਰਦ ਇਹਨਾਂ ਸਾਰੀਆਂ ਚੀਜ਼ਾਂ ਤੋਂ ਹੋ ਜਾਾਂਗੇ ਤੇ ਮੈਨੂੰ ਲੱਗਦਾ ਵੀ ਜੇ ਤਹਈਆ ਕਰ ਲੈ ਕੋਈ ਤੇ ਕੁਝ ਵੀ ਐਸਾ ਨਹੀਂ ਜਿਹੜਾ ਠੀਕ ਜਾਂ ਜਿਹੜਾ ਸੱਚੀ ਮੁੱਚੀ ਬਦਲਿਆ ਨਹੀਂ ਜਾ ਸਕਦਾ। ਕਿਉਂਕਿ ਹਰੇਕ ਮਹਿਕਮੇ ਨੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮਹਿਕਮੇ ਨੇ ਹਰੇਕ ਨੇ ਜਾਂ ਸਰਕਾਰਾਂ ਨੇ ਜਿਹੜੀ ਹੈ ਉਹ ਪੰਜਾਬੀ ਨੂੰ ਥੱਲੇ ਡੇਗਣ ਦਾ ਜਿਹੜਾ ਯਤਨ ਕੀਤਾ। ਜਿਵੇਂ ਪਿੱਛੇ ਪੰਜਾਬੀ ਸਭਾ ਦੇ ਵਿੱਚ ਵੀ ਇਹ ਗੱਲਬਾਤ ਚੱਲੀ ਸੀ, ਆਪਾਂ ਉਸ ਵਿਸ਼ੇ ਵੱਲ ਨਾ ਜਾਈਏ। ਸੋ ਸਾਨੂੰ ਇਸ ਵੇਲੇ ਜਿਹੜਾ ਹਮਲਾ ਮਾਰਨ ਦੀ ਗੱਲ ਹੈ, ਲਾ ਦਿੱਤੀ ਪੰਜਾਬੀ ਥੱਲੇ, ਹਿੰਦੀ ਬਹਿ ਗਈ ਮਲ ਕੇ ਟੀਸੀ, ਕੰਮ ਨਾ ਆਏ ਬਾਦਲ ਕੈਪਟਨ ਸਾਰੇ, ਜੱਜ ਵਕੀਲ ਤੇ ਡੀਸੀ, ਕੋਈ ਕੰਮ ਨਹੀਂ ਆਇਆ। ਕਿਸੇ ਬੰਦੇ ਨੇ ਇਹਦੇ ਉੱਤੇ ਜਿਹੜੀ ਆ ਉਹ ਵਕਾਲਤ ਇਸ ਚੀਜ਼ ਦੇ ਉੱਤੇ ਨਹੀਂ ਕੀਤੀ। ਗੁੰਨੇ ਮੁੰਨੇ ਗੁੰਗੇ ਬੋਲੇ, ਲੈਕਚਰਾਰ ਪ੍ਰੋਫੈਸਰ ਵੀ ਸੀ, ਜਿੰਨੇ ਲੈਕਚਰਾਰ ਨੇ ਜਿੰਨੇ ਪ੍ਰੋਫੈਸਰ ਵੀ ਸੀ, ਬਹੁਤੇ, ਸਾਰਿਆਂ ਦੀ ਨਹੀਂ ਗੱਲ ਕਰਦਾ, ਬੜੇ ਐਸੇ ਵੀ ਹੈਗੇ ਨੇ ਜਿਹੜੇ ਕੰਮ ਕਰ ਰਹੇ ਨੇ ਪੰਜਾਬੀ ਭਾਸ਼ਾ ਦੇ ਉੱਤੇ। ਲਾਲਚ ਵਸ ਲਿਖਾਰੀ ਚੋਪਾ, ਲਾਲਚ ਵਸ ਲਿਖਾਰੀ ਚੋਪਾ, ਸਿਰ ਨੂੰ ਚੜ ਗਈ ਹੈ BC, ਬਸ ਸਿਰ ਨੂੰ ਚੜੀ ਹੋਈ ਹੈ ਉਹ ਚੀਜ਼ ਜਿਹੜੀ ਹੈ ਕਿ ਕਿਸੇ ਨਾ ਕਿਸੇ ABC ਜਿਹੜੀ ਹੈ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਉਹ ਸਿਰ ਨੂੰ ਚੜ ਗਈ ਹੈ। ਤੇ ਲੇਖਕ ਲੋਕ ਵੀ ਜਿਹੜੇ ਚੁੱਪ ਹੋ ਗਏ ਨੇ। ਤੂੰ ਵੀ ਚੁੱਪ, ਸਾਰੇ ਚੁੱਪ ਆ, ਰੀਸੋ ਰੀਸੀ ਸਾਰੇ ਚੁੱਪ, ਉਹ ਨਹੀਂ ਬੋਲਦਾ, ਮੈਂ ਵੀ ਚੁੱਪ, ਮੈਂ ਰੀਸੋ ਰੀਸੀ, ਸਾਰੇ ਜਿਹੜੇ ਉਹ ਚੁੱਪ ਹੋ ਗਏ। ਪਰ ਉੱਠੋ ਸ਼ੇਰ ਪੰਜਾਬੀ ਵੀਰੋ, ਇਹਨਾਂ ਦੇ ਉੱਤੇ ਮੱਲ ਲਓ ਟੀਸੀ ਕਿ ਸਭ ਤੋਂ ਸਿਰੇ ਦੇ ਉੱਤੇ ਆਪ ਪਹੁੰਚ ਜਾਓ, ਤਾਂ ਕਿ ਜਦੋਂ ਤੁਸੀਂ ਪੰਜਾਬੀ 'ਚ ਗੱਲ ਕਰੋਗੇ, ਪੰਜਾਬੀ 'ਚ ਲਿਖੋਗੇ, ਆਪਣਾ ਬੋਲ ਚਾਲ ਪੰਜਾਬੀ 'ਚ ਰੱਖੋਗੇ, ਆਪਣੇ ਬੱਚਿਆਂ ਨਾਲ ਜਿਹੜੀ ਹੈ ਉਹ ਪੰਜਾਬੀ 'ਚ ਜਿਹੜੀ ਹੈ ਉਹ ਗੱਲ ਤੁਸੀਂ ਕਰੋਗੇ, ਤੇ ਆਪਣੇ ਆਪ ਜਿਹੜੀ ਹੈ ਹੌਲੀ ਹੌਲੀ ਜਿਹੜੀ ਵਿਚਾਰ ਹੈ, ਜਿਹੜੀ ਗੱਲ ਹੈ, ਜਿਹੜੀ ਉਪਦੇਸ਼ ਹੈ, ਆਪਣੇ ਆਪ ਜਿਹੜੀ ਪੰਜਾਬੀ ਭਾਸ਼ਾ ਦਾ ਜਿਹੜਾ ਆ ਉਹ ਚੱਲਦਾ ਜਾਏਗਾ। ਉਹ ਜਿਹੜਾ ਨਿਖਰ ਕੇ ਜਿਹੜਾ ਆ ਉਹ ਆਪਣੇ ਆਪ ਸਾਹਮਣੇ ਆਏਗਾ। ਕਿਸੇ ਵੀ ਭਾਸ਼ਾ ਨੂੰ ਜਦੋਂ ਪਿਆਰ ਤੁਸੀਂ ਕਰੋਗੇ ਤੇ ਲੋਕ ਆਪਣੇ ਆਪ ਉਸ ਭਾਸ਼ਾ ਨੂੰ ਜਿਹੜਾ ਆ ਉਹ ਪਿਆਰ ਕਰਨਾ ਸ਼ੁਰੂ ਕਰ ਦੇਣਗੇ। ਅਸੀਂ ਆਪਣੀ ਮਾਂ ਬੋਲੀ ਨੂੰ ਤਰਜੀਹ ਦਈਏ, ਆਪ ਪੰਜਾਬੀ ਭਾਸ਼ਾ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਜਿਹੜੀ ਹੈ ਪੰਜਾਬੀ ਭਾਸ਼ਾ ਪੜ੍ਹਾਈਏ। ਕਾਹਨ ਸਿੰਘ ਪੰਜਾਬੀ ਦੇ ਮਾਹਰ ਸਨ, ਕਾਹਨ ਸਿੰਘ ਨਾਭਾ ਜੀ,
ਉਹਨਾਂ ਨੇ ਮਹਾਨ ਕੋਸ਼ ਜਿਹੜਾ ਲਿਖਿਆ ਆ, ਸਿੱਖ ਦੇ ਹਰ ਘਰ ਦੇ ਵਿੱਚ ਹੋਣਾ ਚਾਹੀਦਾ ਆ, ਕਿਉਂਕਿ ਬੜੇ ਅੱਖਰ ਨੇ ਉਹਨਾਂ ਦੇ, ਤੇ ਉਹਨਾਂ ਦਾ ਗੁਰਮਤ ਪ੍ਰਭਾਕਰ ਜਿਹੜਾ ਆ, ਗੁਰਮਤ ਮਾਰਤਣ ਜਿਹੜਾ ਆ, ਸਾਨੂੰ ਇਹ ਆਪਣੇ ਘਰਾਂ 'ਚ ਲਿਆ ਕੇ ਰੱਖਣੇ ਚਾਹੀਦੇ ਨੇ। ਤੇ ਉਹਨਾਂ ਦੀ ਪੰਜਾਬੀ ਦੀ ਲਿਆਕਤ ਕਰਕੇ, ਪੰਜਾਬੀ ਦਾ ਵਡੱਪਣ ਕਰਕੇ, ਪੰਜਾਬੀ ਦੇ ਉਹ ਮਾਹਰ ਹੋਣ ਕਰਕੇ ਕਾਬਲ ਦੀ ਧਰਤੀ ਦੇ ਉੱਤੇ ਵੀ ਜਿਹੜਾ ਆ ਕਿਰਪਾਨ ਦੇ ਕੇ ਸਨਮਾਨ ਕੀਤਾ ਸੀ। ਪਿਛਲੇ ਦਿਨਾਂ 'ਚ ਵੀ ਜਿਹੜੀ ਗੱਲ ਅਸੀਂ ਕੀਤੀ ਸੀ। ਸੋ ਆਪਣੀ ਭਾਸ਼ਾ ਨੂੰ ਗਿਆਨੀ ਦਿੱਤ ਸਿੰਘ ਹੋਣੀ, ਗਿਆਨੀ ਗੁਰਮੁਖ ਸਿੰਘ ਹੋਣੀ, ਪ੍ਰੋਫੈਸਰ ਸਾਹਿਬ ਸਿੰਘ ਹੋਣੀ, ਬੜੇ ਲੇਖਕਾਂ ਨੇ ਜਿਹੜਾ ਇਹਦੇ ਤੇ ਕੰਮ ਕੀਤਾ ਆ। ਸੋ ਪੜ੍ਹਨ ਦਾ ਯਤਨ ਕਰੀਏ। ਅਖੀਰ ਦੇ ਵਿੱਚ ਭਾਈ ਸਾਹਿਬ ਤੁਸੀਂ ਕੀ ਸੁਨੇਹਾ ਜਿਹੜਾ ਆ ਉਹ ਤੁਸੀਂ ਜਿਹੜਾ ਆ 2 ਸ਼ਬਦਾਂ ਦੇ ਵਿੱਚ ਤੁਸੀਂ ਦੇਣਾ ਚਾਹੋ, ਤਾਂ ਕਿ ਅਸੀਂ ਅਖੀਰ ਦੇ ਉੱਤੇ ਇਸ ਦੀ ਜਿਹੜੀ ਮਹਾਨਤਾ ਆ, ਇਸ ਦੀ ਜਿਹੜੀ ਵੱਡਪਨ ਹੈ ਇਸ ਭਾਸ਼ਾ ਦਾ, ਉਹ ਬੜੀਆਂ ਅਸੀਂ ਨਾਲ ਗੱਲਾਂ ਕਰ ਰਹੇ ਸੀ। ਅਖੀਰ ਤੇ ਤੁਸੀਂ ਕੀ ਸੁਨੇਹਾ ਜਿਹੜਾ ਹੈ ਉਹ ਪੰਜਾਬੀਅਤ ਨੂੰ ਦੇਣਾ ਚਾਹੁੰਦੇ ਹੋ? ਆਓ ਸਾਰੇ ਰਲ ਮਿਲ ਇਸ ਪੰਜਾਬੀ ਜਿਨ੍ਹਾਂ ਦੇ ਬੋਲਾਂ ਚੋਂ ਨਿਕਲੀ ਹੈ, ਉਹਨਾਂ ਦਾ ਕਿੱਡਾ ਵੱਡਾ ਮਾਣ ਸਨਮਾਨ ਹੈ ਦੁਨੀਆ ਦੇ ਅੰਦਰ, ਇਸ ਗੱਲ ਨੂੰ ਚੇਤੇ ਕਰੀਏ। ਤੇ ਜਿਨ੍ਹਾਂ ਨੇ ਇਸ ਭਾਸ਼ਾ ਨੂੰ ਸਾਡੇ ਤੱਕ ਪਹੁੰਚਾਇਆ ਔਰ ਇਸ ਭਾਸ਼ਾ ਨੂੰ ਜਿਉਂਦਿਆਂ ਕਰ ਦਿੱਤਾ ਸਦਾ ਵਾਸਤੇ, ਉਹਨਾਂ ਦੇ ਨਾਮ ਚੇਤੇ ਕਰੀਏ, ਉਹਨਾਂ ਦੀ ਪੁਕਾਰ ਵੇਖੀਏ। ਕਿਉਂਕਿ ਅੱਜ ਦਾ ਇੱਕ ਹੋਰ ਵੱਡਾ ਦੁਖਾਂਤ ਹੈ, ਬਹੁਤਾ ਡਿਟੇਲ 'ਚ ਉਧਰ ਨਹੀਂ ਜਾਂਦੇ ਆਪਾਂ, ਵੀ ਅੱਜ ਜੇ ਭਾਸ਼ਾ ਗਈ ਵੀ ਹੈ ਨਾ ਦੁਨੀਆ 'ਚ, ਤੇ ਉਹ ਗਈ ਹੈ ਗਾਉਣ ਵਾਲਿਆਂ ਦੇ ਰਾਹੀਂ, ਤੇ ਜਿਹੜੀ ਬੜੀ ਖਤਰਨਾਕ ਬਣ ਜਾਂਦੀ ਹੈ। ਉਹੀ ਮੈਂ ਗੱਲ ਤੁਸੀਂ ਅੱਗੇ ਕਰਕੇ ਗਏ ਸੀ ਜੂੜੇ ਤੇ ਊੜੇ ਦੀ, ਉੱਥੇ ਊੜੇ ਨਾਲ ਕਮਾਈ ਹੋ ਰਹੀ ਹੈ, ਪੰਜਾਬੀ ਬੋਲਿਆਂ ਕਮਾਈ ਹੋ ਰਹੀ, ਤੇ ਇਸ ਕਰਕੇ ਉਹ ਪੰਜਾਬੀ ਨੂੰ ਕਹਿ ਰਹੇ ਆ ਕਿ ਪੰਜਾਬੀ ਦੀ ਸੇਵਾ ਕਰ ਰਹੇ ਆ। ਈਵਨ ਕਿ ਸੇਵਾ ਪੰਜਾਬੀ ਉਹਨਾਂ ਦੀ ਕਰ ਰਹੀ ਹੈ, ਤੇ ਜੂੜੇ ਨਾਲ ਅਜੇ ਵੀ ਉਹ ਲੋਕ ਬੇਵਫਾਈ ਕਰਕੇ ਬੈਠੇ। ਹਾਂਜੀ। ਸੋ ਉਹ ਬੜੇ ਪਿਆਰੇ ਬੋਲ ਨੇ ਨਵਾਬ ਖਾਨ ਜੀ ਹੋਣਾ ਦੇ। ਠੀਕ ਹੈ। ਤੈਨੂੰ ਗੁੜਤੀ ਮਿਲੀ ਫਰੀਦ ਤੋਂ, ਵਾਹ ਜੀ ਵਾਹ, ਤੈਨੂੰ ਗੁੜਤੀ ਮਿਲੀ ਫਰੀਦ ਤੋਂ, ਸ਼ਾਹ ਵਾਰਿਸ ਜਿਹੇ ਮੁਰੀਦ ਤੋਂ। ਵਾਹ ਜੀ। ਵਾਰਿਸ ਸ਼ਾਹ ਵਰਗੇ, ਤੇ ਮੈਨੂੰ ਲੱਗਦਾ ਅੱਜ ਅਲੋਪ ਹੋਣਗੀਆਂ ਵਾਰਿਸ ਸ਼ਾਹ ਦੀਆਂ ਗੱਲਾਂ ਲੋਕਾਂ ਦੇ ਜ਼ਿਹਨ ਵਿੱਚੋਂ। ਤੈਨੂੰ ਤੇਰੇ ਨੈਣੀ ਨੂਰ ਕਬੀਰ ਦਾ। ਵਾਹ ਜੀ ਵਾਹ। ਤੇਰੇ ਨੈਣਾ 'ਚ ਕਬੀਰ ਜੀ ਦਾ ਨੂਰ ਹੈ, ਤੇਰੇ ਨੈਣੀ ਨੂਰ ਕਬੀਰ ਦਾ, ਪਿੱਠ ਥਾਪੜਾ ਮੀਆਂ ਮੀਰ ਦਾ, ਤੈਨੂੰ ਬਖਸ਼ਿਸ਼ ਨਾਨਕ ਪੀਰ ਦੀ। ਵਾਹ ਜੀ ਵਾਹ। ਇਹ ਭਾਸ਼ਾ ਕਿੱਡੀ ਕਮਾਲ ਹੈ। ਤੈਨੂੰ ਬਖਸ਼ਿਸ਼ ਨਾਨਕ ਪੀਰ ਦੀ, ਬੁੱਲੇ ਜਿਹੇ ਮਸਤ ਫਕੀਰ ਦੀ। ਵਾਹ ਜੀ ਵਾਹ। ਤੈਨੂੰ ਆਸਰਾ ਹਿੰਦ ਦੇ ਪੀਰ ਦਾ। ਵਾਹ ਜੀ ਵਾਹ। ਤੇ ਨਲਵੇ ਦੀ ਸ਼ਮਸ਼ੀਰ ਦਾ। ਵਾਹ ਜੀ ਵਾਹ। ਇਹ ਪੰਜਾਬੀ ਚੋਂ ਹੀ ਲੱਭਣੀਆਂ ਹਨਾ, ਇਹ ਕਿਤੇ ਹੋਰ ਨਹੀਂ। ਜੇ ਪੰਜਾਬੀ ਭੁੱਲੀ ਤੇ ਨਲਵੇ ਦੀ ਸ਼ਮਸ਼ੀਰ ਭੁੱਲਣੀ ਹੈ, ਜੇ ਨਲਵੇ ਦੀ ਸ਼ਮਸ਼ੀਰ ਭੁੱਲੀ ਤੇ ਤੁਹਾਡੀ ਤਕਦੀਰ ਵਿਗੜਨੀ, ਵਿਰਾਸਤ ਭੁੱਲ ਜਾਣੀ ਹੈ। ਵਾਹ ਜੀ ਵਾਹ। ਤੇਰੇ ਮਹਿਕਾਂ ਸੁਰਮੇ ਪਾਉਂਦੀਆਂ, ਤੈਨੂੰ ਹੀਰਾਂ ਸੱਸੀਆਂ ਗਾਉਂਦੀਆਂ। ਵਾਹ ਜੀ ਵਾਹ। ਮਤਲਬ ਬਹੁਤ ਕੁਝ ਇਸ ਤਰ੍ਹਾਂ ਦਾ ਸਾਹਿਤ ਜਿਹੜਾ ਉਹ ਗਾ। ਮੱਥੇ ਵਿੱਚ ਰੌਣਕ ਤੇਰੇ ਸ਼ਾਹੀ ਬੰਦਗੀ ਮੇਲ ਦੀ। ਵਾਹ ਜੀ ਵਾਹ। ਮੱਥੇ ਵਿੱਚ ਰੌਣਕ ਖੇਲਦੀ, ਤੇਰੀ ਮਿੱਟੀ ਕਰੇ ਆਰਾਧਨਾ, ਤੇ ਥੇਹਾਂ ਕਰਦੀਆਂ ਸਾਧਨਾ। ਵਾਹ ਜੀ ਵਾਹ। ਬਹੁਤ ਕੁਝ ਆ ਇਸ ਤਰ੍ਹਾਂ ਦਾ ਜਿਹੜਾ ਸਾਨੂੰ ਸਾਰਿਆਂ ਨੂੰ। ਤੇਰੀ ਪੈਰੀ ਝਾਂਜਰ ਇਸ਼ਕ ਦੀ। ਆਇਓ ਠੀਕ ਬੰਨੇ, ਇਸ਼ਕ ਹਕੀਕੀ ਹੋਵੇ, ਇਹ ਚੇਤੇ ਰੱਖਿਓ, ਕਿਉਂਕਿ ਸ਼ਬਦ ਸਾਡੇ ਦੀ ਗੜੀ ਵਾਲਾ ਇਸ਼ਕ ਹੋਵੇ। ਹਾਂ, ਇਹ ਜ਼ਰੂਰ ਚੇਤੇ ਵਿੱਚ ਰੱਖਣਾ। ਉਬਲਦੀ ਦੇਗ ਵਾਲੇ ਇਸ਼ਕ ਦੀ ਗੱਲ ਹੈ। ਹਾਂ, ਜੋ ਸਗਲ ਸ਼ਮਸ਼ੀਰ ਦੀ ਗੱਲ ਹੋ ਚੁੱਕੀ ਹੈ, ਜੋ ਸਗਲ ਧਰਤ ਵਿੱਚ ਲਿਸ਼ਕਦੀ। ਵਾਹ ਜੀ ਵਾਹ। ਜੋ ਪੂਰੀ ਦੁਨੀਆ ਵਿੱਚ ਤੁਹਾਡਾ ਸਾਡਾ ਇਸ਼ਕ ਜਿਹੜੇ, ਹਾਲਾਂਕਿ ਅਸੀਂ ਤਾਂ ਇਸ਼ਕ ਉਹਨਾਂ ਨੂੰ ਕਿਹਾ ਨਾ ਜਿਨ੍ਹਾਂ ਨੇ ਮਾਸ ਕਢਾ ਲਿਆ ਤੇ ਵੀ ਪੱਟ ਦਾ ਮਾਸ ਕੱਢ ਕੇ ਖਵਾਤਾ। ਜਿਹੜੇ ਬੰਦੇ ਨੇ ਜਮੂਰਾਂ ਨਾਲ ਮਾਸ ਨਚਵਾ ਕੇ, ਜਿਹਨੇ ਪੁੱਤ ਦਾ ਕਲੇਜਾ ਕਢਾ ਕੇ ਮੂੰਹ 'ਚ ਪਵਾ ਲਿਆ, ਉਹਦਾ ਮੁਕਾਬਲਾ ਕਿਸੇ ਨਾਲ ਕਿਵੇਂ ਕਰ ਲੋਗੇ ਤੁਸੀਂ? ਨਾਲੇ ਜਿਹੜਾ ਪੁੱਤ ਦਾ ਕਲੇਜਾ ਕਢਾ ਕੇ ਮੂੰਹ 'ਚ ਪਵਾਉਣ ਦੀ ਗੱਲ ਹੈ, ਹਕੀਕੀ ਹੈ, ਮਨੁੱਖਾਂ ਅਧਿਕਾਰਾਂ ਦੀ ਰਖਵਾਲੀ ਦੇ ਲਈ ਹੈ, ਤੇ ਜਿਹੜਾ ਦੂਸਰਾ ਲਿਖਿਆ ਮਿਲਦਾ ਹੈ, ਵੈਸੇ ਇਦਾਂ ਹੋਇਆ ਕਦੀ ਨਹੀਂ ਗਾ। ਸਿਰਫ ਜਿਵੇਂ ਲਿਖਤਾਂ ਆ ਗਈਆਂ ਤੇ ਅਸੀਂ ਉਹਨਾਂ ਲਿਖਤਾਂ ਨੂੰ ਉਹਨਾਂ ਦੇ ਵਿੱਚ ਆ ਗਿਆ, ਉਹ ਵੱਖਰਾ ਚੀਜ਼ ਹੈ। ਹਾਂਜੀ ਜੀ। ਜਿਉਂ ਡੇਲੇ ਫੁੱਟਣ ਕਰੀਰ ਚੋਂ, ਵਾਹ ਜੀ ਵਾਹ। ਜਿਉਂ ਡੇਲੇ ਫੁੱਟਣ ਕਰੀਰ ਚੋਂ, ਆਏ ਖੁਸ਼ਬੂ ਤੇਰੀ ਤਾਸੀਰ ਚੋਂ, ਤੇਰਾ ਅੱਖਰ ਅੱਖਰ ਪਾਕ ਹੈ। ਇੱਕ ਇੱਕ ਅੱਖਰ ਪੰਜਾਬੀ ਦਾ ਬੜਾ ਪਾਕ ਤੇ ਪਵਿੱਤਰ ਹੈ। ਤੇਰਾ ਅੱਖਰ ਅੱਖਰ ਪਾਕ ਹੈ, ਤੇਰਾ ਪੀਰਾਂ ਦੇ ਨਾਲ ਸਾਕ ਹੈ। ਵਾਹ ਜੀ ਵਾਹ। ਤੇਰਾ ਰਿਸ਼ਤਾ ਚੰਗਿਆਂ ਨਾਲ, ਬਾਬਾ ਫਰੀਦ, ਕਬੀਰ, ਬਾਬੇ ਨਾਨਕ। ਵਾਹ ਜੀ ਵਾਹ। ਪੀਰ ਮਤਲਬ ਜਦੋਂ ਮੀਰੀ ਪੀਰੀ ਦੀ ਗੱਲ ਵੀ ਅਸੀਂ ਕਰਦੇ ਹਾਂ, ਪੀਰ ਮਤਲਬ ਰੱਬ ਦਾ ਦੂਜਾ ਰੂਪ। ਤੇਰਾ ਰਿਸ਼ਤਾ ਇਹਨਾਂ ਨਾਲ ਚੋਂ ਨਿਕਲਿਆ, ਇਹਨਾਂ ਨਾਲ ਸਾਕ ਸੰਬੰਧ ਹੈ ਤੇਰਾ। ਰਾਂਝਿਆਂ ਹੀਰ ਪੁੰਨੂ ਸੱਸੀਆਂ ਨਾਲ ਸਾਡਾ ਸਾਕ ਨਹੀਂ ਹੈ, ਉਹ ਜੋੜ ਦਿੱਤਾ ਗਿਆ। ਤੂੰ ਰੌਣਕ ਦੀ ਕੋਈ ਕਿਸਮ ਹੈ,
ਵਾਹ ਜੀ ਵਾਹ, ਤੂੰ ਤਾਂ ਐਂ ਲੱਗਦਾ ਜਿਵੇਂ ਕੋਈ ਰੌਣਕ ਦੀ ਕਿਸਮ ਹੋਵੇ। ਵਾਹ ਜੀ ਤੇਰੇ ਰੂਪ 'ਚ ਕੋਈ ਤਹਿਲਮ ਹੈ, ਵਾਹ ਜੀ ਵਾਹ, ਤੇਰੇ ਰੂਪ ਦੇ ਵਿੱਚ ਤਾਂ ਜਿਵੇਂ ਨਾ ਮਤਲਬ ਪਤਾ ਨਹੀਂ ਕੀ ਕੁਛ ਘੁਲਿਆ ਪਿਆ ਆ। ਤੂੰ ਹੈ ਪਰਵਾਜ਼ ਉਕਾਬ ਦੀ, ਤੂੰ ਰੌਣਕ ਦੇਸ਼ ਪੰਜਾਬ ਦੀ, ਤੂੰ ਰੌਣਕ ਦੇਸ਼ ਪੰਜਾਬ ਦੀ। ਆਓ ਇਸ ਪੰਜਾਬ ਦੀ ਰੌਣਕ ਨੂੰ ਬਚਾਈਏ, ਆਪਣਾ ਆਪਣਾ ਯੋਗਦਾਨ ਸਾਰੇ ਪਾਉਣ ਦਾ ਯਤਨ ਕਰੀਏ। ਆਪ ਜੀ ਦੇ ਨਾਲ ਇਸ ਤਰ੍ਹਾਂ ਹਮੇਸ਼ਾ ਕੋਸ਼ਿਸ਼ ਕਰੀਦੀ ਹੈ, ਹਰ ਸੋਮਵਾਰ ਕਿਸੇ ਵਿਸ਼ੇ ਤੇ ਚਰਚਾ ਕਰੀਏ ਤੇ ਨਾਲ ਨਾਲ ਬਾਣੀ ਦਾ, ਇਤਿਹਾਸ ਦਾ, ਸਾਹਿਤ ਦਾ ਪੱਖ ਜਿਹੜਾ ਹੈ ਉਹ ਵਾਚੀਦਾ ਆ। ਤੇ ਜਿਹੜੀ ਇੱਕ ਬੇਨਤੀ ਮੈਂ ਕੱਲ ਵੀ ਕੀਤੀ ਸੀ, ਅੱਜ ਫਿਰ ਕਰਨੀ ਚਾਹੁੰਦਾ, ਜਿਹੜਾ ਵੀ ਬੰਦਾ ਪੰਜਾਬ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗਾ, ਪੂਰੀ ਦੁਨੀਆ ਉਹਦੀ ਦੁਸ਼ਮਣ ਪਤਾ ਨਹੀਂ ਕਿਉਂ ਬਣ ਜਾਂਦੀ ਹੈ। ਜਿਹੜੀ ਤਾਜ਼ੀ ਘਟਨਾਕ੍ਰਮ ਚੱਲ ਰਿਹਾ ਪਿਛਲੇ ਦਿਨਾਂ ਤੋਂ ਲੁਧਿਆਣੇ, ਉਹ ਮੋਦੀ ਖਾਨੇ ਵਾਲਾ ਅਸੀਂ ਵੇਖ ਰਹੇ ਹਾਂ। ਉਹ ਜਿਹੜੀ ਦਵਾਈਆਂ ਦੇ ਨਾਂ ਤੇ ਆਮ ਬੰਦਾ ਦਵਾਈ ਬਿਨਾਂ ਮਰ ਰਿਹਾ ਤੇ ਕੁਝ ਦਵਾਈ ਲੈ ਕੇ ਮਰ ਰਿਹਾ, ਇੰਨੀਆਂ ਮਹਿੰਗੀਆਂ ਦਵਾਈਆਂ ਨੇ। ਤੇ ਉਹਨਾਂ ਵੀਰਾਂ ਨੇ ਜਿਹੜਾ ਆ ਉਹ ਯਤਨ ਕੀਤਾ ਵੀ ਅਸੀਂ ਲੋਕਾਂ ਨੂੰ ਸੱਚੀ ਮੁੱਚੀ ਆਮ ਲੋਕਾਂ ਦੀ ਪਹੁੰਚ ਤੱਕ ਜਾ ਕੇ ਜੇ ਦਵਾਈ ਮਿਲੇ। ਇਹ ਅਜੇ ਇਕੱਲਾ ਇੱਕ ਮੋਦੀ ਖਾਨਾ ਹੈ। ਤਗੜੇ ਹੋ, ਹੰਬਲਾ ਮਾਰੀਏ, ਅਸੀਂ ਸਾਰੇ ਪੰਜਾਬ ਨੂੰ ਹੀ ਬਾਬੇ ਨਾਨਕ ਦਾ ਮੋਦੀ ਖਾਨਾ ਬਣਾਉਣ ਵਾਲੇ ਬੰਨੇ ਤੁਰੀਏ। ਇਹ ਸਾਨੂੰ ਸਾਰਿਆਂ ਨੂੰ ਯਤਨ ਜਿਹੜੇ ਆ ਉਹ ਕਰਨੇ ਚਾਹੀਦੇ ਆ, ਰਲ ਮਿਲ ਕੇ। ਅਸੀਂ ਉਹਨਾਂ ਵੀਰਾਂ ਦੇ ਨਾਲ ਆ, ਜਿੰਨਾ ਕੁ ਵੀ ਸਾਥ ਦੇ ਸਕਦੇ ਹਾਂ ਹਰ ਰੂਪ ਵਿੱਚ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਤੇ ਪੂਰੇ ਮੈਡੀਕਲ ਜਿਹੜਾ ਆਲੇ ਦੁਆਲੇ ਜਿਹੜਾ ਜਿਨ੍ਹਾਂ ਦਾ ਵਪਾਰ ਜੁੜਿਆ ਹੋਇਆ ਨਾਲ, ਜਿਨ੍ਹਾਂ ਦੇ ਬਿਜ਼ਨਸ ਮਾਫੀਆ ਜਿਹੜਾ ਆ, ਜਿਨ੍ਹਾਂ ਦੇ ਬਿਜ਼ਨਸ ਜੁੜੇ ਹੋਏ ਆ, ਉਹ ਪੱਬਾਂ ਪਾਰ ਹੋਏ ਪਏ ਨੇ। ਤੇ ਇਹ ਪੱਕੀ ਗੱਲ ਹੈ, ਉਹਨਾਂ ਦੀ ਸਰਕਾਰੇ ਦਰਬਾਰੇ ਵੀ ਚੱਲਦੀ ਹੈ, ਉਹਨਾਂ ਦੀਆਂ ਤਾਕਤਵਰ ਧਿਰਾਂ ਨਾਲ ਵੀ ਸਾਂਝ ਹੋ ਸਕਦੀ ਹੈ। ਪਰ ਆਓ ਇਕੱਠੇ ਹੋਈਏ। ਜੇ ਇਸ ਤਰ੍ਹਾਂ ਦਾ ਇੱਕ ਯਤਨ ਉਸ ਵੀਰ ਨੇ ਕੀਤਾ ਆ ਤੇ ਅੱਜ ਅਸੀਂ ਉਹਨਾਂ ਨਾਲ ਨਾ ਖੜੇ ਤੇ ਦੁਬਾਰਾ ਕਿਸੇ ਨੇ ਫਿਰ ਛੇਤੀ ਹਿੰਮਤ ਨਹੀਂ ਕਰਨੀ। ਤਾਂ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਵੀਰਾਂ ਦਾ ਸਾਥ ਵੀ ਜਿਹੜਾ ਆ ਉਹ ਦੇਣਾ ਚਾਹੀਦਾ ਹੈ। ਸੋ ਬਹੁਤ ਬਹੁਤ ਧੰਨਵਾਦ ਜੀ। ਅਖੀਰ ਦੇ ਉੱਤੇ ਕਿਸੇ ਅਦੀਬ ਦੇ ਕਹੇ ਬੋਲ ਯਾਦ ਆਉਂਦੇ ਨੇ, ਪੰਜਾਬੀ ਵੀ ਪੜ੍ਹਿਓ ਲਿਖਿਓ, ਅੰਗਰੇਜ਼ੀ ਤੇ ਨਾ ਡੁੱਲ ਜਾਇਓ। ਜੋ ਮਰਜ਼ੀ ਪੜ੍ਹੋ, ਜੋ ਮਰਜ਼ੀ ਲਿਖੋ, ਪਰ ਪੰਜਾਬੀ ਨੂੰ ਜਿਹੜਾ ਆ ਉਹ ਯਾਦ ਜ਼ਰੂਰ ਰੱਖੋ, ਜ਼ਰੂਰ ਪੰਜਾਬੀ ਪੜ੍ਹੋ। ਸੋ ਬਹੁਤ ਬਹੁਤ ਧੰਨਵਾਦ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।